ਵਾਈ ਮੀਡੀਆ ਦੇ ਸਾਰੇ ਦਰਸ਼ਕਾਂ ਨੂੰ ਚੈਨਲ ਵਾਈ ਦੇ ਲਾਈਵ ਸ਼ੋਅ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਸ਼ੋਅ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਪੰਜਾਬੀ ਕਾਨਫਰੰਸ, ਨੌਵੀਂ ਪੰਜਾਬੀ ਵਰਲਡ ਕਾਨਫਰੰਸ ਜਿਹੜੀ ਕਿ ਬਰੈਂਪਟਨ ਸ਼ਹਿਰ ਦੇ ਵਿੱਚ ਹੋ ਰਹੀ ਹੈ, ਉਹਦੇ ਬਾਰੇ ਜਾਣਕਾਰੀ ਦਿੱਤੀ ਜਾਏਗੀ ਤੇ ਇਹਦੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹਦੇ ਗੱਲਬਾਤ ਵੀ ਕਰਾਂਗੇ। ਸਾਡੇ ਨਾਲ ਅਲੀਟ ਪੈਨਲ ਮੌਜੂਦ ਹੈ ਡਾਕਟਰ ਦਲਜੀਤ ਸਿੰਘ ਫਾਰਮਰ ਵਾਈਸ ਚਾਂਸਲਰ। ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਹੁਤ ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ ਡਾਕਟਰ ਸਾਹਿਬ। ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜੇ ਹੋਏ ਆ ਜੀ ਸਰਦਾਰ ਅਜੈਬ ਸਿੰਘ ਚੱਠਾ ਸਾਹਿਬ, ਚੇਅਰਮੈਨ ਵਰਲਡ ਪੰਜਾਬੀ ਕਾਨਫਰੰਸ। ਚੱਠਾ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮਿਹਰਬਾਨੀ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ। ਸਟੂਡੀਓ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਆ ਸਰਦਾਰ ਬਲਜੀਤ ਸਿੰਘ, USA ਤੋਂ ਹੈ ਜੀ। ਡਾਕਟਰ ਬਲਜੀਤ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸਾਰੇ ਸ਼ਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ। ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜੇ ਹੋਏ ਆ ਜੀ ਸਰਦੂਲ ਸਿੰਘ ਥਿਆਰਾ ਸਾਹਿਬ, ਪ੍ਰੈਜ਼ੀਡੈਂਟ ਜਗਤ ਪੰਜਾਬੀ ਸਭਾ। ਥਿਆਰਾ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ, ਥੈਂਕ ਯੂ ਸੋ ਮਚ। ਡਾਕਟਰ ਸਾਹਿਬ ਮੈਂ ਜ਼ਰੂਰ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜੇ ਹੋਏ ਆ ਜੀ ਐਡਵੋਕੇਟ ਹਰਮਿੰਦਰ ਸਿਆਲ ਸਾਹਿਬ। ਹਰਿੰਦਰ ਸਿਆਲ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਹੋਸਲਾ ਜੀ, ਔਰ ਵਾਈ ਮੀਡੀਆ ਦੇ ਸਾਰੇ ਹੀ ਸ਼ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਕਰਦਾ। ਥੈਂਕ ਯੂ ਸੋ ਮਚ। ਡਾਕਟਰ ਸਾਹਿਬ ਮੈਂ ਜ਼ਰੂਰ ਪੁੱਛਣਾ ਚਾਹੂੰਗਾ, ਜਿਹੜੀ ਪੰਜਾਬੀ ਕਾਨਫਰੰਸ ਹੋ ਰਹੀ ਹੈ ਵਰਲਡ ਪੰਜਾਬੀ ਕਾਨਫਰੰਸ, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਇਹਦੇ ਬਾਰੇ ਜੀ। ਡਾਕਟਰ ਸਾਹਿਬ, ਡਾਕਟਰ ਦਲਜੀਤ ਸਿੰਘ। ਇਹ ਜਿਹੜੀ ਆਪਾਂ ਕਾਨਫਰੰਸ ਕਰਵਾ ਰਹੇ ਹਾਂ, ਇਹ 9ਵੀਂ ਪੰਜਾਬੀ ਵਿਸ਼ਵ ਕਾਨਫਰੰਸ ਹੋ ਰਹੀ ਹੈ ਔਰ ਇਹ ਬਰੈਂਪਟਨ ਦੇ ਵਿੱਚ। ਔਰ ਮੈਨੂੰ ਇਸ ਭਾਗ ਪ੍ਰਾਪਤ ਹੋਇਆ ਕਿ ਮੈਂ ਸ਼ੁਰੂ ਤੋਂ ਹੀ ਇਸ ਦੇ ਨਾਲ ਜੁੜਿਆ ਹੋਇਆ। 2009 'ਚ ਪਹਿਲੀ ਕਾਨਫਰੰਸ ਹੋਈ ਸੀਗੀ ਔਰ ਇਸ ਦਾ ਜੋ ਬੀੜਾ ਚੁੱਕਿਆ ਉਸ ਅਜੈਬ ਸਿੰਘ ਚੱਠਾ ਜੀ ਨੇ ਸ਼ੁਰੂਆਤ ਦੇ ਵਿੱਚੋਂ ਇਹ ਨਾਲ ਹਮੇਸ਼ਾ ਲੀਡ ਕਰਦੇ ਰਹੇ ਨੇ ਔਰ ਇਹਨਾਂ ਦੇ ਨਾਲ ਬਹੁਤ ਹੀ ਅੱਛੀ ਟੀਮ ਜਿਹੜੀ ਹੈਗੀ ਹੈ, ਜਿਸ ਦੇ ਕਰਕੇ ਇਸ ਕਾਨਫਰੰਸਿਸ ਨੂੰ ਸਫਲਤਾ ਮਿਲਦੀ ਆ ਰਹੀ ਹੈ, ਜਿਹਦੇ ਵਿੱਚ ਸਾਡੇ ਵਿੱਚ ਅੱਜ ਬੈਠੇ ਸਰਦੂਲ ਸਿੰਘ ਥਿਆਰਾ ਜੀ ਵੀ ਨੇ, ਜਿਹਦੇ ਵਿੱਚ ਸੰਤੋਖ ਸਿੰਘ ਜੀ ਨੇ, ਰਵਿੰਦਰ ਢਿੱਲੋਂ ਨੇ ਤੇ ਸਤਲੋਚਨ ਸਿੰਘ ਨੇ। ਸਾਰੇ ਹੀ ਇਹ ਮਿਲ ਕੇ ਜੋ ਹੰਭਲਾ ਮਾਰ ਰਹੇ ਨੇ ਪੰਜਾਬੀ ਔਰ ਪੰਜਾਬੀ ਮਾਂ ਬੋਲੀ ਉਹਦੇ ਪ੍ਰਸਾਰ ਦੇ ਲਈ ਔਰ ਉਸ ਦੀ ਪ੍ਰਫੁੱਲਤਾ ਦੇ ਲਈ ਬੜਾ ਹੀ ਸ਼ਲਾਘਾਯੋਗ ਕਦਮ ਹੈ। ਔਰ ਇਸ ਵਾਰੀ ਜੋ ਟੌਪਿਕ ਰੱਖਿਆ ਗਿਆ ਉਹ ਵੀ ਬਹੁਤ ਹੀ ਰੈਲੇਵੈਂਟ ਟੌਪਿਕ ਹੈ ਕਿ ਪੰਜਾਬੀ ਭਾਸ਼ਾ ਅਤੇ ਸਿੱਖਿਆ ਦਾ ਪ੍ਰਸਾਰ। ਮੈਨੂੰ ਉਮੀਦ ਹੈ ਕਿ ਜਿਸ ਤਰੀਕੇ ਦੇ ਰਿਸਪੌਂਸ ਮਿਲ ਰਿਹਾ ਔਰ ਜਿਸ ਤਰੀਕੇ ਦੇ ਨਾਲ ਸਾਨੂੰ ਬਹੁਤ ਹੀ ਅੱਛੇ ਨਿੱਘਰ ਰਿਸਰਚ ਪੇਪਰ ਮਿਲੇ ਨੇ ਜਿਹੜੇ ਪੜ੍ਹੇ ਵੀ ਜਾਣਗੇ, ਔਰ ਜਿਹੜੇ ਡੈਲੀਗੇਟ ਸਾਡੇ ਵਿੱਚ ਆਏ ਨੇ ਜਿੱਦਾਂ USA ਤੋਂ ਸਾਡੇ ਨਾਲ ਬੈਠੇ ਨੇ, ਤੋ ਇਹ ਸਾਰੇ ਦੇ ਵਿੱਚ ਸਾਡਾ ਜੋ ਪਲੇਟਫਾਰਮ ਹੈ ਇਹ ਇੱਕ ਬਹੁਤ ਹੀ ਅੱਛਾ ਪਲੇਟਫਾਰਮ ਹੈ ਜਿਸ ਦੇ ਵਿੱਚ ਅਸੀਂ ਪੰਜਾਬੀ ਮਾਂ ਬੋਲੀ ਦੇ ਲਈ ਔਰ ਖ਼ਾਸ ਤੌਰ 'ਤੇ ਜੋ ਸਮਾਜਿਕ ਮੁੱਦੇ ਨੇ ਉਹਨਾਂ ਨੂੰ ਅੱਗੇ ਲੋਕਾਂ ਨੂੰ ਕੌਨਸ਼ੀਅਸ ਕਰਨ ਦੇ ਲਈ ਔਰ ਉਹਨਾਂ ਦੇ ਵਿੱਚ ਸੋਲੂਸ਼ਨ ਲੱਭਣ ਦੇ ਲਈ ਅਸੀਂ ਇਹ ਹੰਭਲਾ ਮਾਰ ਰਹੇ ਹਾਂ। ਔਰ 2-3 ਮੁੱਦੇ ਮੈਂ ਦੱਸਣਾ ਚਾਹੂੰਗਾ ਕਿ ਜਿਹੜੇ ਅਜੈਬ ਸਿੰਘ ਚੱਠਾ ਜੀ ਟੀਮ ਵੱਲੋਂ ਜਦ ਸ਼ੁਰੂ ਤੋਂ ਆਏ ਔਰ ਸਫਲਤਾ ਪ੍ਰਾਪਤ ਹੋਈ, ਜਿਹਦੇ ਵਿੱਚ 3 ਖਾਸ ਤੌਰ 'ਤੇ ਨੇ। ਪਹਿਲੀ ਗੱਲ ਇਹ ਹੈ ਕਿ ਜੋ ਬਹੁਤ ਹੀ ਰੀਸੈਂਟਲੀ ਇੱਕ ਕਾਇਦਾ ਨੂਰ ਅਜੈਬ ਸਿੰਘ ਚੱਠਾ ਉਹਨਾਂ ਨੇ ਜਿਹੜਾ ਕੀਤਾ, ਰਿਲੀਜ਼ ਕੀਤਾ, ਜਿਹਦੇ ਵਿੱਚ ਕਿ 4 ਭਾਸ਼ਾਵਾਂ ਜਿਹੜੀਆਂ ਨੇ, ਪੰਜਾਬੀ ਗੁਰਮੁਖੀ ਲਿਪੀ ਦੇ ਵਿੱਚ, ਪੰਜਾਬੀ ਸ਼ਾਹਮੁਖੀ ਲਿਪੀ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਖਾਸ ਤੌਰ 'ਤੇ ਹਿੰਦੀ ਤੇ ਇੰਗਲਿਸ਼ ਦੇ ਵਿੱਚ। ਔਰ ਇਹ 200 ਪੇਜ ਦਾ ਜੋ ਕਾਇਦਾ ਹੈ ਉਹ ਇੰਨਾ ਅਟਰੈਕਟਿਵ ਆ ਔਰ ਮੈਨੂੰ ਲੱਗਦਾ ਕਿ ਜੇ ਉਹ ਕੋਈ ਬੱਚੇ ਨੂੰ 15-20 ਦਿਨ ਜਾਂ ਵੱਡਾ ਜਿਹੜਾ ਕੋਈ ਵੀ ਭਾਸ਼ਾ ਸਿੱਖਣੀ ਚਾਹੁੰਦਾ ਉਹ 15-20 ਦਿਨ ਪੜ੍ਹ ਲੂਗਾ ਤੇ ਉਹਦੇ 'ਚ ਮਹਾਰਤ ਪ੍ਰਾਪਤ ਕਰ ਸਕਦਾ। ਸੋ ਦੂਸਰਾ ਜਿਹੜਾ ਹੈ ਖਾਸ ਵਿਸ਼ਾ ਜਿਹੜਾ ਮੈਂ ਹਮੇਸ਼ਾ ਮੇਰੇ ਦਿਲ ਦੇ ਬੜਾ ਕਰੀਬੀ ਹੈ, ਉਹ ਹੈਗਾ ਮੋਰਲ ਵੈਲਿਊਜ਼ 'ਤੇ ਜਾਂ ਨੈਤਿਕਤਾ ਦੇ ਉੱਤੇ। ਕਿਉਂਕਿ ਇਹ ਅੰਗਰੇਜ਼ੀ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਤਾਂ ਬਹੁਤ ਕੰਮ ਹੈ, ਬਹੁਤ ਕੁਝ ਮਟੀਰੀਅਲ ਮਿਲਦਾ ਸੀ, ਪਰ ਪੰਜਾਬੀ ਦੇ ਵਿੱਚ ਨੈਤਿਕਤਾ ਦੇ ਉੱਤੇ ਬਹੁਤ ਘੱਟ, ਰਾਦਰ ਕਹਾਂ ਵੀ ਨਾਮਾਮੂਲੀ ਜਿਹਾ ਮਟੀਰੀਅਲ ਸੀ। ਤੋ ਇੱਕ ਕਿਤਾਬ ਜਿਹੜੀ ਇਸ ਸੰਸਥਾ ਵੱਲੋਂ ਤਿਆਰ ਕੀਤੀ ਗਈ ਨੈਤਿਕਤਾ ਦੇ ਉੱਤੇ, ਰਾਦਰ 2 ਕਿਤਾਬਾਂ ਜਿਹੜੀਆਂ ਸੀਗੀਆਂ, ਉਹਦੇ ਵਿੱਚ ਨੈਤਿਕਤਾ ਜਿਹੜੀ ਮੋਰਲ ਵੈਲਿਊਜ਼ ਬੱਚਿਆਂ ਦੇ ਵਿੱਚ, ਸਕੂਲ ਦੇ ਵਿੱਚ, ਕਾਲਜਿਸ ਦੇ ਵਿੱਚ, ਔਰ ਇੱਥੇ ਕਹਿਣ 'ਚ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹਨਾਂ ਦੇ ਬੀੜਾ ਚੁੱਕੇ ਦੇ ਹੀ ਇਹ ਰਿਜ਼ਲਟ ਹੈ ਕਿ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਨੈਤਿਕ ਸਿੱਖਿਆ ਦਾ ਵਿਸ਼ਾ ਇੰਟਰੋਡਿਊਸ ਕੀਤਾ ਹੋਇਆ, ਭਾਵੇਂ ਵੱਖਰੇ ਨਾਂ ਥੱਲੇ ਹੈ। ਤੋ ਤੀਸਰੀ ਜਿਹੜੀ ਹੈ ਸਾਡਾ ਉਹ ਇਹ ਹੈ ਕਿ ਸਾਡੇ ਜਿਹੜੇ ਆਪਣੇ ਆਰਗੇਨਾਈਜ਼ਿੰਗ ਸੈਕਟਰੀ ਕਹਿ ਲਓ, ਕੋਆਰਡੀਨੇਟਰ ਨੇ ਰਵਿੰਦਰ ਸਿੰਘ ਢਿੱਲੋਂ, ਉਹਨਾਂ ਨੇ ਜੋ ਇੱਕ ਕਿਤਾਬ ਲਿਖੀ ਹੈ ਵਿਸ਼ਵ ਪੰਜਾਬੀ ਕਾਨਫਰੰਸਿਸ ਦਾ ਇਤਿਹਾਸ, ਜਿਹਦੇ ਵਿੱਚ ਉਹਨਾਂ ਨੇ ਵਰਲਡ ਦੇ ਵਿੱਚ ਵੱਖ-ਵੱਖ ਜਿਹੜੀਆਂ ਇੰਗਲੈਂਡ ਤੋਂ ਸ਼ੁਰੂ ਹੋ ਕੇ ਵੱਖਰੀਆਂ ਕਾਨਫਰੰਸਿਸ ਡਿਫਰੈਂਟ ਕੰਟਰੀ 'ਚ ਹੋਈਆਂ, ਚਾਹੇ ਉਹ ਕੈਨੇਡਾ 'ਚ ਹੋਈਆਂ, ਚਾਹੇ ਉਹ ਅਮਰੀਕਾ 'ਚ ਹੋਈਆਂ, ਚਾਹੇ ਉਹ ਇੰਡੀਆ 'ਚ ਹੋਈਆਂ, ਚਾਹੇ ਪਾਕਿਸਤਾਨ 'ਚ ਹੋਈਆਂ, ਉਹਨਾਂ ਸਾਰਿਆਂ ਦਾ ਇਤਿਹਾਸ ਕਿਹਨਾਂ ਨੇ ਕਰਵਾਈਆਂ
ਕਦੋਂ ਬੀੜਾ ਕਿਸ ਨੇ ਚੁੱਕਿਆ ਔਰ ਉਹਦਾ ਕੀ ਰਿਜ਼ਲਟ ਨਿਕਲਿਆ, ਉਹ ਬੜੀ ਇੱਕ ਅੱਛੀ ਕੰਟਰੀਬਿਊਸ਼ਨ ਹੈ ਟੂਵਰਡਸ ਪੰਜਾਬੀ ਔਰ ਪੰਜਾਬੀ ਸੱਭਿਆਚਾਰ ਦੇ ਵਿੱਚ ਉਹ। ਤੋ ਇਹ ਕੁਛ ਇੱਕ ਨੇ ਜਿਹੜੀਆਂ, ਬਾਕੀ ਸਾਜੈਬ ਸਿੰਘ ਚਿੱਠਾ ਆਪਣੇ ਨਾਲ ਬੈਠੇ ਨੇ, ਇਹ ਤਾਰਾ ਸਾਹਿਬ ਆਪਣੇ ਹੋਰ ਵਿਆਖਿਆ ਸੇ ਦੱਸ ਦੇਣਗੇ। ਤੇ ਸਾਡਾ ਜਿਹੜਾ ਮੇਨ ਮਕਸਦ ਹੈ ਜਿਹੜਾ ਇਸ ਅੱਜ ਇਹ 9ਵੀਂ ਕਾਨਫਰੰਸ ਦਾ, ਜਿੱਦਾਂ ਮੈਂ ਦੱਸਿਆ ਕਿ ਇੱਕ ਤਾਂ ਪੰਜਾਬੀ ਭਾਸ਼ਾ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਦਾ ਹੈ ਔਰ ਦੂਸਰਾ ਹੈ ਸਿੱਖਿਆ ਦਾ। ਸਿੱਖਿਆ ਦਾ ਖਾਸ ਤੌਰ ਤੇ ਕਿਉਂਕਿ ਕੈਨੇਡਾ 'ਚ ਆਪਾਂ ਕਰ ਰਹੇ ਹਾਂ, ਤੁਸੀਂ ਕੈਨੇਡਾ 'ਚ ਬੈਠੇ ਹੋ, ਉਰੇ ਦੀ ਸਿੱਖਿਆ ਪ੍ਰਣਾਲੀ, ਉਰੇ ਸਿੱਖਿਆ ਦਾ ਜੋ ਮਿਆਰ ਹੈ ਔਰ ਜੋ ਇੰਡੀਆ ਦੇ ਵਿੱਚ ਹੈ ਔਰ ਇੰਡੀਆ 'ਚੋਂ ਵੀ ਖਾਸ ਤੌਰ ਤੇ ਜੋ ਪੰਜਾਬ ਦੇ ਵਿੱਚ ਹੈ, ਉਹ ਸਿੱਖਿਆ ਦਾ ਮਿਆਰ 'ਚ ਕਿੰਨਾ ਨਿਘਾਰ ਆਇਆ ਔਰ ਕਿਸ ਰੀਜ਼ਨਸ ਕਰਕੇ ਆਇਆ, ਇਹ ਬਹੁਤ ਇੰਪੋਰਟੈਂਟ ਹੈ। ਔਰ ਇਸ ਦੇ ਵਿੱਚ ਮੇਰਾ ਖਿਆਲ ਕੋਈ ਵੀ ਡਿਸਐਗਰੀ ਨਹੀਂ ਕਰੂਗਾ ਮੇਰੇ ਨਾਲ ਕਿ ਪਿਛਲੇ ਦਹਾਕੇ ਜਾਂ ਡੇਢ ਦਹਾਕੇ ਜਾਂ 2 ਦਹਾਕਿਆਂ ਤੋਂ ਇੰਨਾ ਨਿਘਾਰ ਆ ਚੁੱਕਿਆ ਕਿ ਸਭ ਦੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਉਹਦੇ ਵੱਖਰੇ ਵੱਖਰੇ ਕਾਰਨ ਨੇ, ਉਹ ਲੰਬਾ ਵਿਸ਼ਾ ਹੋ ਜਾਂਦਾ, ਪਰ ਉਹਦੇ ਉੱਤੇ ਇਸ ਅਸੀਂ ਕਾਨਫਰੰਸ ਦੇ ਵਿੱਚ ਆਪਣਾ ਕੰਸੈਂਟਰੇਟ ਕਰਾਂਗੇ ਕਿ ਉਸ ਨੂੰ ਅਸੀਂ ਅਵੇਅਰ ਕਰ ਸਕੀਏ ਔਰ ਜੋ ਉਸ ਦੇ ਵਿੱਚ ਅਸੀਂ ਕੰਟਰੀਬਿਊਸ਼ਨ ਪਾ ਸਕੀਏ ਉਸ ਨੂੰ ਉੱਚਾ ਚੁੱਕਣ ਦੇ ਵਿੱਚ, ਉਹ ਅਸੀਂ ਆਇਡੈਂਟੀਫਾਈ ਕਰਕੇ ਪਾਉਣ ਦੀ ਕੋਸ਼ਿਸ਼ ਕਰਾਂਗੇ। ਔਰ ਮੈਨੂੰ ਉਮੀਦ ਹੈ ਕਿ ਇਹ ਸਾਰਥਕ ਨਤੀਜੇ ਸਾਡੀ ਇਸ ਕਾਨਫਰੰਸ ਦੇ ਵਿੱਚੋਂ ਆਉਣਗੇ। ਜੀ ਬਿਲਕੁਲ ਡਾਕਟਰ ਸਾਹਿਬ, ਜ਼ਰੂਰ ਹੈ, ਮੇਰੇ ਕਈ ਪ੍ਰਸ਼ਨ ਹੈਗੇ ਆ ਇਹਦੇ ਰਿਲੇਟਡ ਐਜ਼ ਅ ਯੰਗ ਪੇਰੈਂਟਸ, ਐਜ਼ ਅ ਪੰਜਾਬੀ, ਕਿ ਪੰਜਾਬੀ ਸਾਡੀ ਜਿਹੜੀ ਇੰਡੀਨੀਜੀਅਸ ਜਿਹੜੀ ਲੈਂਗੁਏਜ ਹੈ, ਸਾਡੀ ਮਦਰ ਟੰਗ ਹੈਗੀ ਹੈ, ਇਹਦੀ ਕੀ ਇੰਪੋਰਟੈਂਸ ਹੈਗੀ ਹੈ। ਮੈਂ ਸਾਊਥ ਏਸ਼ੀਅਨ ਕੰਟਰੀਜ਼ ਤੋਂ ਅਗਰ ਦੇ ਮਿਡਲ ਈਸਟ ਕੰਟਰੀ ਚਲਾ ਕੇ ਚੱਲਾਂ, ਜੇ ਸੀਰੀਆ ਵਰਗੀ ਕੰਟਰੀ ਚਲਾ ਕੇ, ਮੇਰੇ ਦੋਸਤ ਹੈਗੇ ਕਈ ਸੀਰੀਅਨ ਇੱਥੇ ਨੇ, ਉਹ ਆਪਣੀ ਹੀ ਜਿਹੜੀ ਲੈਂਗੁਏਜ ਦੇ ਵਿੱਚ ਹੀ ਪੜ੍ਹੇ ਆ, ਕੋਈ ਡਾਕਟਰ ਬਣਿਆ, ਕੋਈ ਇੰਜੀਨੀਅਰ ਬਣਿਆ, ਪਰ ਸਾਡੇ ਮੁਲਕ ਦੇ ਵਿੱਚ ਖਾਸ ਕੇ ਪੰਜਾਬ ਦੇ ਵਿੱਚ ਸਾਡੀ ਜਿਹੜੀ ਲੈਂਗੁਏਜ ਆ ਪੰਜਾਬੀ ਨੂੰ, ਉਹ ਕਮਰਸ਼ਲਾਈਜੇਸ਼ਨ ਦਾ ਛੱਡੋ, ਮੈਂ ਜਿਹੜੇ ਕਿ ਬੌਧਿਕ ਜਿਹੜੇ ਤੁਸੀਂ ਗੱਲਾਂ ਕੀਤੀਆਂ, ਨੈਤਿਕਤਾ ਦੀ ਗੱਲ ਕੀਤੀ ਹੈਗੀ ਆ, ਜਿਹੜੀ ਹੈਗੀ ਹੈ ਕਿ ਉਹਦੀ ਵਿੱਦਿਆ ਵੀ ਪੰਜਾਬੀ ਦੇ ਵਿੱਚ ਦਿੱਤੀ ਨਹੀਂ ਜਾਂਦੀ ਅੱਜ ਕੱਲ੍ਹ ਮਾਡਰਨ ਸਕੂਲਾਂ ਦੇ ਵਿੱਚ। ਇਹ ਤੇ ਅਸੀਂ ਜ਼ਰੂਰ ਗੱਲ ਕਰਾਂਗੇ, ਇੱਕ ਲੰਬਾ ਟੌਪਿਕ ਹੈਗਾ। ਮੈਂ ਜ਼ਰੂਰ ਸਰਦਾਰ ਅਜੈਬ ਸਿੰਘ ਜੀ ਕੋਲ ਜਾਣਾ ਚਾਹੂੰਗਾ। ਚੱਟ ਸਾਹਿਬ ਜ਼ਰੂਰ ਦੱਸੋ, ਮੇਰਾ ਸਟੇਟ ਫੋਰਵਰਡ ਕੁਐਸਚਨ ਹੈ, ਕਾਨਫਰੰਸ 9ਵੀਂ ਕਾਨਫਰੰਸ ਹੈਗੀ ਹੈ, ਸਾਡਾ ਜਿਹੜੇ ਫਿਊਚਰ ਹੈਗਾ, ਖਾਸ ਕੇ ਸਾਡੇ ਜਿਹੜੇ ਨੌਜਵਾਨ ਹੈ, ਉਹਨਾਂ ਨੂੰ ਕੀ ਫਾਇਦਾ ਹੋਏਗਾ? ਫਾਇਦਾ, ਜਿਹੜੀ ਵਰਲਡ ਪੰਜਾਬੀ ਕਾਨਫਰੰਸ ਹੁੰਦੀ ਆ ਨਾ ਜੀ, ਉਹਦੇ ਵਿੱਚ ਵਿਦਵਾਨ ਲੋਕ ਬਹਿੰਦੇ ਹੈਗੇ ਆ, ਤੇ ਉਹ ਸੋਚਦੇ ਆ ਵੀ ਸਾਨੂੰ ਪਹਿਲਾਂ ਸਭ ਤੋਂ ਇਹਦਾ ਨਾਮ ਵਰਲਡ ਪੰਜਾਬੀ ਕਾਨਫਰੰਸ ਰੱਖਿਆ ਜਾਂਦਾ। ਅਸੀਂ ਭਾਸ਼ਾ ਦੀ ਸਥਿਤੀ ਤਾਂ ਦੇਖਦੇ ਹੈਗੇ ਆ, ਤੇ ਜਿਹੜੀਆਂ ਇੰਨੇ ਤਰ੍ਹਾਂ ਤੋਂ ਅਸੀਂ ਲੱਗੇ ਹੋਏ ਹੈਗੇ ਆ, ਇਹਨਾਂ ਵਰਕਸ਼ਾਪਾਂ ਲਾ ਕੇ ਅਸੀਂ ਪੰਜਾਬੀਆਂ ਨੂੰ ਜਦੋਂ ਬਹੁਤਿਆਂ ਨੂੰ ਸਿਰਫ 35 ਅੱਖਰ ਹੀ ਸੁਣਨ ਤੋਂ ਆਖਣ ਨੂੰ ਆਖਿਆ, ਤੇ 50% ਨੂੰ ਅੱਖਰ ਨਹੀਂ ਆਏ, 35 ਅੱਖਰ ਨਹੀਂ ਆਏ, ਤੇ ਮੁੱਢਲੀ ਜਾਣਕਾਰੀ ਪੰਜਾਬ ਬਾਰੇ ਕੋਈ ਵੀ ਪੁੱਛ ਲਓ ਅਗਲੇ ਨੂੰ ਨਹੀਂ ਆਈ। ਪਰ ਇਹ ਤਾਂ ਹੋ ਗਿਆ, ਕਿਸੇ ਨੂੰ ਜਦੋਂ ਪੁੱਛਦੇ ਵੀ ਅਗਲੇ ਨੂੰ ਨਹੀਂ ਆਉਂਦੇ ਤਾਂ ਅਗਲਾ ਵੀ ਫੀਲ ਕਰਦਾ ਵੀ ਮੈਨੂੰ ਗਲਤ ਕਰ ਰਿਹਾ ਹੈਗਾ। ਪਰ ਇੱਕੋ ਇੱਕ ਜਿਹੜਾ ਪੁਰਾਣਾ ਸੁਝਾਅ ਕੱਢਿਆ ਹੈਗਾ, ਕਿਸੇ ਵੀ ਬੰਦੇ ਵੀ ਕਿਸੇ ਵੀ ਪੰਜਾਬੀ ਨੂੰ ਸਿਰਫ 24 ਘੰਟੇ ਦੇ ਦਿਓ। ਜੇ ਤੁਸੀਂ ਅਚਾਨਕ ਕਿਸੇ ਨੂੰ ਪੁੱਛੋਗੇ 50% ਦੱਸਦੇ ਆ ਤੇ 50% ਨਹੀਂ ਦੱਸਦੇ, ਤੇ ਜੇ ਸਿਰਫ 24 ਘੰਟੇ ਬਾਅਦ ਕਹਿ ਦਿਓ ਵੀ ਕੱਲ ਨੂੰ ਤੇ ਕੋ 35 ਅੱਖਰ ਸੁਣਨੇ ਆ, ਰਿਜ਼ਲਟ ਇਹਦਾ 100% ਹੈਗਾ। ਜਿਹੜਾ ਤੁਸੀਂ ਅੱਖਰ ਹੇਠਾਂ ਲਿਖਣੇ ਉੱਪਰ ਲਿਖਣੇ, ਉਹਦੀ ਬਜਾਏ ਜੇ ਸਾਡੀ ਸਰਕਾਰ ਵੱਲੋਂ ਹੋ ਜਾਵੇ ਤੁਹਾਡੇ ਸਾਰੇ ਮੁਲਾਜ਼ਮਾਂ ਨੂੰ ਹੀ ਸਿਰਫ 35 ਅੱਖਰ ਘੱਟੋ ਘੱਟ ਸਾਨੂੰ ਚਾਹੀਦਾ ਵੀ 1 ਨਵੰਬਰ ਨੂੰ ਤੇ 21 ਫਰਵਰੀ ਨੂੰ ਹਰੇਕ ਪੰਜਾਬੀ ਦੇ ਕੋਲੋਂ ਪੰਜਾਬੀ ਅੱਖਰਾਂ ਵਿੱਚ ਕੋਈ ਪੰਜਾਬੀ 35 ਅੱਖਰ ਸੁਣਨੇ ਹੈਗੇ ਆ। ਇਸੇ ਇੱਕੋ ਨਿੱਕੇ ਜਿਹੇ ਫਾਰਮੂਲੇ ਨਾਲ ਜਿਹੜਾ ਸਾਡਾ ਜਗਤ ਪੰਜਾਬੀ ਸਭਾ ਨੇ ਕੱਢਿਆ ਹੈਗਾ ਵਾ, ਮੇਰੇ ਖਿਆਲ ਆ ਹਰੇਕ ਪੰਜਾਬੀ, ਦੁਨੀਆ ਦਾ ਹਰੇਕ ਪੰਜਾਬੀ 35 ਅੱਖਰ ਸਿੱਖ ਜਾਊਗਾ, ਤੇ ਪੰਜਾਬੀ ਦੀ ਮੁੱਢਲੀ ਜਾਣਕਾਰੀ ਪੰਜਾਬ ਦੀ ਪੰਜਾਬੀਅਤ ਬਾਰੇ ਇਹ ਲੈ ਲੂਗਾ। ਅਸੀਂ ਇਹ 'ਤੇ ਜ਼ੋਰ ਲਾ ਰਹੇ ਹੈਗੇ ਆ, ਤੇ ਮੈਂ ਕਾਫੀ ਅਸੀਂ ਕਾਮਯਾਬ ਵੀ ਹੋਏ ਹੈਗੇ ਆ। ਜੀ ਬਿਲਕੁਲ, ਕਾਨਫਰੰਸ ਬਾਰੇ ਜ਼ਰੂਰ ਦੱਸੋ ਸਾਨੂੰ, ਜਿਹੜੀ ਕਾਨਫਰੰਸ ਹੋਣੀ ਹੈ ਇਹਦਾ ਜਿਹੜਾ ਕਿ ਕਿਵੇਂ ਪਾਰਟਿਸਿਪੇਟ ਕਰ ਸਕਦਾ? ਇਹਦੇ ਲਈ ਜਿਹੜੀ 23, 24, 25 ਕੱਲ੍ਹ ਨੂੰ ਹੀ ਕੇ ਕਾਨਫਰੰਸ ਸਾਡੀ ਸ਼ੁਰੂ ਹੋ ਰਹੀ ਹੈਗੀ ਆ। ਕੱਲ੍ਹ ਨੂੰ ਸ਼ਾਮੀ ਸਾਡਾ ਟਾਈਮ ਜਿਹੜਾ ਹੈਗਾ ਵਾ ਜੀ 3:30 ਵਜੇ ਤੋਂ ਲੈ ਕੇ 7 ਵਜੇ ਤੱਕ, 3:30 ਵਜੇ ਤੱਕ ਬੰਦੇ ਸਾਰੇ ਪਹੁੰਚ ਜਾਣ, ਤੇ 4 ਵਜੇ ਅਸੀਂ ਸ਼ੁਰੂ ਰਿਬਨ ਕੱਟ ਕੇ ਅਸੀਂ ਸ਼ੁਰੂ ਕਰਾਂਗੇ ਸ਼ੁਰੂਆਤੀ ਵਿੱਚ। ਤੇ ਇੱਕ ਨਾਲ ਮੈਂ ਦੱਸਦਾ ਜਾਵਾਂ ਵੀ ਸਾਧ ਦਲਜੀਤ ਸਿੰਘ ਜੀ ਮੇਰੇ ਗੁਰੂ ਵੀ ਆ, ਮੈਂ ਉਹਨਾਂ ਕੋਲ ਲਾਅ ਦੇ ਵਿੱਚ ਪਟਿਆਲੇ ਪੜ੍ਹਿਆ ਵੀ ਆ, ਮੇਰੇ ਬੱਚੇ ਵੀ ਪੜ੍ਹੇ ਹੈਗੇ ਆ, ਤੇ ਮੁੜ ਕੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸਾਹਿਬਾਨ ਵੀ ਇਹ ਰਹੇ ਹੈਗੇ ਆ। ਤੇ ਇਹ ਸਾਡਾ 2009 ਤੋਂ ਕਾਨਫਰੰਸ ਆ, ਉਸ ਦਿਨ ਤੋਂ ਫੀਤਾ ਕੱਟਣ ਤੋਂ ਲੈ ਕੇ ਉਸ ਦਿਨ ਵੀ ਤੇ ਅੱਜ ਵੀ ਸਾਡੇ ਨਾਲ ਆ ਜੀ। ਤੇ ਸਾਨੂੰ ਦੇਖਿਆ ਜਾਵੇ 25 ਬੰਦਿਆਂ ਨੇ, ਅਸੀਂ ਇੰਟਾਰੀਓ ਫਰੈਂਡਸ ਕਲੱਬ ਦੇ 25 ਬੰਦਿਆਂ ਨੇ ਸ਼ੁਰੂ ਕੀਤੀ ਸੀਗੀ, ਜਿਨ੍ਹਾਂ 'ਚੋਂ ਅੱਜ ਵੀ 23 ਮੈਂਬਰ ਸਾਡੇ ਨਾਲ ਹੈਗੇ ਆ। ਤੇ ਜਦੋਂ ਕਿ ਦੋਸਤੀ ਦੇਖਣੀ ਹੋਵੇ ਤੇ ਲੰਬੇ ਚਿਰ ਚੱਲਦੀ ਹੋਵੇ ਤੇ ਉਦੋਂ ਸਭ ਤੋਂ ਵਧੀਆ ਹੁੰਦੀ ਹੈਗੀ। ਹੁਣ ਮੇਰਾ ਸਬੰਧ ਜਿਹੜਾ 1978 ਤੋਂ ਲੈ ਕੇ ਹੁਣ ਤੱਕ ਸਾਲ ਗਿਣਨ ਲੱਗੋ ਤੇ ਮੇਰੇ ਖਿਆਲ 43-44 ਸਾਲ ਸਾਡੇ ਹੋ ਗਏ ਆ, ਸਬੰਧਾਂ ਨੂੰ ਹੋ ਗਏ ਹੈਗੇ ਆ। ਉਸੇ ਤਰ੍ਹਾਂ ਚੱਲੇ ਜਾਂਦੇ, ਜੋ ਤੁਹਾਡੇ ਅਸੂਲਾਂ ਦੀ ਸਾਂਝ ਹੋਵੇ ਤੇ ਲੰਮੇ ਚਿਰ ਤੱਕ ਚੱਲਦੀ ਹੈਗੀ ਆ।
ਤੇ ਖਾਸ ਜਦੋਂ ਇਹੋ ਜਿਹੇ ਸਬੰਧ ਵੀ ਹੋਣ ਤੇ ਮੈਂ ਇੱਕ ਹੋਰ ਲੇਖਕ ਨਹੀਂ ਗਾ, ਰਾਈਟਰ ਨਹੀਂ ਗਾ, ਤੇ ਉਹ ਇਸ ਕਰਕੇ ਹੋ ਜਾਂਦਾ ਵੀ ਜੇ ਇੰਨੇ ਵਿਦਵਾਨ ਇਕੱਠੇ ਕਰਦੇ ਤੇ ਇਹਨਾਂ ਦਾ ਫਾਇਦਾ ਵੀ ਉਠਾਇਆ ਜਾਵੇ। ਜਿਵੇਂ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਕੈਦੇ ਨੂਰ ਜਿਹੜਾ ਖਤਮ ਹੋ ਚੁੱਕਾ ਸੀਗਾ, ਅੰਗਰੇਜ਼ਾਂ ਨੇ ਖਤਮ ਕਰਤਾ ਸੀ ਕਿਉਂਕਿ ਉਹ ਕੈਦੇ 'ਚ ਫਾਰਸੀ ਪੜ੍ਹਾਉਂਦੇ ਸੀਗੇ, ਤੇ ਹੁਣ ਜਿਹੜਾ ਤਿਆਰ ਕੀਤਾ ਉਹਨੂੰ ਨਾ ਹੀ ਕੈਦਾ ਹੈਗਾ ਵਾ, ਉਹ 600 ਗ੍ਰਾਮ ਦਾ 204 ਪੇਜ ਦੀ ਕਿਤਾਬ ਵਰਗਾ ਹੈਗਾ। ਜਿਹੜਾ ਉਹਨੂੰ ਪੜ੍ਹ ਲਵੇ, ਦੂਜੀਆਂ ਇਕੱਲੇ ਭਾਸ਼ਾਵਾਂ ਨਹੀਂ ਸਿੱਖਦੇ ਤੁਸੀਂ, ਉਹਨੂੰ ਪੜ੍ਹਨ ਦੇ ਨਾਲ ਤੁਹਾਨੂੰ ਕਿਸੇ ਟੀਚਰ ਦੀ ਲੋੜ ਨਹੀਂ ਗੀ। ਤੁਹਾਡੀ ਭਾਸ਼ਾ ਜਿਹੜੀ ਤੁਹਾਨੂੰ ਚਾਹੇ ਤੁਹਾਨੂੰ ਗੁਰਮੁਖੀ ਆਉਂਦੀ ਹੈਗੀ ਆ, ਗੁਰਮੁਖੀ ਦੇ ਰਾਹੀਂ ਤੁਸੀਂ ਤੀਜੀਆਂ ਤਿੰਨ ਭਾਸ਼ਾਵਾਂ ਸਿੱਖ ਸਕਦੇ ਹੋ, ਇੰਗਲਿਸ਼ ਦੇ ਰਾਹੀਂ। ਉਹਦੇ ਲਈ ਪੰਜਾਬ ਜਿਹੜੇ ਬੰਦੇ ਰਹਿੰਦੇ ਗੁਰਮੁਖੀ ਜਾਣਦੇ ਹੈਗੇ ਆ, ਉਹਦੇ ਨਾਲੋਂ ਹਿੰਦੀ ਜਿਹੜੀ ਹੈਗੀ ਆ ਇਹਨਾਂ ਦੀ ਸ਼ਾਹਮੁਖੀ ਤੇ ਅੰਗਰੇਜ਼ੀ ਸਿੱਖ ਲੈਣਗੇ। ਤੇ ਸਾਡੇ ਜਿਹੜੇ ਬਾਹਰਲੇ ਦੇਸ਼ਾਂ ਇੱਧਰ ਬੈਠੇ ਬੱਚੇ ਹੈਗੇ ਜਿਹਨਾਂ ਨੂੰ ਇੰਗਲਿਸ਼ ਇਕੱਲੀ ਆਉਂਦੀ ਆ, ਇੰਗਲਿਸ਼ ਨਾਲ ਦੂਜੀਆਂ ਭਾਸ਼ਾਵਾਂ ਸਿੱਖ ਲੈਣਗੇ, ਟੀਚਰ ਤੋਂ ਬਿਨਾਂ ਸਿੱਖ ਸਕਦੇ ਹੈਗੇ ਆ। ਤੇ ਕੋਰਸ ਇਹ ਵੀ 3 ਮਹੀਨੇ ਦਾ ਹੀ ਆ। ਮਹਾਰਾਜਾ ਰਣਜੀਤ ਸਿੰਘ ਦਾ 3 ਮਹੀਨੇ ਦਾ ਸੀ, ਇਹ ਵੀ 3 ਮਹੀਨੇ ਦਾ ਹੀ ਆ। 3 ਮਹੀਨੇ ਕੈਦਾ-ਈ-ਨੂਰ ਕਿਵੇਂ ਅਵੇਲੇਬਲ ਹੈਗਾ ਜੀ? ਕੈਦੇ-ਈ-ਨੂਰ ਜਿਹੜਾ ਹੈਗਾ ਜੀ ਉਹ ਸਾਡੇ ਕੋਲ ਇਸ ਵੇਲੇ ਇੰਡੀਆ 'ਚ ਹੈਗਾ, ਆਪਣੇ ਸਾਡੇ ਕੋਲ ਇੱਥੇ ਵੀ ਆਈ ਹੋਈਆਂ। ਜਿਹਨੂੰ ਵੀ ਪ੍ਰਾਪਤ ਕਰਨੀ ਹੋਵੇ ਉਹ ਡਾਕਟਰ ਸੰਤੋਖ ਸਿੰਘ ਸੰਧੂ ਉਹਨਾਂ ਨੂੰ ਕਾਲ ਕਰਕੇ 416 587 ਤੇ 7000 ਤੇ ਫੋਨ ਕਰਕੇ ਉਹ ਲੈ ਸਕਦਾ। ਪਰ ਉਹ ਮਿਲਣਾ ਮੁੱਲ ਹੀ ਆ, ਕਿਉਂਕਿ ਇਹਨੂੰ ਜੇ ਫ੍ਰੀ ਅਸੀਂ ਦੇ ਵੀ ਦਈਏ ਤੇ ਉਹਦੀ ਕੋਈ ਕਦਰ ਨਹੀਂ ਪਾਉਂਦਾ ਕੋਈ। ਜਿਹਨੇ ਵੀ ਲੈਣਾ ਹੋਵੇ $20 ਵਿੱਚ ਉਹ ਲੈ ਸਕਦਾ ਹੈਗਾ। ਨਾਲ ਇੱਕ ਰਿਲੈਕਸੇਸ਼ਨ ਹੈਗੀ ਆ, ਉਹ 15 ਦਿਨ ਪੜ੍ਹ ਲਵੇ, ਮਹੀਨਾ ਪੜ੍ਹ ਲਵੇ, ਸਾਲ ਪੜ੍ਹ ਲਵੇ, ਉਹ ਸਾਨੂੰ ਵਾਪਸ ਕਰ ਦਿਓ ਤਾਂ ਆਪਦੇ $20 ਲੈ ਜਾਵੇ। ਇਹਦੀ ਤੁਹਾਨੂੰ ਗਰੰਟੀ ਅਸੀਂ ਕਰ ਸਕਦੇ ਹੈਗੇ ਆ। ਤੁਹਾਨੂੰ ਨਾ ਪਸੰਦ ਹੋਵੇ ਤੁਸੀਂ ਵਾਪਸ ਲੈ ਜਾਓ ਤੁਸੀਂ, ਕਿਉਂਕਿ ਅੱਜ ਤੱਕ ਸਾਡੇ ਕੋਲ ਜਿਨ੍ਹਾਂ ਨੂੰ ਕਿਹਾ ਸੀਗਾ ਉਹਨਾਂ ਨੇ ਵਾਪਸ ਤਾਂ ਕੀ ਕਰਨਾ ਸੀ, 2-2 ਕਹਿੰਦੇ ਹੋਰ ਹੀ ਮੰਗਾਇਆ ਆਪਦੇ ਬੱਚਿਆਂ ਲਈ। ਉਹਦੇ ਕਹਿੰਦੇ ਅਸੀਂ ਬੱਚਿਆਂ ਦੂਜਿਆਂ ਨੂੰ ਗਿਫਟ ਵੀ ਦੇਣਾ ਹੁੰਦਾ ਹੈਗਾ, ਅਸੀਂ ਗਿਫਟ ਵੀ ਅਸੀਂ ਕੈਦੇ-ਨੂਰ ਦਾ ਦਿੰਦੇ ਹੈਗੇ। ਕੈਦਾ-ਈ-ਨੂਰ ਇੱਕ ਤਰ੍ਹਾਂ ਦੀ ਐਪ ਹੋਗੀ ਇਨ ਫਾਰਮ ਆਫ, ਇਹਦੇ ਵਿੱਚ ਹਰੇਕ ਚੀਜ਼ ਤੁਸੀਂ ਕਹਿ ਰਹੇ ਹੋ ਟਰਾਂਸਲੇਟ ਵੀ ਹੋ ਸਕਦਾ, ਲੈਂਗੁਏਜ ਸਿੱਖੀ ਵੀ ਜਾ ਸਕਦੀ ਹੈ, 3 ਲੈਂਗੁਏਜ ਤੁਸੀਂ ਜਿਵੇਂ ਗੱਲ ਕੀਤੀ ਹੈਗੀ ਹੈ। ਮੇਰੇ ਕੋਲ ਐਪ ਦਾ ਤਾਂ ਮੈਨੂੰ ਪਤਾ ਨਹੀਂਗਾ ਜੀ, ਤੇ ਮੇਰੇ ਕੋਲ ਸਿਰਫ ਬੁੱਕ ਵਾ ਜੀ। ਨਹੀਂ, ਬੁੱਕ ਤਰ੍ਹਾਂ ਇੱਕ ਤਰ੍ਹਾਂ ਦੀ ਐਪ ਵਰਕ ਕਰਦੀ। ਹਾਂਜੀ, ਉਹ ਜਿਹੜੀ ਬੁੱਕ ਹੈਗੀ ਆ ਉਹਦੇ ਵਿੱਚ ਬੜੇ ਸਿੰਪਲ ਢੰਗ ਦੇ ਨਾਲ, ਤੇ ਤੁਹਾਨੂੰ ਮੈਂ ਕੱਲ ਨੂੰ ਦਿਖਾਲ ਵੀ ਜਾਊਂਗਾ, ਮੈਨੂੰ ਅੱਜ ਪਤਾ ਨਹੀਂ ਸੀ, ਮੈਨੂੰ ਨਾਲ ਹੀ ਲੈ ਆਉਂਦਾ, ਤੁਹਾਨੂੰ ਦਿਖਾਲ ਵੀ ਜਾਂਦਾ ਤੁਹਾਨੂੰ ਮੈਂ। ਵਰਲਡ ਕਾਨਫਰੰਸ ਦੇ ਵਿੱਚ ਕੱਲ ਉੱਥੇ ਮੌਜੂਦ, ਉੱਥੇ ਅਵੇਲੇਬਲ ਹੋਊਗਾ। ਮੈਂ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਕੈਦਾ-ਈ-ਨੂਰ ਅਗਰ ਤੁਸੀਂ ਆਪਣੇ ਬੱਚਿਆਂ ਨਾਲ ਵਿਜ਼ਿਟ ਕਰੋ, ਜ਼ਰੂਰ ਅਸੀਂ ਐਡਰੈਸ ਵੀ ਆਪਣੇ ਸਟੂਡੀਓ ਨੂੰ ਕਹਾਂਗੇ ਉੱਥੇ ਪੇਸ਼ ਕੀਤਾ ਜਾਵੇ, ਤੇ ਉੱਥੇ ਜ਼ਰੂਰ ਇਹ ਕੈਦਾ-ਈ-ਨੂਰ ਯੰਗ ਬੱਚਿਆਂ ਵਾਸਤੇ ਬਹੁਤ ਫਾਇਦਾ ਹੈ ਜੀ। ਤੱਠਾ ਸਾਹਿਬ ਬਸ ਇਹ ਆ ਜੀ, ਇੱਕ ਸੀਗਾ ਜੀ ਪੁਰਾਣੇ ਜ਼ਮਾਨੇ ਵਿੱਚ ਕਹਿੰਦੇ ਵੀ ਕਿਸੇ ਬੱਚੇ ਨੂੰ ਇੱਕ ਮਿਊਜ਼ਿਕ ਸਿਖਾ ਦਿਓ ਤੇ ਇੱਕ ਕਿਸੇ ਬਹਾਦਰ ਸੂਰਬੀਰੇ ਦੀ ਕਹਾਣੀ ਸੁਣਾ ਦਿਓ ਤਾਂ ਬੱਚਾ ਸਾਰੀ ਉਮਰ ਕਦੀ ਖਰਾਬ ਨਹੀਂ ਹੁੰਦਾ। ਤੇ ਇਸ ਕਰਕੇ ਅਸੀਂ ਕੱਲ ਨੂੰ ਇੱਕ ਗਾਣਾ ਵੀ ਰਿਲੀਜ਼ ਕਰ ਰਹੇ ਹੈਗੇ ਆ, ਜਿਹੜਾ ਊੜਾ ਐੜਾ ਬੋਲਣਾ ਕਦੇ ਨਾ ਡੋਲਣਾ, ਜਿਹੜਾ ਕਦੀ ਆਸ਼ਾ ਭੋਸਲੇ ਜੀ ਨੇ ਗਾਇਆ ਸੀਗਾ, ਉਹ ਕੱਲ ਨੂੰ ਮਿਸਰ ਰਮਨ ਦਾ ਗਾਇਆ ਹੋਇਆ ਗਾਣਾ ਕੱਲ ਨੂੰ ਅਸੀਂ ਉਹ ਵੀ ਰਿਲੀਜ਼ ਕਰਾਂਗੇ। ਤੇ ਇੱਕ ਯੋਧਾ ਸੂਰਬੀਰ ਹਰਬਖਸ਼ ਸਿੰਘ, ਜਿਹੜੇ ਜਨਰਲ ਹਰਬਖਸ਼ ਸਿੰਘ ਹੋਏ ਹੈਗੇ ਆ, ਉਹਦੀ ਵੀ ਡਾਕੂਮੈਂਟਰੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਜਨਰਲ ਹਰਬਖਸ਼ ਸਿੰਘ ਕੌਣ ਸੀਗਾ? ਜੇ ਅੱਜ ਕਿਸੇ ਨੂੰ ਪੁੱਛੋ, ਮੈਂ 3-4 ਵਾਰੀ ਪੁੱਛਿਆ, 300-400 ਬੰਦੇ ਨੂੰ ਪੁੱਛਿਆ, 2 ਬੰਦੇ ਨੇ ਹੱਥ ਖੜਾ ਕੀਤਾ ਸੀ, ਹਾਂਜੀ ਹਰਬਖਸ਼ ਸਿੰਘ ਸੀ। ਕਈਆਂ ਨੂੰ ਨਹੀਂ ਪਤਾ, 1965 ਦੇ ਹੀਰੋ ਸੀ ਉਹ ਲੜਾਈ ਦੇ, ਜਿਹੜੀ ਅਸੀਂ ਪਾਕਿਸਤਾਨ ਨਾਲ ਲੜੀ ਸੀਗੀ। ਤੇ ਉਹਦੀ ਸੂਰਬੀਰ ਦੀ ਕਹਾਣੀ ਵੀ ਕੱਲ੍ਹ ਨੂੰ ਉਹ ਡਾਕੂਮੈਂਟਰੀ ਵੀ ਦਿਖਾਈ ਜਾਊਗੀ ਜੀ। ਬਿਲਕੁਲ, ਜ਼ਰੂਰ ਸਰਦਾਰ ਬਲਜੀਤ ਸਿੰਘ ਜੀ, ਤੁਸੀਂ USA ਤੋਂ ਆਏ, ਜ਼ਰੂਰ ਦੱਸੋ ਸਾਨੂੰ ਜਿਹੜੀ ਕਾਨਫਰੰਸ ਜੁਆਇਨ ਕਰਨ ਵਾਸਤੇ ਆਏ ਹੋ, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। ਸ਼ੋਰ, ਥੈਂਕ ਯੂ ਜੀ। ਮੈਂ ਐਕਚੁਅਲੀ ਪਹਿਲਾਂ ਥੋੜਾ ਬੈਕਗ੍ਰਾਉਂਡ ਦੱਸਣਾ ਚਾਹੁੰਦਾ ਕਿ ਮੈਂ USA ਤੋਂ ਇੱਥੇ ਕਿੱਦਾਂ ਪਹੁੰਚ ਗਿਆ ਹਾਂ। ਠੀਕ ਹੈ। ਮੈਂ ਸਰਦਾਰ ਅਜੈਬ ਸਿੰਘ ਚੱਠਾ ਤੇ ਸਰਦਾਰ ਸਰਦੂਲ ਸਿੰਘ ਥਿਆਰਾ ਨਾਲ ਕੋਵਿਡ ਤੋਂ ਪਹਿਲਾਂ 2020 ਚ ਜੁੜਿਆ ਹੈਗਾ। ਇਨਫੈਕਟ ਸਾਡੀ ਇੱਕ ਚੈਰਿਟੀ ਐਸੋਸੀਏਸ਼ਨ ਹੈਗੀ ਹੈ, ਰੋਰ ਫॉर ਚੇਂਜ। ਇਹ USA ਚ 501c ਚੈਰਿਟੀ ਐਸੋਸੀਏਸ਼ਨ ਹੈਗੀ ਹੈ। ਇਸ ਤਰ੍ਹਾਂ ਹੀ ਇੰਡੀਆ ਵਿੱਚ ਵੀ ਹੈਗੀ ਹੈ ATG। ਤਾਂ ਅਸੀਂ ਇੰਡੀਆ ਵਿੱਚ ਇੰਟਰਨੈਸ਼ਨਲ ਬੈਟਰ ਲਰਨਿੰਗ ਐਂਡ ਟੀਚਿੰਗ ਕਾਨਫਰੰਸ ਕਰਾਉਂਦੇ ਹੈਗੇ ਆ। ਤਾਂ ਅਸੀਂ ਜਗਤ ਪੰਜਾਬੀ ਸਭਾ ਨਾਲ ਮਿਲ ਕੇ ਪਹਿਲੀ ਕਾਨਫਰੰਸ ਪ੍ਰੀ ਕੋਵਿਡ ਕਰਾਈ ਸੀ ਫੈਬਰੀ 21-22 2020 ਚ। ਤਦ ਦੇ ਅਸੀਂ ਜੁੜੇ ਹੈਗੇ ਆ। ਤਾਂ ਦੂਜੀ ਸਾਡੀ ਕਾਨਫਰੰਸ ਹੁਣੇ ਹੀ ਬੰਬੇ ਵਿੱਚ ਫੈਬਰੀ ਇਸ ਸਾਲ ਵੀ ਹੋਈ ਹੈਗੀ ਹੈ, ਤਾਂ ਤੀਜੀ ਹੁਣ ਹੋਣ ਲੱਗੀ ਹੈ। ਤਾਂ ਮੈਂ ਹਮੇਸ਼ਾ ਹੀ ਕਹਿੰਦਾ ਆਪਾਂ ਉਹ ਸਾਡੀ ਜਨਮ ਭੂਮੀ ਸੀਗੀ ਜਿੱਥੇ ਆਪਾਂ ਇੰਡੀਆ ਛੱਡ ਕੇ ਹੁਣ ਇੱਧਰਲੇ ਪਾਸੇ ਆ ਗਏ ਹਾਂ। ਇਹ ਸਾਡੀ ਕਰਮ ਭੂਮੀ ਹੈ। ਕਈ ਸਾਰੇ ਬੱਚੇ ਜਿਨ੍ਹਾਂ ਨੂੰ ਅਸੀਂ ਮਿਲਦੇ ਹਾਂ, ਨੈਕਸਟ ਜਨਰੇਸ਼ਨ ਜਿਨ੍ਹਾਂ ਦੀ ਕਹਿੰਦੇ ਆ, ਉਹਨਾਂ ਦੀ ਜਨਮ ਭੂਮੀ ਵੀ ਆਈ ਹੈ ਤਾਂ ਕਰਮ ਭੂਮੀ ਵੀ ਆਈ ਹੈਗੀ ਹੈ। ਆਪਾਂ ਨੂੰ ਹੁਣ ਫੋਕਸ ਕਰਨਾ ਹੈ ਕਿ ਵੀ ਜਿਹੜਿਆਂ ਦੀ ਜਨਮ ਭੂਮੀ ਉਹ ਹੈ ਤਾਂ ਕਰਮ ਭੂਮੀ ਆ ਹੋ ਗਈ, ਉਹ ਜੁੜੇ ਆ ਲੈਂਗੁਏਜ ਦੇ ਨਾਲ। ਬਟ ਹੁਣ ਜਿਹੜੀ ਅਗਲੀ ਜਨਰੇਸ਼ਨ ਹੈ ਜਿਨ੍ਹਾਂ ਦੀ ਜਨਮ ਤਾਂ ਕਰਮ ਭੂਮੀ USA ਜਾਂ ਕੈਨੇਡਾ ਹੈਗੀ ਹੈ, ਉਹਨਾਂ ਨੂੰ ਇੱਕ ਕਾਨਫਰੰਸ ਰਾਹੀਂ ਜੋੜੀਏ
ਨਵੇਂ ਤਰੀਕਿਆਂ ਤਰ੍ਹਾਂ ਜੋੜੀਏ ਕਿ ਪੰਜਾਬੀ ਲੈਂਗੁਏਜ ਨੂੰ ਕਿਸ ਤਰ੍ਹਾਂ ਸਿੱਖਣਾ ਹੈਗਾ। ਤਾਂ ਇਹ ਜਿਹੜਾ ਉਪਰਾਲਾ ਜਿਹੜਾ ਸ਼ੁਰੂ ਕੀਤਾ ਹੈਗਾ, ਇਹ ਕੋਈ ਆਮ ਗੱਲ ਨਹੀਂ ਕਿ 9ਵੀਂ ਕਾਨਫਰੰਸ ਕਰਨੀ ਹੈਗੀ ਹੈ। ਇਹਨਾਂ ਨੂੰ ਮਿਲ ਕੇ ਮੈਨੂੰ ਤਾਂ 3 ਚੀਜ਼ਾਂ ਹੀ ਮੈਨੂੰ ਯਾਦ ਆਉਂਦੀਆਂ ਹੈਗੀਆਂ। ਉਹ ਹੈਗੀ ਆ ਪੈਸ਼ਨ, ਪ੍ਰੋਸੈਸ ਤਾਂ ਪੇਸ਼ੈਂਸ। ਤੁਸੀਂ 9ਵੀਂ ਕਾਨਫਰੰਸ ਤਾਈਂ ਪਹੁੰਚਣਾ ਹੈ, ਇਹ 3 ਐਲੀਮੈਂਟਸ ਇਹਨਾਂ 'ਚ ਮੈਂ ਦੇਖਦਾ। ਪੈਸ਼ਨ ਇਹਨਾਂ ਕੋ ਘੁੱਟ ਕੇ ਭਰਿਆ ਹੈਗਾ ਉੱਪਰ ਵਾਲੇ ਦੀ ਦਇਆ ਨਾਲ। ਇਹਨਾਂ ਨੂੰ ਪਤਾ ਹੈਗਾ ਪ੍ਰੋਸੈਸ ਕਾਨਫਰੰਸ ਦਾ ਕਿਸ ਤਰ੍ਹਾਂ ਕਰਨਾ ਹੈਗਾ। ਪੇਸ਼ੈਂਸ ਵੀ ਬਹੁਤ ਹੈਗੀ ਹੈ। ਤਾਂ ਮੈਂ ਬਹੁਤ ਖੁਸ਼ੀ ਹੈ ਕਿ ਮੈਂ ਅੱਜ ਪਹੁੰਚਿਆ USA ਤੋਂ, ਅੱਜ ਬਰੈਂਪਟਨ ਤੁਹਾਡੇ ਸ਼ਹਿਰ। ਤਾਂ ਮੈਂ ਆਮ ਲੁਕਿੰਗ ਫਾਰਵਰਡ ਟੂ ਬੀ ਪਾਰਟ ਆਫ ਦ ਕਾਨਫਰੰਸ। ਜੀ ਬਿਲਕੁਲ, ਵੈਲਕਮ ਟੂ ਬਰੈਂਪਟਨ ਜੀ। ਬਿਲਕੁਲ ਹੈ, ਜਿਵੇਂ ਤੁਸੀਂ ਗੱਲ ਕੀਤੀ ਹੈਗੀ ਹੈ। ਥਿਆਰਾ ਸਾਹਿਬ, ਮੈਂ ਤੁਹਾਡੇ ਕੋਲ ਜਾਣਨਾ ਚਾਹੂੰਗਾ, ਹਰੇਕ ਜਾਣਾ ਜਾਣਦਾ ਤੁਹਾਨੂੰ ਬਰੈਂਪਟਨ ਦੇ ਵਿੱਚ ਤੁਹਾਡਾ ਯੋਗਦਾਨ ਉੱਤੇ। ਜ਼ਰੂਰ ਕਾਨਫਰੰਸ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ, ਇਹ ਇਸ ਵਾਰੀ ਦਾ ਕੀ ਏਜੰਡਾ ਹੈਗਾ, ਕਿਆ ਜਿਹੜੀ ਐਕਟੀਵਿਟੀਜ਼ ਹੋਣਗੀਆਂ, ਕਿਹੜੀਆਂ ਡਿਗਨੇਟਰੀਜ਼ ਜਿਹੜੀਆਂ ਆਉਂਗੀਆਂ ਜੀ। ਜ਼ਰੂਰ ਅਰਵਿੰਦ ਜੀ, ਸਭ ਤੋਂ ਪਹਿਲਾਂ ਤੁਹਾਡੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਸਟਾਫ ਨੂੰ ਮੇਰੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਕਾਨਫਰੰਸ ਹੋਣ ਜਾ ਰਹੀ ਜੀ, ਐਸ ਕੱਲ੍ਹ ਤੋਂ ਸ਼ੁਰੂ ਹੋਣੀ ਆ, ਫਰਾਈਡੇ ਤੋਂ 23, 24, 25 ਜੂਨ। ਇਹਦਾ ਵੈਨਿਊ ਹੈਗਾ 340 ਵੁਡਨ ਸਟਰੀਟ ਈਸਟ, ਬਰੈਂਪਟਨ। ਇਹ ਸੈਂਚੁਰੀ ਰਿਕ੍ਰੀਏਸ਼ਨ ਗਾਰਡਨ ਸੈਂਟਰ ਆ ਜੀ, ਉੱਥੇ ਬਰੈਂਪਟਨ ਆਫ ਸਿਟੀ ਦਾ ਬਹੁਤ ਵਧੀਆ ਥਾਂ ਆ, ਉਹ ਉੱਥੇ ਹੁਣ ਜਾ ਰਹੀ ਆ। ਇਸ ਵਰਲਡ ਪੰਜਾਬੀ ਕਾਨਫਰੰਸ ਦੇ ਵਿੱਚ ਸਾਰੇ ਪੋਲੀਟੀਸ਼ੀਅਨ ਜਿੰਨੇ ਹੈਗੇ ਆਪਣੇ ontario ਦੇ ਆਲਮੋਸਟ ਤੇ ਕੈਨੇਡਾ ਦੇ 10-12 ਪਹੁੰਚ ਰਹੇ ਆ। ਮੈਂ ਤੁਹਾਨੂੰ ਉਹਦਾ ਨਾਮ ਵੀ ਦੱਸ ਸਕਦਾ। ਰੂਬੀ ਸੋਤਾ ਜੀ, ਮੈਂਬਰ ਪਾਰਲੀਮੈਂਟ ਬਰੈਂਪਟਨ ਤੋਂ, ਸੋਨੀਆ ਸਿੱਧੂ ਜੀ, ਮੈਂਬਰ ਪਾਰਲੀਮੈਂਟ ਬਰੈਂਪਟਨ ਤੋਂ, ਪੈਟਰਿਕ ਬਰਾਊਨ ਮੇਅਰ ਸਾਹਿਬ, ਉਹਦੇ ਨਾਲ ਪ੍ਰਭਮੀਤ ਸਰਕਾਰੀਆ ਜੀ ਜਿਹੜੇ ਆਪਣੇ ontario ਦੇ ਮਿਨਿਸਟਰ ਹਨ, ਹਰਦੀਪ ਸਿੰਘ ਗਰੇਵਾਲ MPP ਬਰੈਂਪਟਨ ਈਸਟ, ਹਰਕੀਰਤ ਸਿੰਘ ਡਿਪਟੀ ਮੇਅਰ ਬਰੈਂਪਟਨ, ਉਹਦੇ ਨਾਲ ਗੁਰਪ੍ਰਤਾਪ ਸਿੰਘ ਤੂਰ, ਨਵਦੀਪ ਬਰਾੜ, ਆਪਣੇ ਕਾਉਂਸਲਰ ਮੈਟ ਮਹੂਨੀ ਪਹੁੰਚ ਰਹੇ ਆ। ਜਿਹੜੀ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਆ ਜੀ ਕਿ ਸਾਡੇ ਕੋਲ ਪੰਜਾਬ ਦਾ ਟੌਪ ਦਾ ਕਮੇਡੀਅਨ ਬਾਲਮਕਨ ਸ਼ਰਮਾ ਜੀ, ਜਿਹੜੇ ਕਿ ਕੱਲ੍ਹ ਨੂੰ ਸ਼ਾਮ ਨੂੰ ਉੱਥੇ 4 ਵਜੇ ਆ ਕੇ ਆਪਣੇ ਹਾਸੇ ਦੇ ਪੁਲ ਬਣਨਗੇ ਪੰਜਾਬੀ ਬੋਲੀ ਦੀ ਤਰੱਕੀ ਲਈ, ਅਤੇ ਉਹਨਾਂ ਨੂੰ ਵੀ ਆਪਾਂ ਸਾਰਿਆਂ ਨੇ ਸੁਣਨਾ। ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਵੱਧ ਤੋਂ ਵੱਧ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਬੰਦਿਆਂ ਨੂੰ ਇਕੱਠੇ ਕਰੀਏ, ਚਾਹੇ ਉਹ ਪੰਜਾਬੀ ਹੋਣ, ਚਾਹੇ ਉਹ ਹਰਿਆਣੇ ਤੋਂ ਹੋਣ, ਚਾਹੇ ਹਿਮਾਚਲ ਤੋਂ ਹੋਣ, ਇੰਡੀਆ ਤੋਂ ਕਿਸੇ ਸੂਬੇ ਨਾਲ ਬੰਦਾ ਪੰਜਾਬੀ ਬੋਲਦਾ ਸਮਝਦਾ, ਉਹਨਾਂ ਨੂੰ ਆਉਣ ਲਈ ਅਪੀਲ ਕਰਦੇ ਹਾਂ। ਇਸੇ ਤਰ੍ਹਾਂ ਹੀ ਸਾਡੇ ਜਿਹੜੇ ਪਾਕਿਸਤਾਨ ਵਾਲੇ ਵੀਰ ਹਨ, ਜਿਹੜੇ ਕਿ ਸਾਡੇ ਨਾਲ ਵੀ ਵਧੀਆ ਉੱਥੇ ਪੰਜਾਬੀ ਬੋਲਦੇ ਆ, ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਤੁਹਾਡਾ ਪ੍ਰੋਗਰਾਮ ਜਿਹੜਾ ਆ ਇਹ ਸਾਰੇ ਹੀ ਦੇਖਦੇ ਆ। ਬਹੁਤ ਹਰਮਨ ਪਿਆਰਾ ਪ੍ਰੋਗਰਾਮ ਆ ਤੁਹਾਡਾ, ਤਾਂ ਕਿ ਇਹ ਸਾਰਾ ਮੈਸੇਜ ਅਸੀਂ ਸਾਰਿਆਂ ਤੱਕ ਪਹੁੰਚ ਸਕੇ। ਇਸ ਕਾਨਫਰੰਸ ਦਾ ਜਿਹੜਾ ਸਭ ਤੋਂ ਵੱਡਾ ਜੀ, ਸਾਡੇ ਪਾਸ ਬਹੁਤ ਸਾਰੇ ਬੁੱਧੀਜੀਵੀ ਪਹੁੰਚ ਚੁੱਕੇ ਹਨ। ਉਹਨਾਂ ਦੀ ਜਿਹੜੀ ਲਿਸਟ ਆ ਸਰਦਾਰ ਅਜੈਬ ਸਿੰਘ ਹੋਣਾ ਕੋਲ ਆ, ਉਹ ਬਣਨਗੇ। ਅਤੇ ਮੈਂ ਤਾਂ ਇਹੋ ਹੀ ਬੇਨਤੀ ਕਰਦਾ ਕਿ ਕੱਲ੍ਹ ਨੂੰ 4 ਵਜੇ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਉੱਥੇ ਇੱਕ ਡਿਕਸ਼ਨਰੀ ਦੇ ਵਿਚਾਰ ਸੁਣੀਏ, ਅਤੇ ਨਾਲ ਉੱਥੇ ਜਿਹੜਾ ਕਾਇਦਾ ਨੂਰ ਜਾਂ ਊੜਾ ਰਿਲੀਜ਼ ਹੋਣਾ, ਕੋਈ ਹੋਰ ਜਿਹੜੇ ਫੰਕਸ਼ਨ ਹੋਣੇ, ਉਹ ਸਾਰੇ ਕੱਲ੍ਹ ਨੂੰ ਦੇਖੀਏ। ਅਤੇ ਸੈਟਰਡੇ 9:30 ਤੋਂ ਲੈ ਕੇ 7 ਵਜੇ ਤੱਕ, ਸੰਡੇ 9:30 ਤੋਂ ਲੈ ਕੇ 7 ਵਜੇ ਤੱਕ ਜਿੰਨੇ ਵੀ ਬੁੱਧੀਜੀਵੀ ਆਏ ਉਹਨਾਂ ਨੇ ਪੇਪਰ ਪੜ੍ਹਨੇ ਆ। ਉਹਨਾਂ ਦੇ ਜਿਹੜੇ ਵਿਚਾਰ ਹੋਣੇ ਉਹ ਬਹੁਤ ਹੀ ਸੁਣਨਯੋਗ ਹੋਣੇ ਆ। ਅਸੀਂ ਸਾਰੀ ਹੀ ਪੰਜਾਬੀ ਕਮਿਊਨਿਟੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਮਵਾ ਕੇ ਪੁੱਜਣ, ਤਾਂ ਕਿ ਉਹਨਾਂ ਤੋਂ ਆਪਾਂ ਲਾਹਾ ਲੈ ਸਕੀਏ ਜੀ। ਬਿਲਕੁਲ ਥਿਆਰਾ ਸਾਹਿਬ, ਇਹ ਜ਼ਰੂਰ ਦੱਸੋ ਸਾਡੇ ਦਰਸ਼ਕਾਂ ਨੂੰ ਕੀ ਏਜੰਡੇ ਰਹੋਗੇ ਕੱਲ੍ਹ ਦੇ ਜਿਹੜੇ ਹੈਗੇ ਕਾਨਫਰੰਸ? ਕੱਲ੍ਹ ਦੀ ਸਾਡੀ ਓਪਨਿੰਗ ਸੈਰਾਮਨੀ ਹੈ ਜੀ, ਹਾਂਜੀ, ਜਿਹਦੇ ਵਿੱਚ ਕਿ ਸਾਰੇ ਇਹ ਪੋਲੀਟੀਕਲ ਜਿਹੜੇ ਬੰਦੇ ਆ ਉਹ ਪਹੁੰਚ ਰਹੇ ਆ। ਉਸ ਤੋਂ ਬਾਅਦ ਬਾਲਮਕਨ ਸ਼ਰਮਾ ਜੀ ਹੋਣਗੇ, ਅਤੇ ਉੱਥੇ ਕੋਈ ਐਂਟਰੀ ਨਹੀਂ। ਸਵੇਰ ਨੂੰ ਸਨੈਕਸ ਮਿਲਣਗੇ, ਲੰਚ ਮਿਲੂਗਾ, ਬਾਅਦ ਦੁਪਹਿਰ ਸਨੈਕਸ ਹੋਊਗਾ, ਸ਼ਾਮ ਨੂੰ ਡਿਨਰ ਹੋਊਗਾ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਪੂਰੇ 3 ਦਿਨ, ਪੂਰੇ 2.5 ਦਿਨ ਹੋ ਜਾਣੇ, ਕੱਲ੍ਹ 4 ਵਜੇ ਸ਼ੁਰੂ ਕਰਕੇ ਆਪਾਂ ਪੁੱਜੀਏ ਉੱਥੇ ਉਹ ਕਾਨਫਰੰਸ ਦਾ ਲਾਹਾ ਲਈਏ ਜੀ। ਬਿਲਕੁਲ, ਸਾਡੇ ਨਾਲ ਸਟੂਡੀਓ ਦੇ ਵਿੱਚ ਸਾਡੇ ਨਾਲ ਹਰਮਿੰਦਰ ਸਿਆਲ ਸਾਹਿਬ ਜੁੜੇ ਹੋਏ ਆ। ਹਰਮਿੰਦਰ ਸਿਆਲ ਸਾਹਿਬ ਡਾਕਟਰ ਦਲਜੀਤ ਜੀ ਦੇ ਸਟੂਡੈਂਟ ਹੈਗੇ ਆ। ਮੈਂ ਜ਼ਰੂਰ ਇਹਨਾਂ ਨਾਲ ਗੱਲ ਕੀਤੀ ਸੀ ਕਿ ਪੰਜਾਬੀ ਕਾਨਫਰੰਸ ਹੋਈ ਆ, ਇਹ ਪੰਜਾਬੀ ਲੈਂਗੁਏਜ ਦੇ ਬਹੁਤ ਵੱਡੇ ਪ੍ਰਮੋਟਰ ਹੈਗੇ ਆ। ਸਿਆਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਾਨੂੰ ਦੱਸੋ। ਥੈਂਕ ਯੂ ਖੋਸਲਾ ਜੀ, ਬਹੁਤ ਬਹੁਤ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਜੀ, ਤੁਸੀਂ ਜਿਹੜਾ ਮੈਨੂੰ ਅੱਜ ਸਾਡੇ ਗੁਰੂ ਜੀ ਦੇ ਦਰਸ਼ਨ ਕਰਾਏ। ਔਰ ਇਹਦੇ ਨਾਲ ਸਾਡੇ ਚੱਠਾ ਸਾਹਿਬ, ਮੇਰੇ ਗੁਰੂ ਭਾਈ, ਮੇਰੇ ਸੀਨੀਅਰ, ਅਤੇ ਆਪਣਾ ਬਹੁਤ ਹੀ ਸਤਿਕਾਰਯੋਗ ਸਾਡੇ ਥਿਆੜਾ ਸਾਹਿਬ ਅਤੇ ਸਾਡੇ ਵੀਰ ਜਿਹੜੇ USA ਤੋਂ ਆਏ ਨੇ, ਮੈਂ ਆਪਣੇ ਵੱਲੋਂ ਬਹੁਤ ਹੀ ਨਿੱਘਾ ਸਵਾਗਤ ਕਰਦਾ। ਔਰ ਬਹੁਤ ਹੀ ਵਧਾਈ ਦੇ ਪਾਤਰ ਹੋ ਤੁਸੀਂ ਸਾਰੇ ਕਿ ਤੁਸੀਂ ਮਾਂ ਬੋਲੀ ਪੰਜਾਬੀ ਲਈ ਇੰਨਾ ਵੱਡਾ ਉਪਰਾਲਾ ਕਰ ਰਹੇ ਹੋ।
ਉਹ ਵੀ ਇੰਟਰਨੈਸ਼ਨਲ ਲੈਵਲ ਤੇ। ਔਰ ਮੇਰਾ ਆਪਣਾ ਇਹ ਮੰਨਣਾ ਹੈ ਕਿ ਜਿਹੜੀਆਂ 3 ਐਲੀਮੈਂਟਸ ਤੁਸੀਂ 3 P ਪੈਸ਼ਨ ਔਰ Process, patience. ਪ੍ਰੋਸੈਸ ਐਂਡ ਪੇਸ਼ੈਂਸ ਦੀ ਗੱਲ ਕੀਤੀ ਆ, ਮੇਰੇ ਖਿਆਲ 'ਚ ਇਹ ਆਈਡੀਅਲਸ ਹਰ ਬੰਦੇ ਦੇ ਕੋਲ ਹੋਣੇ ਚਾਹੀਦੇ ਆ ਕਿਸੇ ਵੀ ਸਕਸੈਸ ਮਿਸ਼ਨ ਨੂੰ ਸਕਸੈਸ ਕਰਨ ਵਾਸਤੇ। ਮੈਂ ਆਪਣੇ ਆਪ ਨੂੰ ਬਹੁਤ ਕੀ ਕਹਿੰਦੇ ਆ ਖੁਸ਼ਕਿਸਮਤ ਸਮਝਦਾ ਕਿ ਮੈਂ ਪ੍ਰੋਫੈਸਰ ਦਲਜੀਤ ਸਿੰਘ ਦਾ ਸਟੂਡੈਂਟ ਆ। ਦੇਖਦੇ ਦੇਖਦੇ 25-26 ਸਾਲ ਕਿੱਦਾਂ ਨਿਕਲ ਗਏ, ਇਹਨਾਂ ਦਾ ਹੱਥ ਸਾਡੇ ਤੇ ਰਿਹਾ ਔਰ ਅਸੀਂ ਬਹੁਤ ਬੁਲੰਦੀਆਂ ਜ਼ਿੰਦਗੀ 'ਚ ਇਹਨਾਂ ਦੇ ਸਦਕੇ ਵੀ ਪ੍ਰਾਪਤ ਕੀਤੀਆਂ। ਇਹਨਾਂ ਦੀ ਬੜੀ ਗਾਈਡੈਂਸ ਸਾਨੂੰ ਰਹੀ ਹੈ ਔਰ ਅੱਜ ਇਸ ਪਲੇਟਫਾਰਮ ਦੇ ਉੱਤੇ ਦੇਖੋ ਇਹਨਾਂ ਦੇ ਆਸ਼ੀਰਵਾਦ ਤੇ ਅੱਜ ਅਸੀਂ ਇੰਟਰਨੈਸ਼ਨਲ ਚੈਨਲ ਤੇ ਬੈਠੇ ਹਾਂ। ਔਰ ਮੇਰਾ ਕੋਈ ਬੜਾਪਨ ਨਹੀਂ, ਅਸੀਂ ਗੁਰੂਆਂ ਨੂੰ ਦੇਖੋ ਅੱਜ ਵੀ ਰੱਬ ਦਾ ਦਰਜਾ ਦਿੰਦੇ ਹਾਂ ਔਰ ਸ਼ਾਇਦ ਇਹ ਵੀ ਮੇਰੇ ਖਿਆਲ ਦੇ ਵਿੱਚ ਅੱਜ ਦੀ ਇਸ ਜਨਰੇਸ਼ਨ ਦੇ ਵਿੱਚ ਕਿਤੇ ਨਾ ਕਿਤੇ ਕਮੀ ਅਸੀਂ ਮਹਿਸੂਸ ਜ਼ਰੂਰ ਕਰਦੇ ਹਾਂ। ਮੈਂ ਤੁਹਾਨੂੰ ਇਹ ਵੀ ਗੱਲ ਦੱਸਾਂਗਾ ਕਿ ਜਦੋਂ ਅਸੀਂ ਪ੍ਰੋਫੈਸ਼ਨ ਦੇ ਵਿੱਚ ਅੱਜ ਅਸੀਂ ਨਵੇਂ ਬੱਚੇ ਦੇਖਦੇ ਹਾਂ, ਜਦੋਂ ਬਾਹਰ 'ਚ ਆਉਂਦੇ ਆ, ਸਾਡੀ ਅੱਜ ਵੀ ਆਦਤ ਹੈ ਕਿ ਜਦੋਂ ਸਾਡਾ ਸੀਨੀਅਰ ਆਂਦਾ ਹੈ ਕੋਰਟ ਰੂਮ ਤੇ ਅਸੀਂ ਖੜੇ ਹੋ ਜਾਂਦੇ ਹਾਂ ਤੇ ਉਹਨੂੰ ਸੀਟ ਆਫਰ ਕਰਦੇ ਹਾਂ, ਪਰ ਇਹ ਚੀਜ਼ ਹੁਣ ਨਵੀਂ ਜਨਰੇਸ਼ਨ 'ਚ ਦੇਖਣ ਨੂੰ ਨਹੀਂ ਮਿਲ ਰਹੀ। ਸੋ ਕਿਤੇ ਨਾ ਕਿਤੇ ਇਹ ਜਿਹੜਾ ਲੈਵਲ ਹੈ ਨਾ, ਇਹ ਵੀ ਘਟ ਰਿਹਾ। ਜਿੱਥੇ ਮੇਰੀ ਇਹ ਵੀ ਬੇਨਤੀ ਹੈ ਕਿ ਜਿੱਥੇ ਅਸੀਂ ਪੰਜਾਬੀ ਮਾਂ ਬੋਲੀ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹਨੂੰ ਉੱਪਰ ਲੈ ਕੇ ਆ ਰਹੇ ਹਾਂ, ਕਿਉਂਕਿ ਦੇਖੋ ਪੰਜਾਬੀ ਐਸਾ ਦੁਨੀਆ ਤੇ ਕੋਈ ਮੁਲਕ ਨਹੀਂ ਜਿੱਥੇ ਪੰਜਾਬੀ ਨਹੀਂ ਵਸਦਾ। ਜਿੱਥੇ ਪੰਜਾਬੀ ਵਸਦਾ ਉੱਥੇ ਪੰਜਾਬੀ ਬੋਲੀ ਵੀ ਵਸਣੀ ਚਾਹੀਦੀ ਹੈ। ਔਰ ਇਹ ਵਾਕਈ ਮੈਂ ਕਹਿੰਦਾ ਕਿ ਇਹ ਸਾਡੇ ਲਈ ਜਾਂ ਪੰਜਾਬੀਆਂ ਲਈ ਇਹ ਕਿਤੇ ਨਾ ਕਿਤੇ ਨੈਤਿਕਤਾ ਸਾਡੇ 'ਚ ਹੋਣੀ ਚਾਹੀਦੀ ਹੈ ਕਿ ਸਾਨੂੰ ਕਦੇ ਸ਼ਰਮ ਨਹੀਂ ਮਹਿਸੂਸ ਕਰਨੀ ਚਾਹੀਦੀ ਕਿ ਅਸੀਂ ਇੰਗਲਿਸ਼ ਨਾ ਬੋਲ ਕੇ ਪੰਜਾਬੀ ਬੋਲਦੇ ਹਾਂ, ਕਿਉਂਕਿ ਕਿਤੇ ਨਾ ਕਿਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਹੀਨ ਭਾਵਨਾ ਜ਼ਰੂਰ ਆਉਂਦੀ ਯਾਰ ਇਹ ਇੰਗਲਿਸ਼ ਨਹੀਂ ਬੋਲਦਾ। ਠੀਕ ਹੈ, ਇੰਗਲਿਸ਼ ਇਜ਼ ਆ ਮੀਡੀਅਮ ਆਫ ਕਮਿਊਨੀਕੇਸ਼ਨ ਐਟ ਇੰਟਰਨੈਸ਼ਨਲ ਲੈਵਲ, ਲੇਕਿਨ ਅਗਰ ਅਸੀਂ ਇੰਗਲਿਸ਼ ਸਿੱਖ ਸਕਦੇ ਹਾਂ ਤਾਂ ਅਸੀਂ ਦੂਜਿਆਂ ਨੂੰ ਪੰਜਾਬੀ ਵੀ ਬੋਲਣੀ ਸਿਖਾ ਸਕਦੇ ਹਾਂ। ਸੋ ਮੇਰਾ ਇੱਕ ਵਾਰੀ ਫਿਰ ਤੁਹਾਨੂੰ ਸਭ ਨੂੰ ਵਧਾਈ ਦੇਣ ਦਾ ਪੂਰਾ ਮਨ ਹੈ ਔਰ ਮੈਂ ਤੁਹਾਨੂੰ ਵਧਾਈ ਦਾ ਪਾਤਰ ਸਮਝਦਾ। ਤੁਸੀਂ ਜਿੱਦਾਂ ਥਿਆੜਾ ਸਾਹਿਬ 9ਵੀਂ ਇੰਟਰਨੈਸ਼ਨਲ ਕਾਨਫਰੰਸ ਕਰਾ ਰਹੇ ਆ, ਵਾਹਿਗੁਰੂ ਕਰੇ ਇੱਦਾਂ ਹੀ ਹੋਰ ਵੀ ਬੁੱਧੀਜੀਵੀ ਤੁਹਾਡੇ ਨਾਲ ਸਾਡੇ ਨਾਲ ਸਾਰਿਆਂ ਨਾਲ ਜੁੜਨ ਔਰ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨਾਂ ਨੂੰ ਇੱਦਾਂ ਹੀ ਆਪਣੀ ਮਾਂ ਬੋਲੀ ਦੇ ਨਾਲ ਜੋੜ ਕੇ ਰੱਖੀਏ ਔਰ ਇੱਦਾਂ ਹੀ ਤੁਸੀਂ ਇਸ ਮਿਸ਼ਨ ਨੂੰ ਸਿੰਜਦੇ ਰਹੋ ਤਾਂ ਕਿ ਇਹ ਪ੍ਰਫੁੱਲਿਤ ਹੋ ਕੇ ਇੱਕ ਬਹੁਤ ਵੱਡਾ ਵੱਟ ਬਿਰਕਸ਼ ਬਣੇ ਤੇ ਅਸੀਂ ਸਾਰੇ ਇਹਦਾ ਨਿੱਘ ਜਿਹੜਾ ਆ ਉਹ ਆਉਣ ਵਾਲੇ ਸਮੇਂ 'ਚ ਪੰਜਾਬ ਪੰਜਾਬੀਅਤ ਤੇ ਪੰਜਾਬੀ ਕੌਮ ਮਾਣਦੀ ਰਹੇ ਜੀ। ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜੀ, ਬਹੁਤ ਬਹੁਤ ਧੰਨਵਾਦ। ਜਰੂਰ ਡਾਕਟਰ ਸਾਹਿਬ ਮੈਂ ਜਰੂਰ ਤੁਹਾਨੂੰ ਪੁੱਛਣਾ ਚਾਹੂੰਗਾ ਪੰਜਾਬੀ ਕਾਨਫਰੰਸ ਬਾਰੇ। ਪੰਜਾਬੀ ਵਰਲਡ ਕਾਨਫਰੰਸ ਖਾਸ ਕੀ ਬਰੈਂਪਟਨ ਦੇ ਵਿੱਚ, ਸਾਡੇ ਬਰੈਂਪਟਨ ਦੇ ਵਿੱਚ ਹੋ ਰਹੀ ਹੈਗੀ ਹੈ। ਲੈਂਗੁਇਸਟਿਕ ਤੌਰ ਤੇ ਤੁਸੀਂ ਦੇਖੋਗੇ ਕਿ ਜਿਹੜਾ ਬੋਲਣ ਦਾ ਜਿਹੜਾ ਨਜ਼ਰੀਆ ਬੱਚਿਆਂ 'ਚ ਚੇਂਜ ਹੋ ਰਿਹਾ ਹੈਗਾ। ਮੇਰਾ ਆਪ ਦਾ ਖੁਦ ਦਾ ਬੱਚਾ ਇੱਥੇ ਜਦੋਂ ਦਾ ਬਰੈਂਪਟਨ 'ਚ ਰਹਿ ਰਿਹਾ ਤਾਂ ਹੀ ਸਪੀਕਿੰਗ ਪੰਜਾਬੀ, ਮਤਲਬ ਬੈਕ ਹੋਮ ਉਹ ਮੋਸਟਲੀ ਹੀ ਵਾਜ ਮਤਲਬ ਹਿੰਦੀ ਬੋਲਦਾ ਸੀ ਜ਼ਿਆਦਾ, ਲੇਕਿਨ ਹੈ ਫਰਕ ਪੈਂਦਾ ਥੋੜ੍ਹਾ ਬਹੁਤਾ ਕਿ ਤੁਹਾਡਾ ਜਿਹੜਾ ਮਾਹੌਲ ਹੈਗਾ ਅਗਰ ਤੁਸੀਂ ਕ੍ਰੀਏਟ ਉਸ ਤਰ੍ਹਾਂ ਦਾ ਕਰਦੇ ਹੋ। ਮੈਂ ਜ਼ਰੂਰ ਇੱਕ ਮੈਨੂੰ ਕੁਐਸਚਨ ਜ਼ਰੂਰ ਮੇਰੇ 'ਚ ਹੈਗਾ, ਵਰਲਡ ਪੰਜਾਬੀ ਕਾਨਫਰੰਸ ਹੋਣੀਆਂ ਚਾਹੀਦੀਆਂ ਹੈਗੀਆਂ। ਮੈਂ ਸਾਊਥ ਦੇ ਵਿੱਚ ਦੇਖਦਾ ਬਹੁਤ ਜ਼ਿਆਦਾ ਕਾਨਫਰੰਸਾਂ ਹੁੰਦੀਆਂ ਹੈਗੀਆਂ ਸਾਊਥ ਆਫ ਇੰਡੀਆ ਦੇ ਵਿੱਚ, ਲੇਕਿਨ ਇਹ ਉਪਰਾਲਾ ਚੱਠਾ ਸਾਹਿਬ ਤੇ ਸਿਆਰਾ ਸਾਹਿਬ ਨੇ ਸਟਾਰਟ ਕੀਤਾ, ਤੁਸੀਂ ਸਟਾਰਟ ਕੀਤਾ, ਬਿਲਕੁਲ ਇਹਦੀ ਇੰਪੋਰਟੈਂਸ ਹੈਗੀ ਹੈ, ਹੋਣੀ ਵੀ ਚਾਹੀਦੀ ਹੈਗੀ। ਤੁਸੀਂ ਕੋਵਿਡ ਦੇ ਟਾਈਮ ਵੀ ਮੈਂ ਇਹ ਕਰਦੇ ਰਹੇ ਹੋ, ਲੇਕਿਨ ਤੁਹਾਨੂੰ ਕੀ ਲੱਗਦਾ ਕਿ ਇੱਕ ਤਰ੍ਹਾਂ ਦੀ ਆਰਗੇਨਾਈਜੇਸ਼ਨਲ ਸਟਰਕਚਰ 'ਚ ਕਮੀ ਹੈਗੀ ਹੈ? ਗੌਰਮੈਂਟ ਵੱਲੋਂ ਉਸ ਤਰ੍ਹਾਂ ਦਾ ਉਪਰਾਲਾ ਨਹੀਂ ਮਿਲਦਾ ਹੈਗਾ। ਜਿਸ ਪੰਜਾਬ ਦੇ ਵਿੱਚ ਵੀ ਲਾ ਕੇ ਚੱਲੋ ਸਿੰਬੋਲਿਕ ਜੈਸਚਰ ਜ਼ਰੂਰ ਹੁੰਦੇ ਆ, ਲੇਕਿਨ ਬੇਸਿਕ ਕੋਰ ਜਿਹੜੀ ਐਜੂਕੇਸ਼ਨ ਦੇ ਹੈਗੇ ਆ ਉੱਥੇ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ ਹੈਗੀ। ਫਰੋਮ ਸੈਕੰਡਰੀ ਲੈਵਲ ਤੁਸੀਂ ਲਾ ਕੇ ਚੱਲੋ ਜਾਂ ਤੁਸੀਂ ਲਾ ਕੇ ਅਪ ਟੂ ਹਾਇਰ ਲੈਵਲ ਤੁਸੀਂ ਲਾ ਕੇ ਚੱਲੋ, ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦਾ ਚੱਲਣ ਚੱਲਾ, ਖਾਸ ਕਰਕੇ ਸਾਡੇ ਪੰਜਾਬੀ ਸਟੂਡੈਂਟਾਂ ਦੇ ਵਿੱਚ ਆਈਲੈਟਸ ਨੂੰ ਇੱਕ ਫਾਰਮ ਆਫ ਐਜੂਕੇਸ਼ਨ ਸਮਝਿਆ ਗਿਆ। ਤੁਹਾਨੂੰ ਕੀ ਲੱਗਦਾ? ਕਿ ਦੇਖੋ ਇੱਦਾਂ ਕਿ ਪਹਿਲਾਂ ਤਾਂ ਮੈਂ ਸਿਆਲ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਅੱਜ ਦਰਸ਼ਨ ਕਰਾਏ, ਪਰ ਧੰਨਵਾਦ ਤੁਹਾਡਾ ਵੀ ਜਿਹਨੇ ਦਰਸ਼ਨ ਕਰਵਾਤੇ ਇੰਨੇ ਚਿਰਾਂ ਬਾਅਦ। ਤੇ ਦਿਨ ਪੁਰਾਣੇ ਯੂਨੀਵਰਸਿਟੀ ਦੇ ਯਾਦ ਆ ਰਹੇ ਨੇ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਖੈਰ, ਜਿਸ ਤੱਕ ਤੁਹਾਡੇ ਕੁਐਸਚਨ ਦਾ ਸਵਾਲ ਹੈ ਮੈਂ ਜਵਾਬ ਦੇਣਾ ਚਾਹੂੰਗਾ ਕਿ ਪੰਜਾਬੀ ਮਾਂ ਬੋਲੀ ਸਾਡੀ ਹੈ, ਕਿਸੇ ਦੀ ਹਿੰਦੀ ਹੈ, ਕਿਸੇ ਦੀ ਅੰਗਰੇਜ਼ੀ ਹੈ, ਕਿਸੇ ਦੀ ਉਰਦੂ ਹੈ, ਫਾਰਸੀ ਹੈ। ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਜੋ ਸਾਡੀ ਮਾਂ ਬੋਲੀ ਹੈ ਉਹਨੂੰ ਅਸੀਂ ਮਾਂ ਦੇ ਤੌਰ 'ਤੇ ਸਮਝੀਏ, ਮਾਂ ਦੇ ਤੌਰ 'ਤੇ ਉਹਦੀ ਰਿਸਪੈਕਟ ਕਰੀਏ। ਜਿਹੜੀਆਂ ਬਾਕੀ ਲੈਂਗੁਏਜਸ ਨੇ ਸਿੱਖਣੀਆਂ ਕੋਈ ਮਾੜੀਆਂ ਨਹੀਂ ਹੈਗੀਆਂ। ਕਿਸੇ ਨੇ ਬਹੁਤ ਸੋਹਣਾ ਕਿਹਾ ਸੀ ਕਿ ਆਪਣੀ ਮਾਂ ਨੂੰ ਜਿੰਨਾ ਅਸੀਂ ਪਿਆਰ ਕਰਦੇ ਹਾਂ ਉਹਨਾਂ ਆਪਣੀ ਮਾਂ ਬੋਲੀ ਨੂੰ ਕਰ ਲਓ, ਬਾਕੀਆਂ ਨੂੰ ਮਾਸੀ ਦੇ ਤੌਰ 'ਤੇ ਪਿਆਰ ਕਰ ਲਓ, ਬਾਕੀ ਲੈਂਗੁਏਜਸ ਨੂੰ।
ਸੋ ਲੇਕਿਨ ਜੇ ਅਸੀਂ ਉਹਦੀ ਇੱਕ ਖਿਚੜੀ ਬਣਾ ਦਿੰਨੇ ਆ ਨਾ ਆਪਣੇ ਸਿਸਟਮ ਦੇ ਵਿੱਚ, ਜਿੱਦਾਂ ਤੁਸੀਂ ਹੁਣ ਗੱਲ ਕੀਤੀ ਆ, ਜਿੱਦਾਂ ਪੰਜਾਬ ਦੀ ਜੇ ਮੈਂ ਗੱਲ ਕਰਾਂ ਜਾਂ ਨਵੀਂ ਐਜੂਕੇਸ਼ਨ ਪਾਲਿਸੀ ਦੀ ਮੈਂ ਗੱਲ ਕਰਾਂ ਜੋ ਇੰਡੀਆ 'ਚ ਲਾਗੂ ਹੋਣ ਜਾ ਰਹੀ ਹੈ, ਉਹਦੇ ਵਿੱਚ ਹੁਣੇ ਤੋਂ ਬੱਚੇ ਨੂੰ ਸਕੂਲ ਦੀ ਮਤਲਬ ਸ਼ੁਰੂਆਤ ਦੇ ਵਿੱਚੋਂ ਹੀ 3 ਲੈਂਗੁਏਜਸ ਦਾ ਬਰਡਨ ਪਾ ਦਿੱਤਾ ਜਾਂਦਾ। ਬਿਲਕੁਲ ਸਹੀ ਗੱਲ। ਇੱਕ ਤੁਸੀਂ ਪੰਜਾਬੀ ਪੜ੍ਹਾਉਂਦੇ ਹੋ, ਇੱਕ ਇੰਗਲਿਸ਼ ਪੜ੍ਹਾਉਂਦੇ ਹੋ, ਇੱਕ ਹਿੰਦੀ ਪੜ੍ਹਾਉਂਦੇ ਹੋ, ਜਾਂ ਪੰਜਾਬੀ ਦੀ ਜਗ੍ਹਾ ਜਿਹੜੀ ਹੋਰ ਸਟੇਟ ਦੀਆਂ ਮਾਤ ਭਾਸ਼ਾ ਨੇ। ਹੁਣ ਤੁਸੀਂ 3 ਸਬਜੈਕਟ ਤਾਂ ਇਹੀ ਬੱਚੇ ਨੂੰ ਲਾਤੇ ਨੇ। ਆਪਾਂ ਸੋਚ ਕੇ ਦੇਖ ਲਓ ਕਿ ਜਦੋਂ ਮੈਂ ਆਪਣੀ ਗੱਲ ਕਰ ਸਕਦਾ ਕਿ ਮੈਂ ਇੱਕ ਪ੍ਰਾਇਮਰੀ ਸਕੂਲ ਦਾ ਸਟੂਡੈਂਟ ਰਿਹਾ ਪੰਜਾਬੀ ਖੰਨੇ ਦੇ ਵਿੱਚ, ਆਪਣਾ ਗਵਰਨਮੈਂਟ ਪ੍ਰਾਇਮਰੀ ਸਕੂਲ ਨੰਬਰ 1, ਔਰ ਉਹਨੂੰ ਅਸੀਂ ਤੱਪੜ ਸਕੂਲ ਕਹਿੰਦੇ ਸੀ ਕਿਉਂਕਿ ਕੁਰਸੀਆਂ ਜਾਂ ਉੱਥੇ ਵਿੱਚ ਤਾਂ ਹੁੰਦੇ ਨਹੀਂ ਸੀਗੇ। ਲੇਕਿਨ ਸਾਡੇ ਕੋਲ ਜਿਹੜੀ ਸਾਡੀ ਅਧਿਆਪਕ ਸੀਗੀ, ਅੱਜ ਵੀ ਮੈਨੂੰ ਯਾਦ ਹੈ, ਸ਼੍ਰੀਮਤੀ ਗੁਰਦੇਵ ਕੌਰ ਉਹਨਾਂ ਦਾ ਨਾਮ ਹੋਇਆ ਕਰਦਾ ਸੀ, ਉਹਨਾਂ ਨੇ ਸਾਨੂੰ 4 ਸਾਲ ਉਹੀ ਇੱਕੋ ਟੀਚਰ ਰਿਹਾ। ਲੇਕਿਨ ਸਾਨੂੰ ਜਿਹੜੇ ਉਸ ਵਕਤ ਸਬਜੈਕਟ ਸੀ, ਪਹਿਲਾਂ ਪੰਜਾਬੀ ਸੀ, ਅੰਗਰੇਜ਼ੀ ਸਾਨੂੰ ਜਾ ਕੇ 5ਵੀਂ 'ਚ ਲੱਗੀ ਸੀ, ਹਿੰਦੀ ਸਾਨੂੰ ਮੇਰਾ ਖਿਆਲ ਚੌਥੀ ਜਾਂ ਤੀਜੀ 'ਚ ਪੜ੍ਹਾਈ ਸੀ। ਪਰ ਜਿਹੜਾ ਬੇਸ ਸਾਡਾ ਬਣਿਆ ਪੰਜਾਬੀ ਦਾ, ਇਹਦਾ ਮਤਲਬ ਇਹ ਨਹੀਂ ਕਿ ਅਗਰ ਅੰਗਰੇਜ਼ੀ ਨਹੀਂ ਬੋਲ ਸਕੇ ਜ਼ਿੰਦਗੀ ਦੇ ਵਿੱਚ ਜਾਂ ਬਾਅਦ 'ਚ ਅਸੀਂ ਹਿੰਦੀ ਨਹੀਂ ਬੋਲ ਸਕੇ ਹੈਗੇ। ਮੇਰਾ ਆਪਣਾ ਬੇਟਾ ਖੰਨੇ ਤੋਂ ਹੀ ਪੜ੍ਹਿਆ ਹੋਇਆ, ਉਹ ਅੱਜ ਉਹ ਪੈਪਰਡਨ ਯੂਨੀਵਰਸਿਟੀ ਲਾਸ ਐਂਜਲਸ ਦੇ ਵਿੱਚ ਅੰਗਰੇਜ਼ਾਂ ਨੂੰ ਪੜ੍ਹਾ ਰਿਹਾ। ਵਰਲਡ ਦੇ ਆਲਮੋਸਟ 65 ਕੰਟਰੀ ਜਾ ਕੇ ਉਹ ਲੋਕਾਂ ਨੂੰ ਮੀਡੀਏਸ਼ਨ ਦੀ ਟ੍ਰੇਨਿੰਗ ਦੇ ਚੁੱਕੇ ਆ। ਸੋ ਇਹ ਭਾਵਨਾ ਲੈ ਕੇ ਤੁਰਨਾ ਕਿ ਜੇ ਮੇਰੀ ਮਾਤ ਭਾਸ਼ਾ ਪੰਜਾਬੀ ਹੈ, ਮੇਰੀ ਸ਼ੁਰੂਆਤ ਸਕੂਲ 'ਚ ਪੰਜਾਬੀ 'ਚੋਂ ਹੋ ਜੂਗੀ ਤਾਂ ਅਸੀਂ ਸ਼ਾਇਦ ਅੱਗੇ ਅਚੀਵ ਨਹੀਂ ਕਰ ਪਾਵਾਂਗੇ। ਗਲਤ ਧਾਰਨਾ ਤਾਂ ਮੈਂ ਇਹ ਗੱਲ ਕਹਿਣੀ ਚਾਹੂੰਗਾ। ਬਿਲਕੁਲ ਸਹੀ ਗੱਲ ਹੈ। ਇਹਨੂੰ ਬਿਲਕੁਲ ਸਾਨੂੰ ਭੁੱਲ ਜਾਣਾ ਚਾਹੀਦਾ ਗੱਲ ਨੂੰ। ਦੂਸਰੀ ਗੱਲ ਇਹ ਹੈ ਕਿ ਜਿਹੜਾ ਮੈਂ ਅੱਜ ਕੱਲ੍ਹ ਮੇਰਾ ਕੰਸਰਨ ਐਜ਼ ਅਕੈਡਮਿਸ਼ਨ ਆਫਟਰ ਹੈਵਿੰਗ ਆਲਮੋਸਟ 38-9 years in academics in ਪੰਜਾਬ ਪਾਰਟੀਕੂਲਰਲੀ, ਤੇ ਉੱਥੋਂ ਮੈਂ ਆਪਣਾ ਇੱਕ ਕਨਕਲੂਜਨ ਅੱਜ ਦੀ ਜੋ ਦੇਖ ਰਿਹਾ, ਖਾਸ ਤੌਰ ਤੇ ਜਦੋਂ ਮੈਂ ਪੰਜਾਬ ਦੇ ਵਿੱਚ ਜਿਹੜਾ ਨਵਾਂ ਸਟਰਕਚਰ ਸਟਾਰਟ ਹੋ ਚੁੱਕਿਆ, ਪਹਿਲਾਂ ਤਾਂ ਆਪਣਾ ਸਕੂਲਾਂ ਤੱਕ ਸੀਗਾ ਕਿ ਗਵਰਨਮੈਂਟ ਸਕੂਲ ਨੇ, ਗਵਰਨਮੈਂਟ ਕਾਲਜਸ ਨੇ ਜਾਂ ਕੁਝ ਪ੍ਰਾਈਵੇਟ ਕਾਲਜਸ ਆਏ, ਫਿਰ ਉਸ ਤੋਂ ਬਾਅਦ ਸਕੂਲ ਸਾਡੇ ਸੀਗੇ, ਸਕੂਲਾਂ ਤੋਂ ਬਾਅਦ ਫਿਰ ਪਬਲਿਕ ਸਕੂਲ ਦੇ ਨਾਮ Does male 5'7", thin build, wearing a black jacket, red face covering, black pants, black baseball. ਜੇ ਮੈਂ ਗਲਤ ਨਾ ਹੋਵਾਂ ਤਾਂ ਪਿਛਲੀਆਂ 2 ਸਰਕਾਰਾਂ ਤੋਂ ਤਾਂ ਕਿਸੇ ਨੇ ਪੰਜਾਬ ਦੇ ਵਿੱਚ ਕਿਸੇ ਸਕੂਲ ਨਵਾਂ ਖੋਲ੍ਹਿਆ ਹੀ ਨਹੀਂਗਾ। ਬਿਲਕੁਲ ਸਹੀ। ਔਰ ਜਿੱਥੇ ਸਕੂਲਾਂ ਦੀ ਜਿਹੜੀ ਹਾਲਤ ਹੈ, ਕੀ ਦੱਸੀਏ ਕਿ ਤਰਸਯੋਗ ਹੈ। ਮੈਂ ਜਿੱਥੇ ਵੀ ਕਿਤੇ ਵਿਜ਼ਿਟ ਕੀਤਾ, ਮੈਂ ਆਪਣੇ ਸਕੂਲ ਜਿੱਥੇ ਮੈਂ ਪੜ੍ਹਿਆ ਮੈਂ ਉੱਥੇ ਗਿਆ, ਉੱਥੇ ਵੀ ਮੈਂ ਦੇਖਿਆ ਕਿ ਉਹ ਕਿੱਥੇ ਇੱਕ ਸਕੂਲ ਦੀ ਡਿਵੈਲਪਮੈਂਟ ਹੋਈ ਹੈ। ਕਮਰਸ਼ੀਅਲਾਈਜੇਸ਼ਨ ਜਿਹੜਾ ਹੋ ਚੁੱਕੀ ਹੈ ਐਜੂਕੇਸ਼ਨ ਦੀ, ਜਾਂ ਪ੍ਰਾਈਵੇਟਾਈਜੇਸ਼ਨ ਦੇ ਰਾਹੀਂ ਜਿਹੜੀ ਹੋ ਚੁੱਕੀ ਹੈ, ਜਿੱਥੇ ਇੱਕ ਸੋਸ਼ਲ ਕਾਜ਼ ਦੇ ਤੌਰ ਤੇ ਹੋਣੀ ਚਾਹੀਦੀ ਹੈ ਐਜੂਕੇਸ਼ਨ, ਜਿੱਥੇ ਗਵਰਨਮੈਂਟ ਦੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਐਜੂਕੇਸ਼ਨ, ਉਹਦੀ ਬਜਾਏ ਇਹ ਜਿਹੜੀ ਮਨੀ ਮਿੰਟਿੰਗ ਮਸ਼ੀਨ ਦੇ ਤੌਰ ਤੇ ਜਾਂ ਸਮਝਿਆ ਜਾ ਰਿਹਾ ਬੱਚਿਆਂ ਨੂੰ, ਉਹਨਾਂ ਤੋਂ ਪੇਰੈਂਟਸ ਨੂੰ, ਉਹ ਸਾਡੇ ਲਈ ਬੜੀ ਮਹੱਤਵਪੂਰਨ ਹੈ। ਔਰ ਦੂਸਰਾ ਜਿੱਥੇ ਤੱਕ ਮਿਆਰ ਦਾ ਸਵਾਲ ਹੈ, ਇੱਕ ਹੁਣ ਰਿਪੋਰਟ ਹੁਣੇ ਛਪੀ ਹੈ ਜਨਵਰੀ ਦੇ ਵਿੱਚ 2018 ਤੋਂ ਛਪੀ ਸੀ, ਹੁਣ 2023 ਛਪੀ ਹੈ। ਅਨਫੋਰਚੂਨੇਟਲੀ 5 ਸਾਲ ਬਾਅਦ ਉਹ ਰਿਪੋਰਟ ਛਪੀ ਹੈ। ਉਦੋਂ ਪਹਿਲਾਂ ਹਰ ਸਾਲ ਆਇਆ ਕਰਦੀ ਸੀ। ਉਹ 'ਚ ਬੜੇ ਹੀ ਜ਼ਿਆਦਾ ਅਚੰਭੇ ਵਾਲੇ ਨੇ ਜਿਹੜੇ ਅੰਕੜੇ ਆਏ ਨੇ ਕਿ ਨਾਟ ਓਨਲੀ ਪੰਜਾਬ, ਈਵਨ ਬਾਕੀ ਸਟੇਟਸ ਦੇ ਵਿੱਚ ਵੀ ਜਿਹੜਾ ਇੱਕ ਝੋਲਾ ਮਚੋਲਾ ਜਿਹਾ ਹੋਇਆ ਨਾ ਐਜੂਕੇਸ਼ਨ ਪਾਲਿਸੀ ਦਾ, ਉਹਨੇ ਬਹੁਤ ਡੈਮੇਜ ਕੀਤਾ। ਹੁਣ ਤੁਸੀਂ ਇਹ ਪੰਜਾਬ ਦੀ ਮੈਂ ਗੱਲ ਕਰਾਂ ਤਾਂ ਸਭ ਤੋਂ ਵੱਡਾ ਜਿਹੜਾ ਫੈਕਟਰ ਹੈ ਉਹ ਇਹ ਹੈ ਕਿ ਇੱਕ ਸਟੇਜ ਤੇ ਜਾ ਕੇ ਇਹ ਡਿਸੀਜਨ ਹੋ ਗਿਆ ਸੀ ਕਿ 8ਵੀਂ ਤੱਕ ਕਿਸੇ ਬੱਚੇ ਦਾ ਐਗਜ਼ਾਮ ਨਹੀਂ ਹੋਣਾ, ਆਟੋਮੈਟਿਕ ਉਹਦੀ ਪ੍ਰਮੋਸ਼ਨ ਹੋਈ ਜਾਣੀ ਹੈ। ਔਰ ਉਹਦਾ ਨਤੀਜਾ ਕੀ ਹੈ ਕਿ ਅੱਜ 5ਵੀਂ ਵਾਲਾ ਬੱਚਾ ਜਿਹੜਾ ਪੜ੍ਹ ਰਿਹਾ, ਉਹਨੂੰ ਜਾ ਕੇ ਤੁਸੀਂ ਜਿੱਦਾਂ ਜੈਬ ਜੀ ਨੇ ਕਿਹਾ ਕਿ 35 ਅੱਖਰ ਪੁੱਛ ਲਓ ਜੇ ਪੰਜਾਬੀ ਦੇ ਪੁੱਛਣੇ ਨੇ, ਜਾਂ ਉਹਨੂੰ ਪਹਾੜੇ ਪੁੱਛ ਲਓ। ਸਾਡੇ ਟਾਈਮ ਤੇ ਸਕੂਲ ਦੇ ਵਿੱਚ 16 ਤੱਕ ਪਹਾੜੇ ਹਰੇਕ ਨੂੰ ਹੁੰਦੇ ਸੀ, ਰਾਈਟ। ਹੁਣ ਜਾ ਕੇ ਪੁੱਛ ਲਓ ਕਿਸੇ ਨੂੰ, ਮੇਰਾ ਖਿਆਲ 2 ਤੋਂ ਬਾਅਦ ਪਹਾੜਾ ਨਹੀਂ ਆ ਰਿਹਾ ਹੈਗਾ। 35 ਭੁੱਲ ਜਾਓ ਤੁਸੀਂ, ਹਿੰਦੀ ਜੇ ਮਾਤ ਭਾਸ਼ਾ ਹਿੰਦੀ ਦੀ ਤੁਸੀਂ ਵਰਨਮਾਲਾ ਪੁੱਛ ਲਓ, ਉਹ ਨਹੀਂ ਕਿਸੇ ਨੂੰ ਆਉਂਦੀ ਹੈਗੀ। ਅੰਗਰੇਜ਼ੀ ਦੇ ਭੁੱਲਵੇਂ ਅੱਖਰ ਪੁੱਛ ਲਓ ਤੁਸੀਂ, ਉਹ ਨਹੀਂ ਕਿਸੇ ਨੂੰ ਆਉਂਦੇ। ਸੋ ਇੱਕ ਜਿਹੜਾ ਅਸੀਂ ਇਹ ਸਿਸਟਮ ਸਿਰਫ ਅਪੀਜ਼ਮੈਂਟ ਪਾਲਿਸੀ, ਮੈਨੂੰ ਹਮੇਸ਼ਾ ਕਿਹਾ ਕਰਦਾ ਕਿ ਗੌਰਮੈਂਟ ਵੋਟ ਬੈਂਕ ਦੇ ਤੌਰ ਦੇ ਉੱਤੇ ਜਿਹੜੇ ਅਪੀਜ਼ਮੈਂਟ ਪਾਲਿਸੀਜ਼ ਲਾਗੂ ਕੀਤੀਆਂ ਨੇ, ਉਹਦੇ ਨਾਲ ਅੱਜ ਹਾਲਾਤ ਕੀ ਬਣੇ ਨੇ। ਮੇਰੇ ਖਿਆਲ ਤੁਸੀਂ ਮੈਨੂੰ ਐਗਰੀ ਕਰੋਗੇ ਕਿ ਸਾਰੇ ਪੰਜਾਬ ਦਾ ਜਿਹੜਾ ਬ੍ਰੇਨ ਡਰੇਨ ਆ ਉਹ ਹੋ ਰਿਹਾ। ਚਾਹੇ ਉਹ ਬੱਚੇ ਅੱਜ ਕੈਨੇਡਾ ਆ ਰਹੇ ਨੇ, ਚਾਹੇ ਉਹ ਬੱਚੇ ਅੱਜ ਨਿਊਜ਼ੀਲੈਂਡ ਜਾ ਰਹੇ ਨੇ, ਜਾਂ ਆਸਟ੍ਰੇਲੀਆ ਜਾ ਰਹੇ ਨੇ, ਜਾਂ ਅਮਰੀਕਾ ਜਾ ਰਹੇ ਨੇ। ਉਹਦਾ ਬੇਸਿਕ ਰੀਜ਼ਨ ਇਹੀ ਹੈ ਕਿ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਬਾਹਰ ਜਾ ਕੇ ਐਜੂਕੇਸ਼ਨ ਦਾ ਜੋ ਸਿਸਟਮ ਹੈ ਅਸੀਂ ਉੱਥੇ ਜਾ ਕੇ ਸਕਸੈਸਫੁਲ ਹੋਵਾਂਗੇ। ਹਾਲਾਂਕਿ ਇਹਦਾ ਦੂਜਾ ਪੱਖ ਹੈ ਜੋ ਆਪਾਂ ਨੂੰ ਅੱਜ ਦਿਖ ਰਿਹਾ, ਜਿਹੜਾ ਕੁਝ ਹੋ ਰਿਹਾ ਉਰੇ ਵੀ ਕਾਫੀ ਹੱਦ ਤੱਕ ਕੰਟਰੀ ਦੇ ਵਿੱਚ ਇੰਡੀਆ ਵਾਲਾ ਹੀ ਪੈਟਰਨ ਜਾ ਚੁੱਕਿਆ। ਜਿਹੜਾ ਮਿਆਰ ਦਾ ਗਿਰਨਾ ਪੰਜਾਬ ਦੀ ਐਜੂਕੇਸ਼ਨ ਸਿਸਟਮ ਵਿੱਚ, ਸਟਰਕਚਰ ਦਾ ਹੋਣਾ, ਕੋਈ ਇਸ ਦੀ ਇੰਪੋਰਟੈਂਸ ਨਹੀਂ ਦੇਣੀ, ਕੋਈ ਇਹਦੀ ਪ੍ਰਾਇੋਰਟੀਜ਼ ਨਹੀਂ ਹੈ ਗੌਰਮੈਂਟ ਦੀ। ਦੇਖੋ 2 ਚੀਜ਼ਾਂ ਹਮੇਸ਼ਾ ਕਿਸੇ ਕੰਟਰੀ ਦੇ ਵਿੱਚ ਜੇ ਹੋਣ
ਜਿੱਦਾਂ ਸਿਆਲ ਸਾਹਿਬ ਨੇ ਵੀ ਗੱਲ ਕੀਤੀ ਹੈ, ਤੁਸੀਂ ਵੀ ਪਹਿਲਾਂ ਗੱਲ ਕੀਤੀ ਸੀ ਕਿ ਜਿੰਨੇ ਡਿਵੈਲਪਡ ਕੰਟਰੀ ਨੇ, ਜਿੰਨੇ ਅੱਜ ਅੱਗੇ ਵਧਾਊ ਕੰਟਰੀ ਨੇ, ਉਹਨਾਂ ਸਾਰਿਆਂ ਦੀ ਆਪਣੀ ਮਾਤ ਭਾਸ਼ਾ ਦੇ ਵਿੱਚ ਐਜੂਕੇਸ਼ਨ ਹੈ। ਬਿਲਕੁਲ ਸਹੀ ਗੱਲ ਹੈ। ਚਾਹੇ ਚਾਈਨਾ ਲੈ ਲਓ, ਚਾਹੇ ਫਰਾਂਸ ਲੈ ਲਓ, ਚਾਹੇ ਤੁਸੀਂ ਬਾਕੀ ਹੋਰ ਕੰਟਰੀਜ਼ ਨੀਦਰਲੈਂਡਸ, ਡੈਨਮਾਰਕ, ਐਵਰੀਵੇਅਰ। ਮੈਂ ਕਿੰਨੇ ਕਿਉਂ ਲਈਏ ਆਪਾਂ, ਮੇਰਾ ਖਿਆਲ ਹੈ 160 ਕੰਟਰੀ, ਜਦ ਤੱਕ ਮੈਂ ਗਲਤ ਨਾ ਹੋਵਾਂ, ਉਹ ਮਾਤ ਭਾਸ਼ਾ ਦੇ ਵਿੱਚ ਆਪਣੀ ਐਜੂਕੇਸ਼ਨ ਦੇ ਰਹੇ ਬਿਲਕੁਲ ਸਹੀ ਗੱਲ ਹੈ। ਸਾਨੂੰ ਕਿਉਂ ਸੰਗ ਹੈ ਇਸ ਗੱਲ ਦੀ? ਹੁਣ ਵੀ ਜਿਹੜਾ ਕੁਛ ਹੁਣ ਨਵੀਂ ਐਜੂਕੇਸ਼ਨ ਪਾਲਿਸੀ ਦੇ ਵਿੱਚ ਵੀ ਜੋ ਅਡਾਪਟ ਕੀਤਾ, ਜਦੋਂ ਮੈਂ ਦੱਸਿਆ ਕਿ ਸਕੂਲ 'ਚ ਸ਼ੁਰੂ ਤੋਂ ਹੀ ਤੁਸੀਂ ਉਸ ਨੂੰ 3 ਲੈਂਗੁਏਜਸ ਦੇ ਪਾਸੇ ਜਾ ਰਹੇ ਹੋ, ਤੁਸੀਂ ਉਹਨੂੰ 5ਵੀਂ ਤੱਕ ਜਾਣ ਦਿਓ ਆਪਣੀ ਮਾਤ ਭਾਸ਼ਾ ਦੇ ਵਿੱਚ। ਉਸ ਤੋਂ ਬਾਅਦ ਜਿੱਦਾਂ ਮੈਂ ਦੱਸਦਾ ਕਿ ਹੁਣ ਕਿਆ ਆਈ ਕਾਂਟ ਸਪੀਕ ਇੰਗਲਿਸ਼ ਹੈ, ਆਈ ਕਾਂਟ ਅੰਡਰਸਟੈਂਡ ਇੰਗਲਿਸ਼ ਹੈ। ਮੇਰੀ 5ਵੀਂ ਤੋਂ ਬਾਅਦ ਦੇ ਵਿੱਚ ਮੈਂ ਕਿਸੇ ਵੀ ਪਲੇਟਫਾਰਮ ਤੇ ਇੰਟਰਨੈਸ਼ਨਲ ਕਾਨਫਰੰਸਿਸ ਦੇ ਵਿੱਚ ਜਾ ਕੇ ਮੈਂ ਆਪਣੇ ਲੈਕਚਰਸ ਕੀਤੇ ਹੋਏ ਨੇ। ਜਦੋਂ ਮੈਂ ਬੇਟੇ ਦੀ ਗੱਲ ਕੀਤੀ ਹੈ, ਖੰਨੇ ਵਰਗੇ ਸਕੂਲ 'ਚੋਂ ਪੜ੍ਹ ਕੇ ਅੱਜ ਉਹ ਯੂਨੀਵਰਸਿਟੀ 'ਚ ਪ੍ਰੋਫੈਸਰ ਰੈਂਕ ਤੇ ਬੈਠਾ ਹੋਇਆ, ਮੀਡੀਏਸ਼ਨ ਟ੍ਰੇਨਿੰਗ ਦੇ ਰਿਹਾ ਐਡਵੋਕੇਟਸ ਨੂੰ, ਇੱਥੇ ਤੁਹਾਡੇ ਪੁਲਿਸ ਆਫੀਸਰਸ ਨੂੰ, ਪੋਲੀਟੀਸ਼ੀਅਨਸ ਨੂੰ। ਤੁਸੀਂ ਆਪ ਸੋਚ ਕੇ ਦੇਖੋਗੇ, ਹਰ ਬੱਚਾ ਜੇ ਆਪਣੀ ਮਾਤ ਭਾਸ਼ਾ ਚੱਲਦਾ, ਉਹ ਅੱਗੇ ਵੱਧ ਸਕਦਾ। ਸੋ ਮੇਰੀ ਸਭ ਨੂੰ ਇਹੀ ਰਿਕੁਐਸਟ ਹੈ, ਖਾਸ ਤੌਰ ਤੇ ਐਂਡ ਦੇ ਵਿੱਚ ਮੈਂ ਕਹਿਣਾ ਚਾਹੂੰਗਾ ਕਿ ਤੁਸੀਂ ਜਿਸ ਤਰ੍ਹਾਂ ਪੁਆਇੰਟ ਆਊਟ ਗੱਲ ਕੀਤੀ ਹੈ ਕਿ ਜਿੰਨੇ ਵੀ ਨਵੀਂ ਜਨਰੇਸ਼ਨ ਹੈ, ਸਾਨੂੰ ਉਹਨਾਂ ਨੂੰ ਆਪਣੀ ਮਾਤ ਭਾਸ਼ਾ ਦੇ ਵਿੱਚ ਇੰਟਰਸਟ ਜਗਾਉਣ ਦੇ ਲਈ ਹਰ ਕਦਮ ਚੁੱਕਣਾ ਚਾਹੀਦਾ। ਔਰ ਫਸਟ ਕਦਮ ਇਹ ਹੈ ਕਿ ਜਿੱਦਾਂ ਮੈਂ ਕਹਿੰਦਾ ਹੁੰਦਾ ਕਿ ਫਸਟ ਟੀਚਰ ਦੁਨੀਆ ਦੇ ਉੱਤੇ ਜੇ ਕੋਈ ਜੰਮਦਾ ਤਾਂ ਉਹ ਪੇਰੈਂਟਸ ਹੁੰਦੇ ਨੇ। ਬਿਲਕੁਲ ਸਹੀ। ਪੇਰੈਂਟਸ ਤੁਹਾਨੂੰ ਨੈਤਿਕ ਸਿੱਖਿਆ ਵੀ ਸਿਖਾਉਣਗੇ, ਪੇਰੈਂਟਸ ਤੁਹਾਨੂੰ ਲੈਂਗੁਏਜ ਵੀ ਸਿਖਾਉਣਗੇ, ਪੇਰੈਂਟਸ ਐਟੀਕੇਟਸ, ਜਦ ਬਾਕੀ ਸਾਰਾ ਕੁਝ ਪੇਰੈਂਟਸ ਨੇ। ਉਹ ਤੋਂ ਬਾਅਦ ਟੀਚਰ ਤਾਂ ਸਟਾਰਟ ਹੁੰਦਾ ਸਕੂਲ 'ਚ, ਜਦੋਂ ਬੱਚਾ 4-5 ਸਾਲ ਦਾ ਹੋ ਜਾਂਦਾ। ਤਾਂ ਸਾਨੂੰ ਸ਼ੁਰੂ ਦੇ ਵਿੱਚ ਉਰੇ ਵੀ ਜੇ ਅਸੀਂ ਇੱਕ ਧਾਰਨਾ ਧਾਰ ਲਈਏ, ਚਾਹੇ ਕੈਨੇਡਾ, ਅਮਰੀਕਾ, ਇੰਗਲੈਂਡ, ਜਿੱਥੇ ਕਿਤੇ ਵੀ ਹੈਗਾ, ਕਿ ਘਰ ਦੇ ਵਿੱਚ ਅਸੀਂ ਆਪਣੇ ਬੱਚਿਆਂ ਦੇ ਨਾਲ ਪੰਜਾਬੀ ਬੋਲਣੀ ਹੈ। ਇਹ ਫਾਰਮੂਲਾ ਇੱਕ ਅਡਾਪਟ ਕਰ ਲਓ ਕਿ ਮੂਲ ਮੰਤਰ ਦਾ ਪਾਠ ਅਸੀਂ ਘਰ ਦੇ ਵਿੱਚ, ਸਿਰਫ ਮੂਲ ਮੰਤਰ ਦਾ ਪਾਠ ਉਹ ਕਰ ਲਓ। ਮੈਂ ਦਾਅਵੇ ਨਾਲ ਕਹਿ ਸਕਦਾ ਕਿ ਪੰਜਾਬੀ ਨਾਲੋਂ ਕੋਈ ਬੱਚਾ ਨਹੀਂ ਟੁੱਟੇਗਾ ਔਰ ਪੰਜਾਬੀ ਉਹਨਾਂ ਦੀ ਪਸੰਦ ਦੀ ਭਾਸ਼ਾ ਬਣੇਗੀ। ਔਰ ਉਸ ਦੇ ਨਾਲ ਹੀ ਜਿੱਦਾਂ ਬਾਕੀ ਲੈਂਗੁਏਜਸ, ਅੰਗਰੇਜ਼ੀ ਤਾਂ ਹਰੇਕ ਬੱਚਾ ਜੋ ਕੈਨੇਡਾ, ਅਮਰੀਕਾ, ਬਾਕੀ ਉਹਨੇ ਉਹ ਪਰਫੈਕਟ ਹੋਣਾ ਹੀ ਹੋਣਾ। ਇਹ ਭੁੱਲ ਜਾਓਗੇ ਨਹੀਂ ਹੋਏਗਾ, ਚਾਹੇ ਉਹਨੂੰ ਬਾਅਦ ਦੇ ਵਿੱਚ ਅਸੀਂ ਸਕੂਲ ਦੇ ਵਿੱਚ ਉਹਨਾਂ ਨੂੰ, ਠੀਕ ਹੈ, ਸਕੂਲ 'ਚ ਉਹਨਾਂ ਨੂੰ ਬੋਲਣ ਦਿਓ, ਇੰਗਲਿਸ਼ ਬੋਲਣ ਦਿਓ, ਸਭ ਕੁਝ ਸਪੋਰਟ ਕਰੋ, ਪਰ ਘਰ ਦੀ ਕਿਚਨ, ਜਿਹਨੂੰ ਮੈਂ ਕਹਾਂ ਕਿਚਨ ਲੈਂਗੁਏਜ ਜਿਹੜੀ ਹੈ ਨਾ, ਉਹ ਪੰਜਾਬੀ ਕਰ ਲਓ। ਸੋ ਜੇ ਅਸੀਂ ਇਹ ਕੁਝ ਅਡਾਪਟ ਕਰਾਂਗੇ। ਇੱਕ ਦੂਸਰੀ ਗੱਲ ਜਿਹੜੀ ਤੁਹਾਡੀ ਬਹੁਤ ਰੈਲੇਵੈਂਟ ਸੀ, ਮੈਂ ਸਾਡੇ ਜਿਹੜੇ ਪ੍ਰਬੰਧਕ ਨੇ, ਖਾਸ ਚੱਠਾ ਸਾਹਿਬ, ਥਹਿਰਾ ਸਾਹਿਬ ਬੈਠੇ ਨੇ, ਅਸੀਂ ਤਾਂ ਗੈਸਟ ਹਾਂ ਦੋਨੋਂ, ਤਾਂ ਉਹ ਮੈਂ ਅੱਜ ਹੁਣੇ ਬੈਠੀ ਤੁਹਾਡੀ ਗੱਲ ਤੋਂ ਮੈਨੂੰ ਆਇਆ ਕਿ ਚੱਠਾ ਸਾਹਿਬ, ਥਹਿਰਾ ਸਾਹਿਬ, ਮੈਂ ਇੱਕ ਸੁਜੈਸ਼ਨ ਦਊਂਗਾ ਅੱਜ ਇਸ ਬੜੇ ਵੱਡੇ ਪਲੇਟਫਾਰਮ ਤੇ, ਇਹਨਾਂ ਦੇ ਚੈਨਲ ਦੇ ਉੱਤੇ, ਕਿ ਆਪਾਂ ਜਿਹੜਾ ਕਾਇਦਾ ਨੂਰ ਹੈ ਨਾ, ਉਹ ਇੱਥੇ ਸਕੂਲ ਖਾਸ ਤੌਰ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਨੇ। ਉੱਥੇ ਸਕੂਲ ਜਿਹੜੇ ਲੱਗਦੇ ਨੇ, ਕਲਾਸਿਸ ਪੰਜਾਬੀ ਦੀਆਂ ਕਾਫੀ ਲੱਗਦੀਆਂ ਨੇ, ਮੈਨੂੰ ਪਤਾ ਹੈ, ਜੇ ਨਹੀਂ ਵੀ ਲੱਗਦੀਆਂ ਤਦ ਵੀ ਉੱਥੇ ਕਾਇਦਾ ਨੂਰ ਨੂੰ ਲਿਜਾ ਆਪਾਂ ਹਰੇਕ ਜਗ੍ਹਾ ਪ੍ਰੋਵਾਈਡ ਕਰਵਾਈਏ, ਉੱਥੇ ਕਲਾਸਿਸ ਨੂੰ ਪ੍ਰਮੋਟ ਕਰੀਏ, ਖਾਸ ਤੌਰ ਤੇ ਇਹ ਕਾਇਦੇ ਦੇ ਉੱਤੇ, ਔਰ ਜਿਹਦੇ ਨਾਲ ਲੋਕਾਂ ਦਾ ਇੰਟਰਸਟ ਪੰਜਾਬੀ ਵਾਲੇ ਪਾਸੇ ਔਰ ਬਾਕੀ ਇਹ ਲਿਪੀ ਦੇ ਵਾਲੇ ਪਾਸੇ ਵਧੇ। ਤਾਂ ਮੈਨੂੰ ਇਹ ਲੱਗਦਾ ਕਿ ਉਸ ਦੇ ਨਾਲ ਅਸੀਂ ਇਨੀਸ਼ੀਏਟਿਵ, ਉਹਨੂੰ ਇਨਸੈਂਟਿਵ ਵੀ ਦੇ ਸਕਦੇ ਹਾਂ, ਪ੍ਰਾਈਜ਼ਸ ਵਗੈਰਾ ਦੇ ਸਕਦੇ ਹਾਂ। ਸੋ ਪੰਜਾਬ ਦੇ ਵਿੱਚ ਤਾਂ ਜਿੱਦਾਂ ਤੁਸੀਂ ਵੀੜਾ ਚੁੱਕਿਆ ਹੀ ਹੋਇਆ, ਉੱਥੇ ਟੈਸਟ ਤੁਸੀਂ ਕਰਵਾਉਣੇ ਹੋ, ਪਰ ਉੱਥੇ ਵੀ ਕਾਇਦੇ ਨੂਰ ਬੇਸਡ ਜਿਹੜੇ ਸਾਡੀਆਂ ਨਾ ਟੀਚਿੰਗ ਸਟਾਰਟ ਕਰ ਲਈਏ, ਐਗਜ਼ਾਮੀਨੇਸ਼ਨ ਸਟਾਰਟ ਕਰ ਲਈਏ, ਉਹਨਾਂ ਨੂੰ ਇਨਸੈਂਟਿਵ ਦੇਈਏ, ਪ੍ਰਾਈਜ਼ਸ ਦੇਈਏ। ਇਹਦੇ ਨਾਲ ਵੀ ਮੈਨੂੰ ਲੱਗਦਾ ਕਿ ਬਾਹਰਲੇ ਜਿਹੜੇ ਬੱਚੇ ਉਰੇ ਤੁਹਾਡੇ ਹੈਗੇ ਨੇ, ਉਹਨਾਂ ਨੂੰ ਕਾਫੀ ਹੋਏਗਾ। ਦੇਖੋ, ਪੰਜਾਬੀ ਲੈਂਗੁਏਜ ਇਜ਼ ਨਾਟ ਓਨਲੀ ਆਫ ਸਿੱਖ ਪੀਪਲ। ਗੁਰਬਾਣੀ ਇਜ਼ ਨਾਟ ਰਿਟਨ ਬਾਈ ਦਾ ਸਿੱਖ ਗੁਰੂਜ਼ ਔਰ ਸਿੱਖ ਪੀਪਲਸ ਓਨਲੀ। ਉਹਦੇ ਵਿੱਚ ਵੀ ਦੇਖ ਲਓ ਤੁਸੀਂ, ਹਰ ਧਰਮ ਦੇ ਬੰਦੇ ਉਹ 'ਚ ਹੈਗੇ ਨੇ, ਹਰ ਭਾਸ਼ਾ ਦੇ ਹੈਗੇ ਨੇ, ਸਾਊਥ ਇੰਡੀਆ 'ਚੋਂ ਹੈਗੇ ਨੇ, ਨਾਰਥ ਇੰਡੀਆ 'ਚੋਂ ਹੈਗੇ ਨੇ, ਪਾਕਿਸਤਾਨ ਵਾਲੇ ਪਾਸੇ ਤੋਂ ਹੈਗੇ ਨੇ, ਸਾਰੇ ਹੈਗੇ ਨੇ। ਸੋ ਜਿਹੜਾ ਪੰਜਾਬੀ ਮਾਂ ਬੋਲੀ ਹੈ, ਹੁਣ ਪਾਕਿਸਤਾਨ ਦੇ ਵਿੱਚ ਕੋਈ ਸਿੱਖ ਤਾਂ ਨਹੀਂ ਹੈਗੇ ਜਿਹੜੇ ਪੰਜਾਬੀ ਬੋਲਦੇ ਨੇ। ਉੱਥੇ ਤੁਸੀਂ ਜਿਹੜੀ ਸ਼ਾਹਮੁਖੀ ਦੇ ਵਿੱਚ ਕਿਤਾਬਾਂ ਜਾਂ ਉਹਦਾ ਲਿਖਿਆ ਗਿਆ, ਸਾਹਿਤ ਲਿਖਿਆ ਗਿਆ, ਉਹਦਾ ਕੋਈ ਕੰਪੈਰੀਜ਼ਨ ਹੀ ਨਹੀਂ ਹੈਗਾ। ਸੋ ਇਹ ਸਾਰੇ ਹਿੰਦੂਆਂ ਦੀ, ਸਿੱਖਾਂ ਦੀ, ਜਦ ਜਿਹੜੀ ਇੰਡੀਅਨਸ ਕਮਿਊਨਿਟੀ ਹੈ, ਉਹ ਸਾਰਿਆਂ ਦੀ ਹੈ। ਆਪਾਂ ਨੂੰ ਸਭ ਨੂੰ ਪਤਾ ਇਸ ਗੱਲ ਦਾ। ਜਿਨ੍ਹਾਂ ਦੇ ਬੱਚੇ ਉਰੇ ਹੈਗੇ ਨੇ, ਉਹਨਾਂ ਸਾਰਿਆਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਪੰਜਾਬੀ ਨੂੰ ਆਪਣੀ ਮਾਂ ਬੋਲੀ ਦੇ ਤੌਰ ਤੇ ਪ੍ਰਫੁੱਲਤ ਕਰੀਏ। ਜੋ ਇਹਦਾ ਸੱਭਿਆਚਾਰ ਹੈ, ਜੋ ਇਹਦਾ ਸਾਹਿਤ ਹੈ, ਉਹਦੇ ਨਾਲ ਬੱਚਿਆਂ ਨੂੰ ਜੋੜੀਏ, ਤਾਂ ਕਿ ਆਉਂਦੇ ਸਮੇਂ ਦੇ ਵਿੱਚ ਜਿਹੜੀ ਨਵੀਂ ਜਨਰੇਸ਼ਨ ਹੈ, ਉਹ ਟੁੱਟੇ ਨਾ ਕਿਸੇ ਤਰੀਕੇ ਦੇ ਨਾਲ। ਇਹ ਕੋਸ਼ਿਸ਼ ਸਾਨੂੰ ਸਾਰਿਆਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ। ਬਿਲਕੁਲ ਹੈ ਜੀ। ਡਾਕਟਰ ਹਾਂਜੀ, ਬਲਜੀਤ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ? ਮੈਂ ਐਕਚੁਅਲੀ ਐਡ ਕਰਨਾ ਚਾਹੁੰਦਾ ਸੀ ਕਿ ਹੁਣ ਜਿਸ ਤਰ੍ਹਾਂ ਦੇ ਦੌਰ 'ਚ ਅਸੀਂ ਗੁਜ਼ਰ ਰਹੇ ਹੈਗੇ ਆ, ਸਾਨੂੰ ਪੂਰੇ ਹੀ ਐਜੂਕੇਸ਼ਨ ਨੂੰ ਇੱਕ ਨਵੇਂ ਹੀ ਐਂਗਲ ਤੋਂ ਦੇਖਣਾ ਪੈਣਾ ਹੈਗਾ। ਬਿਲਕੁਲ ਸਹੀ ਗੱਲ ਹੈ। ਕਿਉਂਕਿ ਹੁਣ ਆਪਾਂ ਜੇ ਦੇਖਿਆ ਜਾਏ ਕਿ ਆਪਾਂ
ਕਿਸ ਦੌਰ ਦੇ ਥਰੂ ਗੁਜ਼ਰ ਰਹੇ ਹਾਂ। ਇਹ ਮੈਂਟਲ ਹੈਲਥ ਦਾ ਦੌਰ ਹੈ। ਆਪਾਂ ਕੋਵਿਡ ਚੋਂ ਨਿਕਲੇ ਹੈਗੇ ਆ, ਤੁਹਾਨੂੰ ਕੁਝ ਆંકੜਾ ਹੀ ਦਿੰਦਾ ਹੈਗਾ। ਪ੍ਰੀ ਕੋਵਿਡ 2019 ਚ ਦੁਨੀਆ ਦੀ ਪੋਪੂਲੇਸ਼ਨ ਸੀਗੀ 7.4 ਬਿਲੀਅਨ, 740 ਕਰੋੜ, ਠੀਕ ਹੈ। ਉਹਦੇ ਅੰਦਰੋਂ ਆਊਟ ਆਫ 7.4 ਬਿਲੀਅਨ 1 ਬਿਲੀਅਨ ਪੋਪੂਲੇਸ਼ਨ ਵਾਸ ਸਫਰਿੰਗ ਫਰਮ ਮੈਂਟਲ ਹੈਲਥ, ਠੀਕ ਹੈ ਜੀ। ਹੁਣ ਪੋਸਟ ਕੋਵਿਡ ਐਰਾ ਤੁਸੀਂ ਦੇਖ ਲਓ, ਪਿਛਲੇ ਸਾਲ ਦਾ ਡੇਟਾ ਹੈਗਾ 2022 ਦਾ, ਉਹਦੇ ਅੰਦਰ USA ਦੀ ਪੋਪੂਲੇਸ਼ਨ ਸੀਗੀ 334 ਮਿਲੀਅਨ, out of which 50 million are suffering from mental health, ठीक है जी। 50 मिलियन चो भी 2.5 मिलियन सीवियर mental health disorder तो गुजर रहे हैं। ਤਾਂ ਆਪਾਂ ਇਹ ਤੁਸੀਂ ਫਿਗਰ ਉਹ ਦੱਸ ਰਹੇ ਹੋ ਜਿਹੜੇ ਡਾਇਗਨੋਸ ਹੋ ਚੁੱਕੇ ਪਰ ਜਿਹੜੇ ਨਹੀਂ ਹੋਏ ਮੈਜੋਰਟੀ ਬਹੁਤ ਕੇਸਿਸ ਨਹੀਂ ਹੁੰਦੇ। ਹਾਂਜੀ, ਇਹ ਡੇਟਾ ਹੈ ਪਬਲਿਸ਼ ਡੇਟਾ ਜਿਹੜਾ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ। ਮਚ ਮੋਰ ਸੋ ਆਪਾਂ ਨੂੰ ਇਦਾਂ ਦੇ ਕਾਨਫਰੰਸ ਤੇ ਰਾਹੀਂ ਮਾਧਿਅਮ ਆਪਾਂ ਵਿਚਾਰ ਕਰੀਏ ਕਿ ਵੀ ਐਜੂਕੇਸ਼ਨ ਨੂੰ ਰਿਫਾਰਮ ਕਿੱਦਾਂ ਲੈ ਕੇ ਆਈ ਹੈ। ਅਟੈਂਸ਼ਨ ਸਪੈਨ ਸਾਰਿਆਂ ਦੀ ਘਟ ਗਿਆ ਹੈਗਾ। ਤੁਸੀਂ ਦੇਖੋ ਅੱਜ ਕੱਲ ਦਾ ਬੱਚੇ ਦਾ ਅਟੈਂਸ਼ਨ ਸਪੈਨ 10 ਸੈਕਿੰਡ ਤੋਂ ਜ਼ਿਆਦਾ ਨਹੀਂ ਹੈ। ਸੋ ਆਪਾਂ ਨੂੰ ਹੁਣ ਅੱਗੇ ਸੋਚਣਾ ਹੈ ਕਿ ਵੀ ਇਹਨਾਂ ਨੂੰ 1 ਘੰਟੇ ਦਾ ਲੈਕਚਰ ਦੇ ਪਾਵਾਂਗੇ ਕਿ ਆਪਾਂ 15 ਸੈਕਿੰਡ ਜਾਂ 15 ਮਿੰਟ ਦਾ ਕੀਤਾ ਜਾਏ। ਤਾਂ ਕਾਫੀ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਆਪਾਂ ਪੰਜਾਬੀਅਤ ਤੇ ਤਾਂ ਫੋਕਸ ਰੱਖਣਾ ਹੀ ਰੱਖਣਾ, ਬਟ ਪੰਜਾਬੀ ਸਿਖਾਉਣ ਲਈ ਕਿਹੜੇ ਰਿਫਾਰਮ ਲਿਆਉਣੇ ਉਹ ਬਹੁਤ ਜ਼ਰੂਰੀ ਹੈਗੇ। ਮੈਨੂੰ ਬਹੁਤ ਚੰਗੀ ਗੱਲ ਲੱਗੀ, ਆਈ ਵਾਸ ਜਸਟ ਥਿੰਕਿੰਗ ਕਿ ਵੀ ਨਾ ਜਦੋਂ ਸਾਡੀ ਜਰਨੀ ਹੁੰਦੀ ਹੈਗੀ ਆ 5 ਇੰਸਟੀਟਿਊਸ਼ਨ ਸਾਨੂੰ ਜੋ ਵੀ ਅਸੀਂ ਸਾਡਾ ਕਿਰਦਾਰ ਹੈਗਾ ਉਹ ਸਾਹਮਣੇ ਲੈ ਕੇ ਆਉਂਦੀ ਹੈਗੀ ਹੈ। ਪਹਿਲੀ ਇੰਸਟੀਟਿਊਸ਼ਨ ਸਾਡੇ ਪੇਰੈਂਟਸ ਹੀ ਹੈ। ਉਹ ਇੱਕ ਇੰਸਟੀਟਿਊਸ਼ਨ ਹੀ ਹੈ ਜੋ ਬੱਚੇ ਨੂੰ ਸਿਖਾਉਂਦੀ ਹੈ ਪਹਿਲੇ ਉਂਗਲੀ ਫੜ ਕੇ ਚਲਾਉਣਾ। ਉਹ ਇੱਕ ਇੰਸਟੀਟਿਊਸ਼ਨ ਹੀ ਹੈ ਜਿਹੜੀ ਦੱਸਦੀ ਕਿ ਤੁਹਾਡਾ ਰਿਲੀਜਨ ਕੀ ਹੈ, ਕੋਈ ਹੋਰ ਉੱਪਰੋਂ ਨਹੀਂ ਦੱਸਦਾ, ਠੀਕ ਹੈ। ਦੈਟ ਇਜ਼ ਨੰਬਰ 1 ਇੰਸਟੀਟਿਊਸ਼ਨ। ਉਸ ਤੋਂ ਬਾਅਦ ਹੈਗੀ ਐਜੂਕੇਸ਼ਨਲ ਇੰਸਟੀਟਿਊਸ਼ਨ। ਗੁਰੂ ਸਾਹਿਬ ਜਿੱਦਾਂ ਤੁਹਾਡੇ ਗੁਰੂ ਬੈਠੇ ਹੈਗੇ ਆ ਇੱਥੇ, ਉਹ ਐਜੂਕੇਸ਼ਨਲ ਇੰਸਟੀਟਿਊਸ਼ਨ ਹੈਗੀ। थर्ड इंस्टीट्यूशन है कि रिलीजियस इंस्टीट्यूशन, ठीक है। चौथी इंस्टीट्यूशन इज सोशल सर्विस, चैरिटी एसोसीएशन ਜਿਹੜੀ ਸਾਡੇ ਵਰਗੀਆਂ ਹੈਗੀਆਂ। ਪੰਜਵੀਂ ਇੰਸਟੀਟਿਊਸ਼ਨ ਇਜ਼ ਅ ਪੋਲੀਟੀਕਲ ਇੰਸਟੀਟਿਊਸ਼ਨ। ਇਹ ਸਾਰੀਆਂ ਇੰਸਟੀਟਿਊਸ਼ਨ ਜਦੋਂ ਸਿਰ ਜੋੜ ਕੇ ਇੱਕ ਫੋਕਸ ਰੱਖਦੀ ਕਿ ਬੱਚੇ ਦੀ ਮਿਸ਼ਨ ਨੂੰ ਆਪਾਂ ਕਿੱਦਾਂ ਅੱਗੇ ਵਧਾਈਏ, ਭਾਵੇਂ ਲੈਂਗੁਏਜ ਹੋਵੇ, ਭਾਵੇਂ ਬੱਚੇ ਨੂੰ ਕਿੱਥੇ ਪਹੁੰਚਾਉਣਾ ਹੈਗਾ, ਇਹ ਸਾਰੀਆਂ ਇੰਸਟੀਟਿਊਸ਼ਨ ਦਾ ਹੀ ਹੈਗਾ। ਸੋ ਮੈਂ ਤਾਂ ਹਮੇਸ਼ਾ ਜਿੱਥੇ ਵੀ ਬੱਚਿਆਂ ਨੂੰ ਲੈਕਚਰ ਦਿੰਦਾ ਮੈਂ ਇਹੀ ਕਹਿੰਦਾ, ਮੈਂ ਰੱਬ ਨਹੀਂ ਦੇਖਿਆ। ਰੱਬ ਮੇਰੇ ਸਾਹਮਣੇ 2 ਹੀ ਤਰ੍ਹਾਂ ਦੇ ਰੂਪ ਚ ਆਇਆ ਹੈਗਾ, ਠੀਕ ਹੈ। ਨੰਬਰ 1 ਮੇਰੇ ਪੇਰੈਂਟਸ ਹੀ ਮੇਰੇ ਰੱਬ ਆ। ਸੈਕੰਡ ਤੁਹਾਡਾ ਰੱਬ ਹੁੰਦਾ ਹੈ ਗੁਰੂ, ਟੀਚਰ ਤੁਹਾਡਾ। ਤੀਜਾ ਤੁਸੀਂ ਰਿਲੀਜਨ ਜੋ ਵੀ ਲੈ ਲਓ ਉਹ ਵੀ ਤੁਹਾਡੇ ਗੁਰੂ ਹੈ। ਸਾਡਾ ਜਿੱਦਾਂ ਆਈ ਬਿਲੀਵ ਇਨ ਸਿੱਖੀਜ਼ਮ, ਗੁਰੂ ਗ੍ਰੰਥ ਸਾਹਿਬ ਮੇਰੇ ਗੁਰੂ ਹੈਗੇ। ਸੋ ਆਪਾਂ ਨੂੰ ਹੁਣ ਬੇਸਿਕਲੀ ਫੋਕਸ ਕਰਨਾ ਹੈ ਕਿ ਇਸ ਮਾਧਿਅਮ ਕਾਨਫਰੰਸਿਸ ਦੇ ਮਾਧਿਅਮ ਆਪਾਂ ਡਿਬੇਟ ਕਰੀਏ ਕਿ ਵੀ ਆਪਾਂ ਕਿਸ ਤਰ੍ਹਾਂ ਐਜੂਕੇਸ਼ਨ ਨੂੰ ਰਿਫਾਰਮ ਕੀਤਾ ਜਾਏ, ਕਿਸ ਤਰ੍ਹਾਂ ਪੰਜਾਬੀ ਬੋਲੀ ਨੂੰ ਵਧਾਇਆ ਜਾਵੇ। ਹੁਣ ਸਿਚੁਏਸ਼ਨ ਦੇ ਹਿਸਾਬ ਨਾਲ ਆਪਾਂ ਨੂੰ ਬਦਲਣਾ ਪੈਣਾ ਜੀ। ਮੈਂ ਕਾਲ ਲੈ ਕੇ ਮੈਂ ਕਾਲਸ ਆ ਗਈਆਂ ਜੀ, ਮੈਂ ਕਾਲਸ ਲੈ ਕੇ ਆਉਂਦਾ ਥੋੜੀ। ਵਾਈ ਮੀਡੀਆ ਸਵਾਗਤ ਕਰਦੇ। ਕੌਣ ਸਾ ਬੋਲ ਰਹੇ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ ਪਿੱਛੇ ਮਿਊਟ ਕਰ ਲਓ ਸਰ ਆਵਾਜ਼ ਆਪਣੀ। ਹਾਂਜੀ ਸਰ 20 ਸੈਕਿੰਡ ਦਾ ਡਿਲੇ। ਵਾਈ ਮੀਡੀਆ ਸਵਾਗਤ। ਹਾਂਜੀ ਸਰ ਕੌਣ ਸਾ ਬੋਲ ਰਹੇ ਜੀ, ਕਿੱਥੋਂ ਬੋਲ ਰਹੇ ਹੋ? ਖੋਸਲਾ ਸਾਹਿਬ, ਮੈਂ ਮਨਮੋਹਨ ਵਾਲੀਆ ਕਰ ਰਿਹਾ ਜੀ, ਬ੍ਰੈਂਪਟਨ ਤੋਂ। ਵਾਲੀਆ ਸਾਹਿਬ ਸਤਿ ਸ਼੍ਰੀ ਅਕਾਲ, ਚੈਨਲ ਵਾਈ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਰ। ਖੋਸਲਾ ਸਾਹਿਬ, ਸਾਰਿਆਂ ਤੋਂ ਪਹਿਲਾਂ ਆ ਜਿਹੜੇ ਪੈਨਲ ਨੂੰ ਵੀ ਬਹੁਤ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਔਰ ਜਿਹੜਾ ਖੋਸਲਾ ਸਾਹਿਬ ਇਹ ਤੁਸੀਂ ਵਾਈ ਚੈਨਲ ਦੇ ਉੱਤੇ ਇਨੀਸ਼ੀਏਟਿਵ ਲਿਆ ਆ, ਇਹਦੇ ਵਾਸਤੇ ਤੁਹਾਨੂੰ ਬਹੁਤ ਬਹੁਤ ਵਧਾਈ ਜੀ, ਬਹੁਤ ਬਹੁਤ ਵਧਾਈ। ਥੈਂਕ ਯੂ ਸਰ, ਥੈਂਕ ਯੂ ਸਰ। ਮੈਨੂੰ ਮਾਣ ਹੈ ਇਸ ਗੱਲ ਦਾ ਕਿ ਇਹ ਜਿਹੜੇ ਪੈਨਲ ਦੇ ਉੱਤੇ ਅੱਜ ਤੁਹਾਡੇ ਨਾਲ ਬੈਠੇ ਆ, ਮੈਨੂੰ ਵੀ ਇਹਨਾਂ ਦੇ ਨਾਲ ਜੁੜਿਆ ਥੋੜੀ ਦੇਰੀ ਹੋਈ ਆ। ਔਰ ਮੈਂ ਜੋ ਇਹਨਾਂ ਦੀ ਅਣਥੱਕ ਜੋ ਮਿਹਨਤ ਕਰ ਰਹੇ ਆ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ, ਪੰਜਾਬੀਅਤ ਨੂੰ ਪ੍ਰਮੋਟ ਕਰਨ ਵਾਸਤੇ ਜੋ ਮਿਹਨਤ ਕਰਦੇ ਉਹਦੇ ਵਾਰੇ ਜਾਣਾ। ਮੈਂ ਦੇਖੋ ਇਹ ਅੱਜ ਜਿਹੜਾ ਤੁਸੀਂ ਪ੍ਰੋਗਰਾਮ ਦਿਖਾ ਕੇ ਇੱਕ ਲੀਡ ਲੈ ਰਹੇ ਹੋ ਤੁਸੀਂ ਇੱਥੇ। ਥੈਂਕ ਯੂ ਸਰ, ਥੈਂਕ ਯੂ। ਤੁਸੀਂ ਆਲਵੇਜ਼ ਲੀਡਰ ਹੈਗੇ ਹੋ। ਵਾਈ ਚੈਨਲ ਬੜੀ ਦਾ ਨਾਂ ਹੈ ਅੱਜ। ਜੇਕਰ ਆਪਾਂ ਪੰਜਾਬ ਤੋਂ ਬਾਅਦ ਗੱਲ ਕਰੀਏ ਤੇ ਬ੍ਰੈਂਪਟਨ ਵਾਕਈ ਦੂਜਾ ਪੰਜਾਬ ਆ। ਇਸੇ ਪੈਨਲ ਦੇ ਨਾਲ ਪੰਜਾਬੀ ਸਭਾ ਦੇ ਨਾਲ ਰਲ ਕੇ ਇਹਨਾਂ ਨੇ ਪਿੱਛੇ ਮਨਾਇਆ ਜੀ ਮਦਰ ਡੇ। ਦੈਟ ਵਾਜ਼ ਆਲਸੋ ਵਰਥ ਸੀਇੰਗ। ਮੇਰਾ ਸਿਰਫ ਔਰ ਸਿਰਫ ਇਹ ਕਹਿਣਾ ਆ ਕਿ ਜੇ ਅੱਜ ਇਹਨਾਂ ਸਾਰਿਆਂ ਨੇ ਸਿਰ ਜੋੜ ਕੇ ਬਹੁਤ ਵਧੀਆ ਤਰੀਕੇ ਨਾਲ ਉਪਰਾਲਾ ਕਰ ਰਹੇ ਨੇ, ਅੱਜ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਸਾਰੇ
ਸਕਾਲਰਸ ਨੂੰ ਬੁਲਾ ਰਹੇ ਨੇ, ਵਿਦਵਾਨਾਂ ਨੂੰ ਬੁਲਾ ਰਹੇ ਨੇ ਔਰ ਆਪਣੇ ਵਿਚਾਰ ਪੇਸ਼ ਕਰਦੇ ਆ। ਸਾਡਾ ਸਭ ਦਾ ਇਖਲਾਕੀ ਫਰਜ਼ ਬਣਦਾ ਹੈ ਕਿ ਇਸ ਕਾਨਫਰੰਸ ਦੇ ਵਿੱਚ ਜਾ ਕੇ ਉਥੋਂ ਉਹ ਸਾਰੇ ਤਜਰਬੇ ਅਸੀਂ ਹਾਸਲ ਕਰੀਏ, ਉਹ ਆਪ ਮਾਨੀਏ, ਉਹ ਤਜਰਬਿਆਂ ਦੇ ਬਾਰੇ ਕੁਝ ਸੁਣੀਏ ਔਰ ਅੱਗੋਂ ਉਹਨੂੰ ਇੰਪਲੀਮੈਂਟ ਕਰੀਏ। ਅੱਜ ਕੱਲੇ ਗੱਲ ਇਹਨਾਂ ਦੀ ਨਾ ਕਰਨ ਦੀ ਨਹੀਂ, ਸੁਣਨ ਦੀ ਆ। ਮਤਲਬ ਇਹਨਾਂ ਦੀ ਗੱਲ ਅੱਜ ਕਾਲ ਕਰਕੇ ਮੈਂ ਇਮੋਸ਼ਨਲ ਹੋਇਆ, ਆਈ ਕੁਡ ਨਾਟ ਸਟਾਪ ਮਾਈਸੈਲਫ। ਪਰ ਇਹਨਾਂ ਦੀ ਨਾ ਜੋ ਵਧੀਆ ਉਪਰਾਲਾ ਆ ਉਹਨੂੰ ਤਾਂ ਹੀ ਬੂਰ ਪਏਗਾ, ਤਾਂ ਹੀ ਜੇ ਅਸੀਂ ਜਾ ਕੇ ਬਜ਼ਾਤੇ ਖੁਦ ਉੱਥੇ ਜਾ ਕੇ ਹਾਜ਼ਰ ਹੋਈਏ ਔਰ ਉੱਥੇ ਜਾ ਕੇ ਇਹਨਾਂ ਦੀ ਇਸ ਕਾਨਫਰੰਸ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਦਈਏ ਜੀ। ਤੇ ਤੁਹਾਨੂੰ ਇਹਦੇ ਵਾਸਤੇ ਨਾ ਵਾਈ ਚੈਨਲ ਨੂੰ ਮੈਂ ਬਹੁਤ ਵਧਾਈ ਦਿੰਦਾ ਕਿ ਤੁਸੀਂ ਲੀਡ ਲਈ ਆ। ਹਮੇਸ਼ਾ ਹੀ ਤੁਸੀਂ ਇਸ ਤਰ੍ਹਾਂ ਕਰਦੇ ਹੋ। ਚਾਹੀਦਾ ਇਹ ਆ ਜਿਹੜੀ ਆਉਣ ਵਾਲੀ ਹੁਣ 23, 24, 25 ਤਰੀਕ ਜਿਹੜੀ ਕਾਨਫਰੰਸ ਹੋ ਰਹੀ ਹੈ ਉਹਦੇ 'ਚ ਭਰਵਾਂ ਹੁੰਗਾਰਾ ਤਾਂ ਭਰੀਏ ਪਲੱਸ ਬਾਕੀ ਚੈਨਲ ਵੀ ਜੇਕਰ ਅਸੀਂ ਉਹਦੇ ਤੇ ਇਸ ਤਰ੍ਹਾਂ ਹੀ ਇਹਨੂੰ ਜਿੰਨਾ ਜ਼ਿਆਦਾ ਪ੍ਰਮੋਟ ਕਰੀਏ that will be definitely that is required। ਥੈਂਕ ਯੂ ਸਰ, ਥੈਂਕ ਸਾਰੇ ਪੈਨਲ ਨੂੰ ਸਾਰੇ ਅੱਜ ਮੁੱਖ ਮਹਿਮਾਨ ਵੀ ਵਿੱਚ ਬੈਠੇ ਨੇ, ਚੱਠਾ ਸਾਹਿਬ ਨੂੰ ਤੇ ਸਾਰੀ ਟੀਮ ਨੂੰ ਬਹੁਤ ਮੁਬਾਰਕਾਂ ਨੇ ਜੀ। ਖਿਆਰਾ ਸਾਹਿਬ ਨੂੰ ਬਹੁਤ ਵੱਡੀਆਂ ਮੁਬਾਰਕਾਂ ਨੇ। ਕੀਪ ਇਟ ਅਪ, ਜੋ ਤੁਸੀਂ ਕਰ ਰਹੇ ਹੋ ਜੀ ਕਾਬਲੇ ਤਾਰੀਫ ਹੈ ਔਰ ਸਾਨੂੰ ਸਭ ਨੂੰ ਸਾਥ ਦੇਣਾ ਚਾਹੀਦਾ ਜੀ। ਥੈਂਕ ਯੂ ਵਾਲੀਆ ਸਾਹਿਬ, ਥੈਂਕ ਯੂ ਸੋ ਮਚ, ਵੈਲਕਮ ਜੀ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਜੀ, ਸਰ ਤੁਸੀਂ ਕੁਝ ਕਹਿਣਾ ਚਾਹੁੰਦੇ? ਮੈਂ ਜੋ ਆਪਣੀ ਪਹਿਲੀ ਡਿਸਕਸ਼ਨ ਸੀ ਮੇਰੇ ਵੱਲੋਂ ਵਿਚਾਰ ਦਿੱਤੇ ਸੀ, ਉਹਦੇ 'ਚ ਇੱਕ ਛੋਟਾ ਜਿਹਾ ਮੈਂ ਪੁਆਇੰਟ ਐਡ ਕਰਨਾ ਚਾਹੁੰਦਾ ਕਿ ਮੇਰੀ ਆਪਣੇ ਐਕਸਪੀਰੀਅੰਸ ਤੋਂ ਇੱਕ ਹੈ, ਮੇਰਾ ਖਿਆਲ ਹੈ ਸ਼ਾਇਦ ਹੁਣ ਕਾਫੀ ਉਹਦੇ ਨਾਲ ਐਗਰੀ ਵੀ ਕਰਨਗੇ, ਸ਼ੁਰੂ ਤਾਂ ਨਹੀਂ ਕਰਦੇ ਸੀ, ਕਿ ਜਿਹੜਾ ਸਾਡਾ ਆਨਲਾਈਨ ਟੀਚਿੰਗ ਦਾ ਕਨਸੈਪਟ ਸਟਾਰਟ ਹੋਇਆ ਸੀ ਨਾ, ਉਹ ਪੈਂਡੈਮਿਕ ਦੀ ਮਜਬੂਰੀ 'ਚ ਹੋਇਆ ਸੀਗਾ। ਉਹਦੀ ਉੱਥੋਂ ਕਾਢ ਨਿਕਲੀ ਸੀ ਤੇ ਉਸ ਨੂੰ ਸਾਰਿਆਂ ਨੇ ਅਡਾਪਟ ਕਰ ਲਿਆ। ਮੈਂ ਸ਼ੁਰੂ 'ਚ ਜਦੋਂ ਇਹ ਹੋਇਆ ਸੀ ਉਦੋਂ ਵੀ ਇੱਕ ਸੁਜੈਸ਼ਨ ਦਿੱਤੀ ਸੀ, ਹਾਲਾਂਕਿ ਮੇਰਾ ਵਿਰੋਧ ਵੀ ਹੋਇਆ ਸੀ ਇੰਡੀਆ ਦੇ ਵਿੱਚ। ਮੈਂ ਜੇ ਵਾਈਸ ਚਾਂਸਲਰ ਸਟੇਟਮੈਂਟ ਦੇ ਬੈਠਿਆ ਸੀ ਕਿ ਜਿਹੜਾ ਆਨਲਾਈਨ ਟੀਚਿੰਗ ਹੈ ਨਾ, ਕਿਉਂਕਿ ਪ੍ਰਾਈਵੇਟ ਇੰਸਟੀਟਿਊਸ਼ਨ ਸਾਰਿਆਂ ਨੂੰ ਬੜੀ ਫਾਇਦੇਮੰਦ ਸੀਗੀਆਂ ਇਹ, ਤੇ ਉਦੋਂ ਮੈਂ ਇੱਕ ਸਟੇਟਮੈਂਟ ਦੇ ਬੈਠਿਆ ਸੀ ਕਿ ਜਿਹੜਾ ਇਹ ਆਨਲਾਈਨ ਟੀਚਿੰਗ ਹੈ, ਇਟ ਸ਼ੁੱਡ ਨਾਟ ਬੀ ਸਬਸਟੀਟਿਊਟ ਟੂ ਦ ਕਲਾਸਰੂਮ ਟੀਚਿੰਗ। ਬਿਲਕੁਲ ਸਹੀ ਗੱਲ ਹੈ ਸਰ। ਇਟ ਸ਼ੁੱਡ ਬੀ ਓਨਲੀ ਇਨ ਐਡੀਸ਼ਨ ਟੂ ਦੈਟ। ਪਰ ਹੁਣ ਜੋ ਚੱਲ ਰਿਹਾ ਹੈ, ਈਵਨ ਫੋਰਨ ਕੰਟਰੀ ਜਾਂ ਇੰਡੀਆ 'ਚ ਵੀ ਚੱਲ ਰਿਹਾ ਹੈ ਕਿ ਈਵਨ ਆਫੀਸ਼ੀਅਲੀ 40% ਆਨਲਾਈਨ ਟੀਚਿੰਗ ਅਲਾਉਡ ਕਰਤੀ ਹੈ ਇੰਡੀਆ ਦੇ ਵਿੱਚ, ਜੋ ਨਵੀਂ ਐਜੂਕੇਸ਼ਨ ਪਾਲਿਸੀ ਹੈ। ਪਰ 3 ਚੀਜ਼ਾਂ ਬਹੁਤ ਰਿਕੁਆਇਰ ਹੁੰਦੀਆਂ ਨੇ ਬੱਚੇ ਦੇ ਵਿੱਚ ਪੈਦਾ ਕਰਨ ਦੇ ਲਈ, ਇਨਕੈਲਕੂਲੇਟ ਕਰਨ ਦੇ ਲਈ। ਫਸਟ ਹੁੰਦੀ ਹੈ ਤੁਹਾਡੀ ਹਾਰਡ ਵਰਕ, ਹੈਬਿਟ ਆਫ ਹਾਰਡ ਵਰਕ। ਹਾਰਡ ਵਰਕ ਦੇ ਵਿੱਚ ਇਹ ਨਹੀਂ ਕਿ ਸਿੰਪਲੀ ਉਹਨੇ ਉੱਠ ਕੇ ਕੋਈ ਐਕਸਰਸਾਈਜ਼ ਕਰਨੀ ਹੈ। ਹਾਰਡ ਵਰਕ ਦਾ ਇਹ ਹੈ ਕਿ ਉੱਠ ਕੇ ਤਿਆਰ ਹੋਣਾ ਹੈ, ਉਸਨੇ ਸਕੂਲ ਜਾਣਾ ਹੈ, ਸਕੂਲ 'ਚ ਜਾ ਕੇ ਮਿਲਣਾ ਹੈ, ਸੋਸ਼ਲ ਰਿਲੇਸ਼ਨਸ ਬਣਨੇ ਨੇ, ਉਸ ਦੇ ਬੱਚਿਆਂ ਦੇ ਨਾਲ ਇੱਕ ਦੂਜੇ ਤੋਂ ਸਿੱਖਣਾ ਹੈ। ਦੈਟ ਇਜ਼ ਮਿਸਿੰਗ ਇਨ ਦਿਸ। ਦੂਸਰੀ ਹੈ ਤੁਹਾਡੀ ਕੰਸਨਟ੍ਰੇਸ਼ਨ, ਇਕਾਗਰਤਾ। ਜੋ ਕਲਾਸਰੂਮ 'ਚ ਬੈਠ ਕੇ ਆਪਾਂ ਇਕਾਗਰ ਹੁੰਨੇ ਆ, ਉਹ ਕਿਤੇ ਹੋਰ ਨਹੀਂ ਹੋ ਸਕਦੇ। ਆਪਾਂ ਨੂੰ ਪਤਾ ਸਾਹਮਣੇ ਬੈਠ ਕੇ ਅੱਜ ਵੀ ਆਪਾਂ ਬੜੀ ਵਾਰੀ ਦੇਖਿਆ, ਮੈਂ ਈਵਨ ਮੇਰੇ ਨਾਲ ਵੀ ਵਾਪਰਿਆ, ਕਈ ਵਾਰੀ ਉੱਤੋਂ ਸੂਟ ਬੂਟ ਪਾਇਆ ਹੁੰਦਾ ਤੇ ਥੱਲੇ ਪਜਾਮਾ ਪਾ ਕੇ ਆਪਾਂ ਆਨਲਾਈਨ ਕਰ ਰਹੇ ਹੁੰਦੇ ਆ। ਓਕੇ, ਸੋ ਕਿੱਥੇ ਸੀਰੀਅਸਨੈਸ, ਉਹ ਇਕਾਗਰਤਾ ਕਿੱਥੋਂ ਲਿਆ ਸਕਦੇ ਹੋ, ਕੰਸਨਟ੍ਰੇਸ਼ਨ ਕਿੱਥੋਂ ਲਿਆ ਸਕਦੇ ਹਾਂ ਅਸੀਂ? ਕਲਾਸਰੂਮ ਟੀਚਿੰਗ ਦੇ ਵਿੱਚ ਤੁਸੀਂ ਸਾਰੇ ਮੇਰੇ ਖਿਆਲ ਜਿੰਨੇ ਵੀ ਆਪਾਂ ਬੈਠੇ ਆ, ਜਦੋਂ ਪੜ੍ਹਦੇ ਸੀ ਸਕੂਲ 'ਚ, ਕਾਲਜ, ਯੂਨੀਵਰਸਿਟੀ ਦੇ ਵਿੱਚ, ਕੋਈ ਨਾ ਕੋਈ ਸਾਡਾ ਇੱਕ ਰੋਲ ਮਾਡਲ ਹੋਇਆ ਕਰਦਾ ਸੀ। 1-2 ਟੀਚਰ ਰੋਲ ਮਾਡਲ ਹੋਇਆ ਕਰਦੇ ਸੀ ਜਿਨ੍ਹਾਂ ਨੂੰ ਅਸੀਂ ਫੋਲੋ ਕਰਿਆ ਕਰਦੇ ਸੀ। ਈਵਨ ਮੈਨੂੰ ਇੱਥੋਂ ਤੱਕ ਵੀ ਯਾਦ ਹੈ ਕਿ ਕਈ ਟੀਚਰ ਐਸੇ ਸੀ ਜਿਨ੍ਹਾਂ ਦੀ ਸਾਨੂੰ ਚਾਲ ਬੜੀ ਅੱਛੀ ਲੱਗਦੀ ਹੁੰਦੀ ਸੀ, ਉਹਨਾਂ ਦਾ ਐਕਸ਼ਨ ਬੜੇ ਅੱਛੇ ਲੱਗਦੇ ਹੁੰਦੇ ਸੀ। ਮੈਨੂੰ ਯਾਦ ਹੈ ਕਿ ਟੀਚਿੰਗ ਦੇ ਵਿੱਚ ਮੈਂ ਜਦੋਂ ਪੜ੍ਹਾਉਂਦਾ ਹੁੰਦਾ ਸੀ ਤਾਂ ਆਈ ਯੂਜ਼ ਟੂ ਯੂਜ਼ ਮਾਈ ਹੈਂਡਸ, ਕਿਉਂਕਿ ਵਨ ਆਫ ਮਾਈ ਬੈਸਟ ਟੀਚਰ ਯੂਜ਼ ਟੂ ਹੈਂਡ। ਉੱਥੇ ਐਂ ਲੱਗਦਾ ਸੀ ਕਿ ਹੀ ਇਜ਼ attaching with us, not from inner side, outside, but inner side also. So ਇਹ ਦੂਸਰੀ ਇਕਾਗਰਤਾ ਵਾਲੀ ਗੱਲ ਹੈ। ਤੀਸਰੀ ਸਾਡੇ ਜਿਹੜੇ ਨੇ ਕਿ ਪਰਸਨਲ ਰਿਲੇਸ਼ਨਸ in the society, which is must for education, ਜਿਹਦੇ ਨਾਲ ਅਸੀਂ ਐਜੂਕੇਸ਼ਨ। ਸੋ 3 ਚੀਜ਼ਾਂ ਬਹੁਤ ਇੰਪੋਰਟੈਂਟ ਨੇ ਜਿਹੜੀਆਂ ਮਿਸਿੰਗ ਹੋ ਰਹੀਆਂ ਨੇ। ਸੋ ਸਾਨੂੰ ਇੱਕ ਇਹ ਵੀ ਅੱਗੇ ਐਜੂਕੇਸ਼ਨ ਰਿਫਾਰਮਸ ਦੇ ਵਿੱਚ ਹੀ ਹੋਣਾ ਚਾਹੀਦਾ ਕਿ ਘੱਟੋ ਘੱਟ ਸਾਨੂੰ ਆਨਲਾਈਨ ਟੀਚਿੰਗ ਦੇ ਵਿੱਚ ਹੋਵੇ। ਸਿਰਫ ਆਪਾਂ ਬਾਹਰ ਵੀ ਹੁਣ ਮੈਨੂੰ ਪਤਾ ਲੱਗਿਆ ਕਿ ਡਿਪਲੋਮਾ ਕੋਰਸਿਸ ਆਨਲਾਈਨ ਸਟਾਰਟ ਕੀਤੇ ਨੇ, ਜਦ ਕਿ ਇੰਡੀਆ 'ਚ ਬੈਠ ਕੇ ਪੜ੍ਹਿਆ ਜਾ ਸਕਦਾ, ਪਰ ਉਹਨਾਂ ਨੇ ਇੱਥੇ ਫੀਸ ਲੈਣੀ ਹੁੰਦੀ ਹੈ 25 ਲੱਖ ਰੁਪਇਆ। ਉਹ ਇੱਥੇ ਆਉਂਦੇ ਨੇ, ਇੱਥੇ ਆ ਕੇ ਆਨਲਾਈਨ ਕਲਾਸਿਸ ਨੇ, ਉਹ ਬੱਚੇ ਛੱਡ ਕੇ ਜਾ ਰਹੇ ਨੇ, ਮੇਰੇ ਆਪਣੀ ਨੌਲੇਜ ਹੈਗੇ ਨੇ ਜਦ ਉਹਨਾਂ ਨੇ ਇਹ ਦੇਖਿਆ। ਸੋ ਇਹਨਾਂ ਚੀਜ਼ਾਂ ਤੋਂ ਮੈਂ ਲਾਸਟ ਸੁਜੈਸ਼ਨ ਇਹੀ ਹੈ ਕਿ ਆਨਲਾਈਨ ਟੀਚਿੰਗ ਜਿਹੜੀ ਹੈਗੀ ਆ, ਇਹਨੂੰ ਅਸੀਂ ਸਬਸਟੀਟਿਊਟ ਨਾ ਬਣਾਈਏ ਕਲਾਸਰੂਮ ਟੀਚਿੰਗ ਦਾ। ਕਲਾਸਰੂਮ ਟੀਚਿੰਗ ਇਜ਼ ਅ ਵੈਰੀ ਪਾਸ profession,
ਨਾਟ ਅ ਪ੍ਰੋਫੈਸ਼ਨ ਬਟ ਅ ਪੈਸ਼ਨ ਆਈ ਵੁੱਡ ਸੇ ਔਰ ਇਸ ਨੂੰ ਸਾਨੂੰ ਕੰਟੀਨਿਊ ਕਰਨ ਦੇ ਲਈ ਕਲਾਸਰੂਮ ਟੀਚਿੰਗ ਪਰਸਨਲ ਰਿਲੇਸ਼ਨਸ ਟੀਚਿੰਗ ਜ਼ਰੂਰ ਸਾਨੂੰ ਰਿਵਰਟ ਬੈਕ ਹੋਣਾ ਚਾਹੀਦਾ ਔਰ ਉਹ ਉੱਤੇ ਐਮਫੈਸਿਸ ਦੇਣਾ ਚਾਹੀਦਾ। ਸਰ ਮੈਂ ਵੀ ਇਹ ਚੀਜ਼ ਨੂੰ ਫੋਲੋ ਕਰਦਾ, ਇਵਨ ਮੈਂ ਆਪਣੇ ਬੱਚਿਆਂ ਨਾਲ ਵੀ ਗੱਲ ਕਰਦਾ। ਫੋਕਸ ਮੇਰੀ ਵਾਈਫ ਨਾਲ ਇਸੇ ਕਰਕੇ ਬਹਿਸ ਬਸਾਈ ਬਹੁਤ ਹੁੰਦੀ ਹੈ ਕਿ ਆਨਲਾਈਨ ਟੀਚਿੰਗ, ਮੈਂ ਨਹੀਂ ਮੰਨਦਾ ਆਨਲਾਈਨ ਟੀਚਿੰਗ ਬਹੁਤ ਵਧੀਆ ਚੀਜ਼ ਹੈਗੀ। ਆਨਲਾਈਨ ਟੀਚਿੰਗ ਅਗਰ ਤੁਸੀਂ ਸਕੂਲ 'ਚ ਜਾਂਦੇ ਹੋ, ਸਕੂਲ ਦੇ ਵਿੱਚ ਤੁਹਾਡਾ ਇੱਕ ਕਰੈਕਟਰ ਕ੍ਰੀਏਟ ਹੁੰਦਾ, ਤੁਹਾਡਾ ਇੱਕ ਬਿਹੇਵੀਅਰ ਚੇਂਜਿਸ ਆ। ਅੱਜ ਕੱਲ੍ਹ ਬੱਚਿਆਂ 'ਚ ਬਹੁਤ ਪਾਏ ਹੋਏ, ਜਿਵੇਂ ਬਲਜੀਤ ਜੀ ਨੇ ਕਿਹਾ ਬਿਹੇਵੀਅਰ ਚੇਂਜਿਸ ਆ ਰਹੀਆਂ। ਤੇ ਇੱਥੇ ਸਕੂਲਾਂ ਦੇ ਵਿੱਚ ਮੈਂ ਇੱਥੇ ਆંકੜਾ ਆਇਆ ਜੀ, ਅਸੀਂ ਇੱਥੇ ਸ਼ੋਅ ਵੀ ਕੀਤਾ ਸੀ ਕਿ ਵਾਇਲੈਂਸ ਬਹੁਤ ਵੱਧ ਚੁੱਕੀ ਹੈ ਬੱਚਿਆਂ ਦੇ ਨਾਲ। ਟੀਚਰਸ ਦੀ ਵਾਇਲੈਂਸ, ਟੀਚਰਸ ਦੇ ਪ੍ਰਤੀ ਜਿਹੜੀ ਵਾਇਲੈਂਸ ਹੈ, ਟੀਚਰਸ ਦੀ ਕੰਪਲੇਂਟ ਹੈ, ਸੈਕੰਡਰੀ ਸਕੂਲਾਂ ਦੀ ਕੰਪਲੇਂਟ ਹੈਗੀ ਹੈ। ਮੋਬਾਈਲ ਇਨ ਯੂਜ਼ ਜਿਹੜੀ ਹੈਗੀ, ਤੁਸੀਂ ਕਹਿੰਦੇ ਹੋ ਅਟੈਂਸ਼ਨਸ ਦੀ ਗੱਲ ਹੈਗੀ ਹੈ ਕਿ ਬੱਚੇ, ਤੁਸੀਂ 10 ਸੈਕਿੰਡ ਕਿਹਾ ਕਿ 1 ਸੈਕਿੰਡ ਵੀ ਆਪਣਾ ਫੋਨ ਨਹੀਂ ਛੱਡਦੇ ਹੈਗੇ ਸਕੂਲਾਂ ਦੇ ਵਿੱਚ। ਕਈ ਸਕੂਲਾਂ ਨੇ ਇੱਥੇ ਰੈਜ਼ੋਲੂਸ਼ਨ ਵੀ ਪਾਸ ਕੀਤਾ ਹੈਗਾ ਕਿ ਸਕੂਲਾਂ ਦੇ ਵਿੱਚ, ਅੰਟਾਰੀਓ ਦੇ ਵਿੱਚ ਹੋ ਰਿਹਾ ਕਿ ਫੋਨ ਬੈਨ ਕੀਤੇ ਜਾਣ ਕਲਾਸ ਰੂਮ ਦੇ ਵਿੱਚ ਜਦ ਕਲਾਸ ਸਟਾਰਟ ਹੁੰਦੀ ਹੋਵੇ। ਜੀ ਜ਼ਰੂਰ ਹੈ। ਹਾਂਜੀ ਹਾਂਜੀ ਮੈਂ ਐਕਚੁਅਲੀ ਹਮੇਸ਼ਾ ਕਹਿੰਦਾ ਹੈ ਕਿ ਇੱਕ ਇਦਾਂ ਦੀਆਂ ਕਾਨਫਰੰਸ ਇਹ ਮਸਟ ਹੈਗੀਆਂ। ਹਰੇਕ ਐਸੋਸੀਏਸ਼ਨ ਸੋਚੇ ਕਿ ਵੀ ਆਪਾਂ ਇਦਾਂ ਦੀ ਕਾਨਫਰੰਸ ਕਿਸ ਤਰ੍ਹਾਂ ਕਰੀਏ। ਇੱਕ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦੇ ਰਿਹਾ। ਅਸੀਂ ਤਿੰਨੋਂ ਜਣੇ ਹੁਣੇ ਹੀ ਫੈਬਰੀ ਦੇ ਮਹੀਨੇ ਇੰਡੀਆ ਸੀਗੇ ਬੰਬੇ। ਅਸੀਂ 2nd ਇੰਟਰਨੈਸ਼ਨਲ ਬੈਟਰ ਲਰਨਿੰਗ ਐਂਡ ਟੀਚਿੰਗ ਕਾਨਫਰੰਸ ਕਰਾਈ ਸੀ, ਜਿਹਦੇ ਵਿੱਚੋਂ ਅਬਾਊਟ 50 ਪਾਰਟਿਸਪੈਂਟਸ ਪੰਜਾਬ ਤੋਂ ਆਏ ਸੀਗੇ। ਉਹ 'ਚੋਂ ਇੱਕ ਆਈਡੀਆ ਨਿਕਲਿਆ, ਕਿਉਂਕਿ ਅਸੀਂ ਜਦੋਂ ਕਾਨਫਰੰਸ ਕਰਦੇ ਹਰ ਪਾਰਟਿਸਪੈਂਟਸ ਇੱਕ ਐਕਸ਼ਨ ਲੈ ਕੇ ਵਾਪਸ ਤੁਰਦਾ ਹੈਗਾ। ਉਹ ਐਕਸ਼ਨ ਨੂੰ ਫਿਰ ਅਗਲੇ ਸਾਲ ਅਸੀਂ ਪੁੱਛਦੇ ਤੁਸੀਂ ਕਿੱਦਾਂ ਕੀਤਾ ਹੈਗਾ। ਇੱਕ ਕਾਫੀ ਵੱਡਾ ਇੱਕ ਐਕਸ਼ਨ ਉਸ ਕਾਨਫਰੰਸ 'ਚੋਂ ਬਾਹਰ ਨਿਕਲਿਆ ਹੈ ਕਿ ਬਈ ਅਸੀਂ ਹੁਣ ਇੰਨੀ ਤਾਦਾਦ 'ਚ ਕੈਨੇਡਾ, US, ਇੰਗਲੈਂਡ ਵਗੈਰਾ ਹੈਗੇ, ਆਸਟ੍ਰੇਲੀਆ, ਨਿਊਜ਼ੀਲੈਂਡ, ਕਿਉਂ ਨਾ ਹੁਣ ਆਪਣੀ ਹੀ ਇੱਕ ਯੂਨੀਵਰਸਿਟੀ ਹੋਵੇ। ਇਹ ਦੇਖੋ, ਇਹ ਇੱਕ ਆਈਡੀਆ ਇਦਾਂ ਦੀ ਹੀ ਕਾਨਫਰੰਸ 'ਚ ਇੰਡੀਆ 'ਚੋਂ ਆਇਆ ਹੈ। ਇਹ ਫੈਬਰੀ ਦੇ ਮਹੀਨੇ ਆਇਆ, ਤਾਂ ਹੁਣ ਮੈਨੂੰ ਤੁਹਾਡੇ ਚੈਨਲ ਤੇ ਸ਼ੇਅਰ ਕਰਦੇ ਖੁਸ਼ੀ ਹੋਊਗੀ ਕਿ ਆਪਣੀ ਪਹਿਲੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਗਲੋਬਲ ਯੂਨੀਵਰਸਿਟੀ ਡੈਲਸ ਵਿੱਚ ਆ ਰਹੀ ਹੈ। ਡੈਲਸ ਵੰਡਰਫੁਲ। ਐਂਡ ਇਹਦਾ ਨੀਂਹ ਪੱਥਰ ਅਸੀਂ ਅਗਲੇ ਸਾਲ ਜੂਨ 20 ਨੂੰ ਕਰ ਰਹੇ ਹੈਗੇ ਡੈਲਸ ਵਿੱਚ। ਉਹਦੇ ਨਾਲ ਹੀ ਇੱਕ ਵਰਲਡ ਪੰਜਾਬੀ ਕਨਵੈਨਸ਼ਨ ਕਰ ਰਹੇ ਹਾਂ ਜੂਨ 21 ਤਾਂ 22 ਤਰੀਕ 2024 ਚ। ਤਾਂ ਹੁਣ ਆਪਣੀ ਹੀ ਯੂਨੀਵਰਸਿਟੀ, ਮੈਂ ਹੀ ਕਹਿੰਦਾ ਇਦਾਂ ਦੀ ਕਾਨਫਰੰਸਾਂ 'ਚ ਤੋਂ ਇਦਾਂ ਦੇ ਵਿਚਾਰ ਅੱਗੇ ਹੁੰਦੇ ਹੈਗੇ ਆ, ਤਾਂ ਅਸੀਂ ਉਹ ਵਿਚਾਰ ਉਹ ਕਾਨਫਰੰਸ ਤੋਂ ਲਿਆ ਹੈਗਾ। ਤਾਂ ਹੁਣ ਆਪਣੀ ਹੀ ਇੱਕ ਯੂਨੀਵਰਸਿਟੀ ਡੈਲਸ ਟੈਕਸਸ ਵਿੱਚ ਆ ਰਹੀ ਹੈਗੀ ਹੈ, ਜਿਹਦਾ ਨਾਮ ਹੈਗਾ ਗੁਰੂ ਨਾਨਕ ਦੇਵ ਗਲੋਬਲ ਯੂਨੀਵਰਸਿਟੀ। ਮੈਂ ਚਾਹੁੰਦਾ ਹੈ ਕਿ ਆਪਣੀ ਕਮਿਊਨਿਟੀ ਹੁਣ ਕੱਲ ਪਰਸੋਂ 3 ਦਿਨ ਆ ਕੇ ਜੁੜੇ, ਆਪਾਂ ਕੁਝ ਆਈਡੀਆਜ਼ ਕੱਢੀਏ ਕਿ ਹੁਣ ਆਪਾਂ ਆਪਣੀ ਪੰਜਾਬੀ ਮੂੰਹ ਬੋਲੀ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਈਆ ਜਾਏ। ਕਿਉਂਕਿ ਇਦਾਂ ਨਹੀਂ, ਜਦੋਂ ਸਾਰੇ ਜਣੇ ਇਕੱਠੇ ਹੁੰਦੇ ਹੈਗੇ ਆ, ਆਈਡੀਏਸ਼ਨ ਹੁੰਦੀ ਹੈ, ਵਿਚਾਰਾਂ ਦੀ ਸਾਂਝ ਹੁੰਦੀ ਹੈ, ਕੁਝ ਡਿਬੇਟਸ ਹੁੰਦੇ ਹੈਗੇ ਆ। ਤਾਂ ਇਟਸ ਵੈਰੀ ਇੰਪੋਰਟੈਂਟ। ਸੋ ਡੈਲਸ ਖੁੱਲ ਰਹੀ ਹੈ ਜੀ ਯੂਨੀਵਰਸਿਟੀ, ਡੈਲਸ ਖੁੱਲ ਰਹੀ ਹੈ। ਅਸੀਂ ਅਗਲੇ ਸਾਲ ਜੂਨ 20 ਨੂੰ ਗਰਾਊਂਡ ਨੀਂਹ ਪੱਥਰ ਰੱਖ ਰਹੇ ਹਾਂ। 21-22 ਨੂੰ ਅਸੀਂ ਵਰਲਡ ਪੰਜਾਬੀ ਕਨਵੈਨਸ਼ਨ ਕਰ ਰਹੇ ਹਾਂ। ਤਾਂ ਅਸੀਂ ਇੱਕ ਇਹੀ ਸਾਂਝ ਕੀਤੀ ਹੈ, 1 ਸਾਲ ਕਾਨਫਰੰਸ ਕੈਨੇਡਾ ਹੋਗੀ ਤਾਂ 1 ਸਾਲ USA ਹੋਏਗੀ। ਸੋ ਅਗਲੀ ਕਾਨਫਰੰਸ USA ਹੋ ਰਹੀ ਹੈ, ਉਸ ਤੋਂ ਬਾਅਦ ਕੈਨੇਡਾ ਹੋਏਗੀ। ਕੈਨੇਡਾ। ਚੱਡਾ ਸਾਹਿਬ ਵਾਹ, ਬਹੁਤ ਵਧੀਆ ਗੱਲ ਆ ਜੀ। ਕਮਾਲ ਕਰਦੀ। ਮੈਂ ਤਾਂ ਸੁਣਨ ਨੂੰ ਜੀ ਕਰਦਾ ਸੁਣੀ ਜਾਵਾਂ। ਜਿਹੜਾ ਕਾਨਫਰੰਸ ਆ, ਜਿਹੜੀਆਂ ਗੱਲਾਂ ਕਰਨੀਆਂ, ਸਾਡੇ ਨਾਲ 2 ਵਿਦਵਾਨ ਬੈਠੇ ਹੈਗੇ ਆ ਵੀ ਐਜੂਕੇਸ਼ਨ ਦਾ ਪਸਾਰ ਕਿਵੇਂ ਕਰਨਾ। ਸਾਡਾ ਵਿਸ਼ਾ ਹੀ ਦੂਜਾ ਹੈਗਾ, ਪਹਿਲਾ ਹੈ ਪੰਜਾਬੀ ਭਾਸ਼ਾ, ਦੂਜਾ ਹੈ ਵਿਦਿਆ ਦਾ ਪਸਾਰ। ਵਿਦਿਆ ਦੇ ਪਸਾਰ ਲਈ ਜੋ ਡਾਕਟਰ ਦਲਜੀਤ ਸਿੰਘ ਨੇ ਦੱਸਿਆ, ਜੋ ਬਲਜੀਤ ਸਿੰਘ ਵੀ ਦੱਸ ਰਹੇ ਹੈਗੇ ਆ, ਮੈਨੂੰ ਬੜਾ ਵਧੀਆ ਲੱਗਾ। ਇੱਕ ਪਹਿਲੀ ਗੱਲ ਤੁਸੀਂ ਕੀਤੀ ਸੀ ਨਾ ਜੀ, ਵੀ ਅਸੀਂ ਜਿਹੜਾ ਨੈਤਿਕਤਾ ਦਾ ਸੀਗਾ, ਉਹਦੇ ਅਸੀਂ 2018 ਦੇ ਵਿੱਚ ਭਾਸ਼ਣ ਮੁਕਾਬਲੇ ਵੀ ਕਰਾਏ ਸੀਗੇ ਕੈਨੇਡਾ ਦੇ ਵਿੱਚ, ਇੰਡੀਆ ਵਿੱਚ ਵੀ ਕਰਾਏ ਸੀਗੇ। ਘੱਟੋ-ਘੱਟ 50,000 ਤੋਂ ਵੱਧ ਬੱਚਿਆਂ ਨੇ ਉਹ 'ਚ ਪਾਰਟੀਸਪੇਟ ਕੀਤਾ ਸੀਗਾ। ਤੇ ਜਸਟਿਸ ਜਸਵੀਰ ਸਿੰਘ, ਜਿਹੜੇ ਹਾਈ ਕੋਰਟ ਦੇ ਉਸ ਵੇਲੇ ਚੀਫ ਜਸਟਿਸ ਸੀਗੇ, ਉਹਨਾਂ ਵੱਲੋਂ ਅਵਾਰਡ ਵੀ ਦਵਾਏ ਸੀ ਪਟਿਆਲੇ ਦੇ ਵਿੱਚ। ਤੇ ਉਸੇ ਤਰੀਕੇ ਨਾਲ ਹੀ ਜਿਹੜੀ ਗੱਲ ਤੁਸੀਂ ਕਹੀ ਹੈ, ਤੁਹਾਡੀ ਗੱਲ ਮੰਨੀ ਗਈ। ਹੁਣ ਅਸੀਂ ਕਾਇਦੇ ਨੂਰ ਦੇ ਭਾਸ਼ਣ ਮੁਕਾਬਲੇ ਇੱਥੇ ਅਸੀਂ ਕੈਨੇਡਾ ਵਿੱਚ ਵੀ ਕਰਾਵਾਂਗੇ। ਅਸੀਂ ਇਕੱਲੀ ਭਾਸ਼ਾ ਨਹੀਂ ਸਿੱਖਦੇ, ਅਜੇ ਹਿੰਦੀ ਭਾਸ਼ਾ ਸਿੱਖਦੇ ਤੇ ਉਹਦਾ ਨਾਲ ਸੱਭਿਆਚਾਰ ਰਲਿਆ ਹੋਇਆ, ਜੇ ਇੰਗਲਿਸ਼ ਸਿੱਖਦੇ ਆ ਤੇ ਉਹਦੇ ਨਾਲ ਰਲਿਆ, ਤੇ ਸ਼ਾਹਮੁਖੀ ਸਿੱਖਦੇ ਤੇ ਉਹਦਾ ਨਾਲ, ਇਕੱਲੀਆਂ ਭਾਸ਼ਾ ਨਹੀਂ ਸਿੱਖਦੇ, ਅਸੀਂ ਹੋਰ ਵੀ ਗੁਣ ਬੜੇ ਸਿੱਖਦੇ ਹੈਗੇ ਆ। ਤੇ ਉਹਦੇ ਅਖੀਰਲਾ ਪੇਜ ਸੀਗਾ, ਵਿਦਿਆ ਵਿੱਚ ਕਿਸੇ ਦੀ ਮਦਦ ਕਰਨ ਨਾਲੋਂ ਵੱਡਾ ਕੋਈ ਪੁੰਨ ਨਹੀਂਗਾ। ਅਖੀਰਲਾ ਪੇਜ ਜਿਹੜਾ ਸਾਡਾ ਕਾਇਦੇ ਨੂਰ ਦਾ ਇਹ ਸੀਗਾ, ਜਿਹੜਾ ਕਿ 4 ਪਿਛਲੇ ਲੈਂਗੁਏਜ ਵਿੱਚ ਲਿਖਿਆ ਹੈਗਾ। ਇਹ ਬੜਾ ਵਧੀਆ ਹੈਗਾ। ਤੇ ਮੈਂ ਚਾਹੁੰਦਾ ਹੈਗਾ ਵੀ ਬੱਚਿਆਂ ਦਾ, ਛੋਟਿਆਂ ਦੇ ਤਾਂ ਐਗਜ਼ਾਮ ਪਹਿਲੀ ਕਲਾਸ ਤੋਂ ਲਈ ਜਾਓ, 10ਵੀਂ ਜਾਂ 12ਵੀਂ ਕਲਾਸ ਤੱਕ ਲੈ ਲਓ।
ਇੱਕ ਕੋਈ ਯੂਰਪ 'ਚ ਯੂਨੀਵਰਸਿਟੀ ਹੈਗੀ, ਮੈਨੂੰ ਥਾਂ ਨਹੀਂ ਲੱਭਾ ਉਹ ਕਿਹੜੀ ਹੈਗੀ ਆ। ਉੱਥੇ ਕਹਿੰਦੇ ਬੱਚਾ ਜੋ ਦਾਖਲ ਹੁੰਦਾ ਨਾ ਜੀ 4 ਸਾਲਾਂ ਤੋਂ ਬਾਅਦ ਉਹਨੂੰ ਡਿਗਰੀ ਦੇ ਕੇ ਤੋੜ ਦਿੰਦੇ ਹੈਗੇ, ਕੋਈ ਐਗਜ਼ਾਮ ਨਹੀਂ ਲੈਂਦੇ। ਉਹਦੇ ਵਿੱਚ ਉਹ ਬੱਚਾ ਜਿਹੜਾ ਹੈਗਾ ਉੱਠਣਾ ਬੈਠਣਾ ਖਾਣਾ ਪਹਿਨਣਾ ਦੂਜਿਆਂ ਨਾਲ ਵਰਤਾਓ ਕਿਵੇਂ ਕਰਨਾ ਆਪਦੇ ਵਿਸ਼ੇ ਦਾ ਗਿਆਨ ਲੈ ਕੇ ਨਿਕਲਦਾ ਹੈਗਾ। ਤੇ ਮੈਂ ਚਾਹੂੰਗਾ ਤੇ ਸਾਹਿਬ ਬਲਜੀਤ ਸਿੰਘ ਜੀ ਜਿਹੜੀ ਯੂਨੀਵਰਸਿਟੀ ਖੋਲ੍ਹ ਰਹੇ ਹੈਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਂ ਤੇ, ਇਹੋ ਜਿਹੀ ਯੂਨੀਵਰਸਿਟੀ ਪੰਜਾਬੀਆਂ ਦੀ ਹੋਵੇ ਜਿਹੜੀ ਬਿਨਾਂ ਐਗਜ਼ਾਮ ਤੋਂ ਸਾਰਾ ਹੀ ਕੁਝ ਸੱਭਿਆਚਾਰ ਸਾਡਾ ਸਿੱਖ ਕੇ ਨੈਤਿਕਤਾ ਵੀ ਸਿੱਖ ਕੇ ਤੇ ਇੱਕ ਦੂਜੇ ਨਾਲ ਬੋਲਣਾ ਚਾਲਣਾ ਵੀ ਸਿੱਖ ਕੇ ਕੱਪੜੇ ਪਹਿਨਣ ਤੱਕ ਖਾਣੇ ਖਾਣ ਤੱਕ ਆਪਦੇ ਵਿਸ਼ੇ ਦੀ ਮਾਸਟਰੀ ਕਰਕੇ ਨਿਕਲ। ਇਹ ਮੇਰੀ ਇੱਕ ਵਿਸ਼ ਵਾ। ਮੈਂ ਚਾਹੁੰਦਾ ਮੈਂ ਇਹੋ ਜਿਹੀ ਯੂਨੀਵਰਸਿਟੀ ਦੇਖਾਂ ਤੇ ਮੈਨੂੰ ਲੱਗਦਾ ਮੈਂ ਬਲਜੀਤ ਸਿੰਘ ਨੇ ਜਿਹੜੇ ਬਣਾ ਰਹੇ ਹੈਗੇ ਆ ਉਹ ਜ਼ਰੂਰ ਇਹਦੇ ਰਾਹੀਂ ਦੇਖਣਗੇ। ਬਿਲਕੁਲ। ਖਿਆਰਾ ਸਾਹਿਬ ਯੂਨੀਵਰਸਿਟੀ ਤਾਂ ਬਲਜੀਤ ਜੀ ਨੇ USA ਖੁਲਾਤੀ, ਤੁਸੀਂ ਬਰੈਂਪਟਨ ਖੁਲਾ ਰਹੇ ਹੋ ਯੂਨੀਵਰਸਿਟੀ 2012 ਕੱਲ ਆ ਰਿਹਾ, ਲਾ ਮੇਕਰ ਆ ਰਹੇ ਆ, ਪੰਜਾਬੀ ਵਰਲਡ ਕਾਨਫਰੰਸ ਹੈ ਉਹ। ਦੇਖੋ ਜੀ ਜਦੋਂ ਅਸੀਂ ਬੰਬੇ ਸਰਦਾਰ ਬਲਜੀਤ ਸਿੰਘ ਹੋਣਾ ਕੋਲ ਗਏ ਸੀ, ਹਾਂਜੀ ਉੱਥੇ ਯੂਨੀਵਰਸਿਟੀ ਪਾਸ ਕੀਤਾ ਸੀ ਕਿ ਅਸੀਂ ਇਹਨਾਂ ਦੀ ਸਪੋਰਟ ਕਰਾਂਗੇ ਜਿੰਨੀ ਵੀ ਹੋਊਗੀ, ਪਰ ਇਹ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦੇ ਇਸ ਕੰਮ 'ਚ। ਇਹ ਤਾਂ ਅਗਲੇ ਸਾਲ ਜੂਨ 'ਚ ਖੁੱਲ੍ਹ ਜਾਣੇ ਜੀ ਡੈਲਸ ਦੇ ਵਿੱਚ। ਤੇ ਜਿਹੜੀ ਇੱਥੇ ਕੱਲ੍ਹ ਨੂੰ ਗੱਲਬਾਤ ਕਰਾਂਗੇ ਜਿੱਦਾਂ ਦਾ ਵੀ ਸਾਨੂੰ ਸਾਡੇ ਜਿਹੜੀ ਆਡੀਅנס ਤੋਂ ਰਿਸਪੌਂਸ ਆਊਗਾ ਵੀ ਵਿਲ ਫੋਲੋ ਇਟ। ਇੱਕ ਬੰਦੇ ਦਾ ਕੰਮ ਨਹੀਂ ਜੀ ਇਹ। ਉਹਨਾਂ ਦੇ ਕਹਿਣ ਦਾ ਭਾਵ ਇਹ ਹੈ, ਹਿੰਟ ਹੈ ਤੁਹਾਨੂੰ ਹਾਂਜੀ 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 ਕਿ ਸਾਨੂੰ ਬ੍ਰੈਂਪਟਨ ਤੇ ਫਿਰ ਯੂਨੀਵਰਸਿਟੀ ਚਾਹੀਦੀ ਹੈ। ਦੇ ਵਿੱਚ ਯੂਨੀਵਰਸਿਟੀ ਇੱਥੇ ਪੈਂਡਿੰਗ ਪਈ ਹੈ ਜੀ, 10ਵਾਂ ਟਾਊਨ ਆ ਸਭ ਤੋਂ ਵੱਡਾ ਕੈਨੇਡਾ ਦਾ, 2012 ਦੀ ਪੈਂਡਿੰਗ ਪਈ ਹੈ। ਤੁਹਾਡੇ ਏਡੇ ਏਡੇ ਲਾ ਮੇਕਰ ਆ ਰਹੇ ਆ ਕੱਲ। ਸਾਡੇ ਆਪ ਦੇ ਯੰਗ ਪੇਰੈਂਟਸ ਇੱਥੇ ਤੇ ਖਾਸ ਕੇ ਬ੍ਰੈਂਪਟਨੀਅਨਸ ਦਾ ਇੱਕ ਮੇਨ ਮੁੱਦਾ ਬਹੁਤ ਵੱਡਾ ਹੈਗਾ ਯੂਨੀਵਰਸਿਟੀ। ਤੁਹਾਡਾ ਬਹੁਤ ਵਧੀਆ ਸੁਝਾਅ ਜੀ। ਉਹਦੇ ਵਿੱਚ ਕੱਲ੍ਹ ਜਿੰਨੇ ਪੋਲੀਟੀਸ਼ੀਅਨ ਆ ਰਹੇ ਆ, ਸਿਟੀ ਦੇ ਵੀ ਆ ਰਹੇ ਸਾਰੇ ਪੋਲੀਟੀਸ਼ੀਅਨ, ਸਾਰਿਆਂ ਕੋਲ ਇਹ ਮੁੱਦਾ ਰੱਖਿਆ ਜਾਊਗਾ ਉੱਥੇ ਜੀ। ਠੀਕ ਆ, ਬਿਲਕੁਲ। ਚੱਟਾ ਸਾਹਿਬ ਤੁਸੀਂ ਜਿਵੇਂ ਕਾਨਫਰੰਸ ਦੀ ਗੱਲ ਕਰ ਰਹੇ ਹੋ, ਸਕੂਲਾਂ ਦੇ ਵਿੱਚ ਕੋਈ ਐਕਟੀਵਿਟੀ ਕਰਦੇ ਹੋ ਇੱਥੇ ਬਰੈਂਪਟਨ ਦੇ ਵਿੱਚ, ਖਾਸ ਕੇ ਪੰਜਾਬੀ ਦੇ ਰਿਲੇਟਡ ਕੋਈ ਵੀ ਕਾਨਫਰੰਸ? ਮੈਂ ਸਭ ਤੋਂ ਪਹਿਲਾਂ ਹੀ ਤੁਹਾਨੂੰ ਸਭ ਦੱਸਿਆ ਸੀਗਾ ਵੀ ਅਸੀਂ ਕਿ ਭਾਸ਼ਣ ਮੁਕਾਬਲੇ ਕਰਾਏ ਸੀ ਨੈਤਿਕਤਾ ਦੇ, ਇਸੇ ਬਰੈਂਪਟਨ ਚ ਕਰਾਏ ਸੀਗੇ। ਤੇ ਦੂਜਾ ਦੇਣਾ ਸੀ ਜਿਹੜਾ ਕੋਈ ਬੰਦਾ ਕੰਮ ਕਰਦਾ ਹੋਵੇ ਤੇ ਉਹਨੂੰ ਸ਼ਾਬਾਸ਼ ਵੀ ਦੇਣੀ ਚਾਹੀਦੀ, ਥਾਪੀ ਵੀ ਦੇਣੀ ਚਾਹੀਦੀ ਹੈਗੀ ਆ। ਹੁਣ ਅਸੀਂ ਦਲਜੀਤ ਸਿੰਘ ਜੀ ਗਰੇਵਾਲ ਸਾਹਿਬ ਜਿਹੜੇ ਪਿਛਲੇ 26 ਸਾਲ ਤੋਂ ਪੰਜਾਬੀ ਗੁਰਮੁਖੀ ਪੜ੍ਹਾ ਰਹੇ ਹੈਗੇ ਆ, ਉਹਨਾਂ ਨੂੰ ਅਸੀਂ ਸਨਮਾਨ ਕਰ ਰਹੇ ਹੈਗੇ ਆ। ਇੱਕ ਪੰਜਾਬੀ ਤਕੜੇ ਮੁੰਡਾ ਜਿਹੜਾ ਵਾਲੀਬਾਲ ਖੇਡਦਾ ਹੈਗਾ ਪਲੇਅਰ, ਉਹਨੂੰ ਸਨਮਾਨਿਤ ਕਰ ਰਹੇ ਹੈਗੇ। ਗੋਲਫ ਖੇਡਦਾ ਉਹ ਇੱਕ ਪੁਲਿਸ ਅਫਸਰ। ਤਾਂ ਅਸੀਂ 8 ਸ਼ਖਸੀਅਤਾਂ ਨੂੰ ਕੱਲ੍ਹ ਨੂੰ ਸਨਮਾਨਿਤ ਕਰ ਰਹੇ ਹਾਂ ਪੰਜਾਬੀ ਵਾਲਿਆਂ ਨੂੰ। ਅਸੀਂ ਇਸੇ ਦੇ ਨਾਲ ਹੀ ਲੋਕਾਂ ਨੂੰ ਚੇਟਕ ਪਊਗੀ, ਲੋਕਾਂ ਨੂੰ ਪਤਾ ਲੱਗੂਗਾ, ਜਿਹਦੇ ਵਿੱਚ ਬੱਚੇ ਵੀ ਆਉਣਗੇ ਵੱਡੇ ਵੀ ਆਉਣਗੇ। ਬੱਚੇ ਛੋਟੇ 5 ਸਾਲ ਤੋਂ ਛੋਟੇ ਜਾਂ ਉਹ ਛੋਟੇ ਬੱਚੇ ਨਹੀਂ, ਜਿਹੜੇ ਬੰਦੇ ਸੋਝੀ ਰੱਖਦੇ ਹੋਣ 15-16 ਸਾਲ ਤੋਂ ਉੱਪਰ ਹੋਣ, ਉਹ ਆ ਕੇ ਉੱਥੇ ਸੁਣ ਵੀ ਸਕਦੇ ਹੈਗੇ ਆ। ਤੇ ਉਸ ਤੋਂ ਬਾਅਦ ਜੋ ਕੁਝ ਵੀ ਮਤੇ ਪਾਸ ਕੀਤੇ ਜਾਣਗੇ, ਸਾਡਾ ਵਿਸ਼ਾ ਹੀ ਹੈ ਜੀ ਪੰਜਾਬੀ ਭਾਸ਼ਾ ਦਾ ਪਸਾਰ ਕਿਵੇਂ ਕਰ ਸਕਦੇ ਆ ਤੇ ਵਿਦਿਆ ਦਾ ਪਸਾਰ ਕਿਵੇਂ ਕਰ ਸਕਦੇ ਹੈਗੇ ਆ। ਇਹ ਅੱਜ ਮੈਂ ਤਾਂ ਕੁਝ ਨਹੀਂ ਦੱਸਦਾ, ਪਰ ਜਿੰਨੇ ਵਿਦਵਾਨ ਸਾਡੇ ਕੋਲ, ਉਮੀਦ ਹੈਗੀ ਆ ਸਾਡੇ ਕੋਲ 67 ਕੁ ਵਿਦਵਾਨਾਂ ਨੇ ਸਾਨੂੰ ਕਹਿ ਚੁੱਕੇ ਵੀ ਅਸੀਂ ਆਲਰੇਡੀ ਕੈਨੇਡਾ ਸਾਡੇ ਪਹੁੰਚ ਚੁੱਕੇ ਹੈਗੇ ਆ, ਜਿਨ੍ਹਾਂ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਬਠਿੰਡੇ ਵਾਲੇ, ਉਹਨਾਂ ਦੇ ਚਾਂਸਲਰ ਸਾਹਿਬ ਗੁਰਲਾਬ ਸਿੰਘ ਜੀ ਪਹੁੰਚ ਚੁੱਕੇ ਆ। ਭਾਗ ਸਿੰਘ ਯੂਨੀਵਰਸਿਟੀ ਦੇ ਜਿਹੜੇ ਮੈਨੇਜਮੈਂਟ ਦੇ ਵਿੱਚ ਹੈਗੇ ਆ ਪ੍ਰਿਤਪਾਲ ਸਿੰਘ ਪਾਮਾ ਜੀ, ਉਹ ਸਾਡੇ ਕੋਲ ਪਹੁੰਚ ਚੁੱਕੇ ਹੈਗੇ ਆ ਜੀ। ਇਹ ਇਸ ਤਰੀਕੇ ਨਾਲ ਮੈਨੂੰ ਲੱਗਦਾ ਹੈਗਾ ਬੜਾ ਵਧੀਆ। ਕੁਝ ਵਾਈਸ ਚਾਂਸਲਰ ਸਾਹਿਬਾਨ ਨੇ, ਸ਼ਹੀਨਾ ਕਿਸ਼ਵਰ ਜੀ ਹੈਗੇ ਆ, ਤੇ ਇੱਕ ਜਤਿੰਦਰ ਸਿੰਘ ਬਲ ਜਿਹੜੇ ਸਾਬਕਾ ਵਾਈਸ ਚਾਂਸਲਰ ਰਹਿ ਚੁੱਕੇ ਹੈਗੇ, ਉਹ ਆ ਰਹੇ ਹੈਗੇ ਆ। ਉਮੀਦ ਹੈਗੀ ਆ ਵੀ ਜੋ ਇਹ ਮਤੇ ਪਾਸ ਕਰਨਗੇ, ਜੋ ਵਿੱਚ ਸਭ ਤੋਂ ਪਹਿਲਾਂ ਵਿਚਾਰਾਂ ਹੋਣਗੀਆਂ, ਫਿਰ ਮਤੇ ਹੋਣਗੇ। ਮਤੇ ਜੋ ਪਾਸ ਹੋਣਗੇ ਉਹਨਾਂ ਨੂੰ ਅਸੀਂ ਪਰਸੂ ਵੀ ਕਰਾਂਗੇ, ਉਹਨਾਂ ਨੂੰ ਕੋਈ ਲਾਗੂ ਕਰਾਉਣ ਦੀ ਕੋਸ਼ਿਸ਼ ਵੀ ਕਰਾਂਗੇ ਜੀ। ਬਿਲਕੁਲ। ਡਾਕਟਰ ਸਾਹਿਬ ਆਪਣੇ ਕੰਕਲੂਡਿੰਗ ਰਿਮਾਰਕਸ ਦਿਓ, ਦਰਸ਼ਕਾਂ ਨੂੰ ਦੱਸੋ ਜੀ ਜ਼ਰੂਰ ਜੀ। ਖੁਸ਼ਾ ਜੀ, ਬਹੁਤ ਹੀ ਪਹਿਲਾਂ ਤਾਂ ਤੁਹਾਨੂੰ ਮੁਬਾਰਕਬਾਦ ਵੀ ਤੇ ਸ਼ੁਕਰੀਆ ਵੀ ਇਸ ਗੱਲ ਦਾ ਕਿ ਤੁਸੀਂ ਇੰਨੇ ਸਾਡੇ ਇੰਪੋਰਟੈਂਟ ਟੌਪਿਕ ਦੇ ਉੱਤੇ ਆਪਣੇ ਇਸ ਚੈਨਲ ਬੜਾ ਮਕਬੂਲੀਅਤ ਵਾਲਾ ਮੈਂ ਇੱਥੇ ਦੇਖਿਆ ਤੁਹਾਡੇ ਆ ਕੇ ਕੈਨੇਡਾ ਦੇ ਵਿੱਚ, ਤੇ ਈਵਨ ਇੱਥੇ ਨਹੀਂ, ਈਵਨ ਅਮਰੀਕਾ ਦੇ ਵਿੱਚ ਹੁਣ ਮੈਂ ਰਹਿਣਾ, ਉੱਥੇ ਵੀ ਅਸੀਂ ਇਹ ਚੈਨਲ ਦੇਖੀਦਾ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਲਈ ਕਿ ਸਾਰਿਆਂ ਨੂੰ ਅੱਜ ਸਾਨੂੰ ਮੌਕਾ ਦਿੱਤਾ ਤੁਸੀਂ ਆਪਣੇ ਵਿਊਜ਼ ਐਕਸਪ੍ਰੈਸ ਕਰਨ ਦਾ। ਔਰ ਮੈਨੂੰ ਲੱਗਦਾ ਕਿ ਜੋ ਵਿਚਾਰ ਅੱਜ ਇੱਥੇ ਆਪਾਂ ਡਿਸਕਸ ਕੀਤੇ ਨੇ, ਇਹ ਆਪਣੇ ਆਪ ਦੇ ਵਿੱਚ ਕਾਨਫਰੰਸ ਦਾ ਯੋਗਦਾਨ ਹੈ ਟੁਵਰਡਸ ਡਿਵੈਲਪਮੈਂਟ ਆਫ ਪੰਜਾਬੀ ਲੈਂਗੁਏਜ ਐਜ਼ ਵੈਲ ਐਜ਼ ਐਜੂਕੇਸ਼ਨ ਸਿਸਟਮ, ਰਿਫਾਰਮਸ ਆਫ ਐਜੂਕੇਸ਼ਨ ਸਿਸਟਮ। ਮੈਂ ਰਾਦਰ ਕਹੂੰਗਾ ਕਿ ਐਜੂਕੇਸ਼ਨ ਸਿਸਟਮ ਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਰਿਫਾਰਮ ਕਰ ਪਾਵਾਂਗੇ। ਔਰ ਇਸੇ ਲਈ ਜੋ ਸੁਜੈਸ਼ਨਸ ਅੱਜ ਤੁਸੀਂ ਦਿੱਤੀਆਂ ਬਾਕੀ ਸਾਰਿਆਂ 'ਚ ਆਪਸ ਵਿੱਚ ਹੀ ਹੋਈਆਂ ਨੇ। ਔਰ ਇਹ ਜ਼ਰੂਰ ਮੈਂ ਆਪਣੇ ਵੱਲੋਂ ਕਹੂੰਗਾ ਕਿਉਂਕਿ ਮੈਂ ਵੀ ਤਾਂ ਬਾਹਰੋਂ ਹੀ ਆਇਆ ਕੈਨੇਡਾ ਤੋਂ, ਤੇ ਜੋ ਕੈਨੇਡਾ ਦੇ ਸਾਡੇ ਬੈਠੇ ਨੇ, ਕਿ ਯੂਨੀਵਰਸਿਟੀ ਜ਼ਰੂਰ ਇਸ
ਗੁਰੂਆਂ ਦੇ ਨਾਂ ਤੇ ਜਾਂ ਜੋ ਵੀ ਪੰਜਾਬੀ ਦੀ ਪ੍ਰਫੁੱਲਤਾ ਦੇ ਲਈ, ਮਤਲਬ ਇਹ ਨਹੀਂ ਕਿ ਪੰਜਾਬੀ ਓਨਲੀ ਪੰਜਾਬੀ, ਪਰ ਜੋ ਉਰੇ ਦੇ ਰਿਕੁਆਇਰਮੈਂਟ ਮੁਤਾਬਕ ਪਰ ਬੈਕਡ ਬਾਈ ਪੰਜਾਬੀ, ਤੇ ਉਹ ਜ਼ਰੂਰ ਤੁਹਾਨੂੰ ਇੱਥੇ ਖੋਲ੍ਹਣ ਦਾ ਹੰਬਲਾ ਮਾਰਨਾ ਚਾਹੀਦਾ। ਜਦੋਂ ਇੱਕ ਵਾਰੀ ਨਿਸ਼ਚਾ ਕਰ ਲਓਗੇ, ਨਿਸ਼ਚੇ ਕਰ ਆਪਣੀ ਜੀਤ ਜ਼ਰੂਰ ਹੋਊਗੀ। ਵਾਹਿਗੁਰੂ ਦੀ ਕਿਰਪਾ ਕਰਨ। ਔਰ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਨੂੰ ਅੱਜ ਇਸ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਥੈਂਕ ਯੂ ਸਰ, ਥੈਂਕ ਯੂ ਸੋ ਮੱਚ। ਤੁਹਾਡਾ ਜਿਹੜਾ ਆਸ਼ੀਰਵਾਦ ਆ ਸਾਡੇ ਬ੍ਰੈਂਪਟੋਨੀਅਨਸ ਦੇ ਜ਼ਰੂਰ ਰਹੂਗਾ। ਯੂਨੀਵਰਸਿਟੀ ਬਹੁਤ ਲੋੜ ਹੈਗੀ ਹੈ। ਅਗਰ ਯੂਨੀਵਰਸਿਟੀ ਬਰੈਂਪਟਨ 'ਚ ਖੋਲ੍ਹਦੀ ਹੈ, ਪੰਜਾਬੀ ਲੈਂਗੁਏਜ, ਪੰਜਾਬੀ ਲੋਕਾਂ ਦਾ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ, ਕਿਉਂਕਿ ਯੰਗ ਜਿਹੜੀ ਹੈਗੀ ਹੈ ਪੋਪੂਲੇਸ਼ਨ ਸਾਡੀ ਖਾਸ ਕੀ ਬਰੈਂਪਟਨ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਹੈ। ਇਹਨੂੰ ਚੈਨਲਾਈਜ਼ ਵਾਸਤੇ ਜੋ ਤੁਹਾਨੂੰ ਪਤਾ ਹੈ ਯੂਨੀਵਰਸਿਟੀ ਖੁੱਲ੍ਹਦੀ ਹੈ ਤੇ ਇੱਕ ਇੰਡਸਟਰੀ ਲੈ ਕੇ ਆਉਂਦੀ ਹੈ, ਕਮਰਸ਼ਲਾਈਜੇਸ਼ਨ, ਕਲਚਰਲ, ਬਹੁਤ ਜ਼ਿਆਦਾ ਜਿਹੜਾ ਕਰਾਊਡ ਦੀ ਜਿਹੜੀ ਵੇ ਆਫ ਲੁੱਕ ਜਿਹੜੀ ਹੈਗੀ ਹੈ ਬਿਲਕੁਲ ਚੇਂਜ ਹੋ ਜਾਂਦੀ ਹੈ। ਤੁਸੀਂ ਬੜੇ ਬੜੇ ਸ਼ਹਿਰ ਦੇਖੇ, ਚੰਡੀਗੜ੍ਹ, ਪੂਨੇ, ਇੰਦੌਰ ਤੁਸੀਂ ਲਾ ਕੇ ਚੱਲੋ, ਇਹ ਸ਼ਹਿਰਾਂ ਦੇ ਵਿੱਚ ਜਿਹੜੀ ਆਊਟਲੁੱਕ ਹੈ ਉਹ ਬਿਲਕੁਲ ਚੇਂਜ ਹੋਈ ਹੈ। ਜਾਂ ਕੋਟਾ, ਬੂੰਦੀ ਕੋਟਾ ਤੁਸੀਂ ਲਾ ਕੇ ਚੱਲੋ। ਜੀ ਥਿਓਰਾ ਸਾਹਿਬ ਜੀ, ਮੈਂ ਤੁਹਾਡੀ ਦੱਸਣਾ ਚਾਹੁੰਦਾ, ਜਦੋਂ 1991 ਦੇ ਵਿੱਚ ਅਸੀਂ ਡਿਕਸੀ ਗੋਡੀ ਮੈਨੇਜਮੈਂਟ 'ਚ ਹੁੰਦੇ ਸੀ ਜੀ, ਸਾਡੀ ਕਮਿਊਨਿਟੀ ਨੇ ਇੰਨਾ ਭਗਮਾ ਹੁਲਾਰਾ ਦਿੱਤਾ ਜਦੋਂ ਕਿ ਕ੍ਰੈਡ ਵੈਲੀ ਹਸਪਤਾਲ ਦੀ ਐਕਸਟੈਂਸ਼ਨ ਹੋਈ ਆ। ਉਹਦੇ ਵਿੱਚ 40 ਕਮਰੇ ਸਾਡੇ ਆਪਣੇ ਬੰਦਿਆਂ ਨੇ ਡੋਨੇਟ ਕੀਤੇ ਸੀ। ਜੇ ਤੁਸੀਂ ਕਿਤੇ ਜਾਓ ਤੁਹਾਡੇ ਉੱਥੇ ਬੰਦਿਆਂ ਦੀ ਪਲੇਟਸ ਲੱਗੀਆਂ ਹੋਈਆਂ ਹਰ ਕਮਰੇ ਦੇ ਵਿੱਚ। 40 ਰੂਮ ਆਪਣੀ ਪੰਜਾਬੀ ਕਮਿਊਨਿਟੀ ਦੇ ਉੱਤੇ। ਉਸ ਦੇ ਨਾਲ $500,000 ਦੇ ਨਾਲ ਗੁਰੂ ਨਾਨਕ ਫਾਰਮੇਸੀ ਖੋਲ੍ਹੀ ਗਈ ਹੈ ਉੱਥੇ, ਜਿੱਥੇ ਅਜੇ ਵੀ ਗੁਰੂ ਨਾਨਕ ਦੇਵ ਜੀ ਦੀ ਉੱਥੇ ਫੋਟੋ ਲੱਗੀ ਆ। ਬਿਲਕੁਲ ਸਾਰਾ ਕੁਝ ਹੋਇਆ ਉਹ। ਸੋ ਆਪਣੀ ਕਮਿਊਨਿਟੀ 'ਚ ਬਹੁਤ 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 ਦਾਨੀ ਸੱਜਣ ਬੈਠੇ ਆ। ਆਪਾਂ ਤੁਹਾਡਾ ਜਿਹੜਾ ਯੂਨੀਵਰਸਲ ਮਤਾ ਆ ਇਹ ਆਪਣੀ ਕਮੇਟੀ 'ਚ ਅੱਜ ਰਾਤ ਨੂੰ ਡਿਸਕਸ ਕਰਕੇ ਕੱਲ੍ਹ ਨੂੰ ਯੂਨੀਵਰਸ ਕਾਨਫਰੰਸ ਦਾ ਮੁੱਦਾ ਬਣਾਇਆ ਜਾਊਗਾ। ਜੇ ਸਾਨੂੰ ਸਾਰਿਆਂ ਨੇ ਪ੍ਰਵਾਨਗੀ ਦੇ ਦਿੱਤੀ ਤਾਂ ਤੇ ਅਸੀਂ ਕੋਸ਼ਿਸ਼ ਕਰਾਂਗੇ ਇਹਦਾ ਬੀੜਾ ਚੁੱਕੀਏ, ਕਿਉਂਕਿ ਸਾਡੇ ਚੇਅਰਮੈਨ ਸਾਹਿਬ ਸਰ ਅਜਾਇਬ ਸਿੰਘ ਜੀ ਜਿਸ ਕੰਮ ਨੂੰ ਲਾ ਪੈਂਦੇ ਹਟਦੇ ਨੇ, 24 ਆਵਰ ਹੀ ਕੰਮ ਕਰਦੇ ਆ ਉਹ। ਸੋ ਮੈਂ ਇਹ ਭਾਈ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਤੇ ਸਾਡੀ ਅੱਜ ਮੈਨੇਜਮੈਂਟ ਦੀ ਮੀਟਿੰਗ ਹੋਊਗੀ। ਜੇ ਸਾਰਿਆਂ ਨੇ ਪਾਸ ਕਰਤਾ ਤੇ ਕੱਲ੍ਹ ਨੂੰ ਜਦੋਂ ਪੋਲੀਟੀਸ਼ੀਅਨ ਸਾਰੇ ਆਏ ਹੋਣਗੇ ਉਹਨਾਂ ਮੂਹਰੇ ਇਹ ਮੁੱਦਾ ਰੱਖਿਆ ਜਾਊਗਾ। ਅਸੀਂ ਬੇਨਤੀ ਕਰਦੇ ਹਾਂ ਕਿ ਹਮ ਆ ਕੇ ਪੁੱਜੋ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਸਾਡੇ ਮਗਰ ਕਿੰਨੇ ਕੁ ਇਸ ਇਸ਼ੂ ਦੇ ਲੋਕ ਹਨ, ਤਾਂ ਕਿ ਉਹਨਾਂ ਦੇ ਆਪਾਂ ਦਬਾਅ ਪਾ ਸਕੀਏ। ਬਹੁਤ ਵੱਡਾ ਇਸ਼ੂ ਹੈ ਜੀ। ਮੈਂ ਆਪ ਦੱਸਦਾ ਕਿ ਇੱਕ ਆਮ ਜਿਹੜਾ ਮਿਡਲ ਕਲਾਸ ਹੈ ਇਹਦੇ ਨਾਲ ਪ੍ਰਭਾਵਿਤ ਹੈਗਾ, ਇਹਦੇ ਨਾਲ ਬਹੁਤ ਜ਼ਿਆਦਾ ਇੰਪ੍ਰੈਸ ਹੋਊਗਾ। ਆਊਟਸਾਈਡਰ ਯੂਥ ਸਾਡੇ ਨਾਲ ਬਹੁਤ ਜੁੜੇਗਾ ਜੀ ਅਗਰ ਤੁਸੀਂ ਇਹ ਯੂਨੀਵਰਸਿਟੀ ਦਾ ਜਿਹੜਾ ਇਨੀਸ਼ੀਏਟਿਵ ਲੈ ਕੇ ਜਾਂਦੇ ਹੋ ਅੱਗੇ। ਜਿਹੜਾ ਸਾਹਿਬ ਇਹ ਯੂਨੀਵਰਸਿਟੀ ਦਾ ਬੀਜ ਜਿਹੜਾ ਹੈਗਾ ਆ, ਬਲਜੀਤ ਸਿੰਘ ਜੀ ਨੇ ਗੱਲ ਅੱਜ ਚੈਨਲ ਤੇ ਕਰਕੇ ਇਹ ਅੱਜ ਬੀਜ ਪੁੰਗਰ ਗਿਆ ਹੈ। ਠੀਕ ਹੈ ਜੀ। ਇਹ ਕੱਲ ਨੂੰ ਤੁਸੀਂ ਇਹਨੂੰ ਜਿਹੜਾ ਆ ਚਿੰਗਾਰੀ ਲੱਗ ਗਈ ਹੈ। ਇਹ ਕੱਲ ਨੂੰ ਤੁਹਾਡਾ ਇਹ ਨੇਪੜੇ ਹੋ ਜਾਣਾ ਜੀ, ਕਿਉਂਕਿ ਜਿਸ ਸਾਫ਼ ਨੀਅਤ ਨਾਲ ਔਰ ਮਿਹਨਤ ਨਾਲ ਤੁਸੀਂ ਅੰਤਕ ਮਿਹਨਤ ਨਾਲ ਇਹ ਪੰਜਾਬੀ ਬੋਲੀ ਲਈ, ਪੰਜਾਬੀ ਸੱਭਿਆਚਾਰ ਲਈ, ਪੰਜਾਬੀਅਤ ਲਈ ਮਿਹਨਤ ਕਰ ਰਹੇ ਹੋ, ਇਹਦਾ ਜਿਹੜਾ ਆ ਤਾਜ ਤੁਹਾਡੇ ਸਾਰਿਆਂ ਦੇ ਸਿਰ ਦੇ ਉੱਤੇ ਸਜੇਗਾ। ਮੇਰੇ ਵੱਲੋਂ, ਚੈਨਲ ਵੱਲੋਂ, ਸਾਡੇ ਸਾਰਿਆਂ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਇਹਦੀਆਂ। ਔਰ ਅਸੀਂ ਆਪਣੇ ਵੱਲੋਂ ਵੀ ਪੂਰਾ ਵੱਧ ਚੜ੍ਹ ਕੇ ਹੰਗਾਰਾ ਦੇਵਾਂਗੇ, ਸਪੋਰਟ ਦੇਵਾਂਗੇ, ਜਿੰਨਾ ਵੀ ਸਾਡਾ ਯੋਗਦਾਨ ਹੋਏਗਾ ਤੁਹਾਡੇ ਨਾਲ। ਮੈਂ ਤੁਹਾਡੀ ਇਹ ਗੱਲ ਨਾਲ ਬਿਲਕੁਲ ਸਹਿਮਤ ਹਾਂ ਜੀ। ਇਸ ਕੰਟਰੀ ਦੇ ਵਿੱਚ ਲਾ ਲਓ, ਤੁਸੀਂ ਅਮਰੀਕਾ 'ਚ ਲਾ ਲਓ, ਜਿਸ ਘਰ 'ਚ ਵਿਦਿਆ ਆ ਪ੍ਰਫੁੱਲਤ ਉਹੀ ਘਰ ਆ, ਪਿਆਰ ਉਸੇ ਘਰ 'ਚ ਆ। ਜਿਸ ਘਰ 'ਚ ਵਿਦਿਆ ਹੈ ਨਹੀਂ ਨਾ ਜੀ, ਉਹ ਜਿੰਨੇ ਮਰਜ਼ੀ ਅਮੀਰ ਹੋ ਜਾਣ, ਉਹਨਾਂ ਦੀ ਜਿਹੜੀ ਪਰਿਵਾਰ ਦੀ ਪਰਵਰਿਸ਼ ਆ ਉਹ ਉਸ ਤਰੀਕੇ ਨਾਲ ਨਹੀਂ ਹੋ ਸਕਦੀ ਵਿਦਿਆ ਹੋ ਸਕਦੀ। ਵਿਦਿਆ ਨੂੰ ਕੋਈ ਖੋ ਨਹੀਂ ਸਕਦਾ। ਦੱਸਿਆ ਸੀ ਜੀ, ਜਿਹੜੀ ਐਜੂਕੇਸ਼ਨ ਆ ਜਿੰਨੀ ਇਹ ਮਲਟੀਪਲਾਈ ਹੋ ਕੇ ਵੱਧਦੀ ਆ, ਤੁਹਾਡੀ ਇਨਕਮ ਸੋਰਸ ਲਈ ਵੀ ਉਨੀ ਰੀਅਲ ਸਟੇਟ ਨਹੀਂ ਵੱਧਦੀ। ਬਿਲਕੁਲ ਸਹੀ ਗੱਲ ਹੈ। ਤੇ ਤੁਹਾਡਾ ਜੁਦਵੀਰ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਵਜੀਤ ਜੀ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ ਮੈਂ ਤਾਂ ਇਹੀ ਕਹੂੰਗਾ ਜੀ, ਇਹ ਹੁਣ ਸਾਡੀ ਕਰਮ ਭੂਮੀ ਹੈ। ਹਾਂਜੀ। ਸਾਡੇ ਅੱਗੇ ਬੱਚਿਆਂ ਦੀ ਜਨਮ ਭੂਮੀ ਤਾਂ ਕਰਮ ਭੂਮੀ ਵੀ ਇਹੀ ਹੈ। ਇਹ ਟਾਈਮ ਆ ਗਿਆ ਹੈਗਾ, ਅਸੀਂ ਤਾਂ ਸ਼ੁਰੂ ਕਰ ਲਿਆ ਡੈਲਸ 'ਚ। ਤਾਂ ਮੈਂ ਤੁਹਾਨੂੰ ਇੱਕ ਹੋਰ ਅਖੀਰਲੀ ਗੱਲ ਸ਼ੇਅਰ ਕਰਨਾ ਚਾਹੁੰਦਾ। ਵੀ ਆਰ ਆਲਰੇਡੀ ਵਰਲਡਸ ਫਰਸਟ ਯੂਨੀਵਰਸਿਟੀ ਜਿਹੜੀ ਯੂਨੈਸਕੋ ਦੇ ਸਸਟੇਨੇਬਲ ਡਿਵੈਲਪਮੈਂਟ ਗੋਲ 17 ਦੇ 17 ਅਸੀਂ ਅਡਾਪਟ ਕਰ ਲਏ ਹੈ। ਤਾਂ ਸਾਡੇ ਸੈਂਟਰ ਆਫ ਐਕਸਲੈਂਸ ਉਹਦੇ ਆਧਾਰੇ ਤੇ ਬਣ ਰਹੇ ਆ। ਤਾਂ ਅਸੀਂ ਆਲਰੇਡੀ ਪਹਿਲੀ ਵਰਲਡ ਦੀ ਯੂਨੀਵਰਸਿਟੀ ਬਣ ਗਏ ਆ ਟੂ ਟੇਕ ਉਹ 17 ਯੂਨੈਸਕੋ ਦੇ ਗੋਲ। ਐਂਡ ਮੈਂ ਇਹੀ ਚਾਹੂੰਗਾ ਸਾਰੀ ਕਮਿਊਨਿਟੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕੱਲ ਆਪਾਂ ਆਈਏ। ਅਗਲੇ ਜਿਹੜੇ 2.5 ਦਿਨ ਹੈਗੇ ਆ ਆਪਣੀ ਕਮਿਊਨਿਟੀ ਲਈ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਆਪਾਂ ਜੇ ਬਾਹਰ ਨਿਕਲਾਂਗੇ ਨਹੀਂ, ਇਕੱਠੇ ਹੋਵਾਂਗੇ ਨਹੀਂ, ਗੱਲਾਂ ਸਾਂਝੀਆਂ ਨਹੀਂ ਕਰਾਂਗੇ, ਤਾਂ ਇਦਾਂ ਦੇ ਅਦਾਰੇ ਅੱਗੇ ਸ਼ੁਰੂ ਨਹੀਂ ਹੋਊਗੇ।
ਆਓ ਆਪਾਂ ਗੱਲ ਕਰੀਏ, ਜੇ ਅਸੀਂ ਡੈਲਸ ਵਿੱਚ ਬਣਾ ਸਕਦੇ ਹਾਂ ਤੁਸੀਂ ਵੀ ਬਰੈਂਪਟਨ 'ਚ ਬਣਾ ਸਕਦੇ ਹੋ। ਬਿਲਕੁਲ ਜੀ, ਬਿਲਕੁਲ। ਥਿਆਰਾ ਸਾਹਿਬ ਜਰੂਰ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ, ਜਿਹੜਾ ਹੈਗਾ ਕੱਲ ਦਾ ਐਡਰੈਸ ਵਗੈਰਾ ਜਿਹੜਾ ਕੰਟੈਕਟ ਕਰ ਸਕਣ ਤੁਹਾਡਾ। ਅਰਵਿੰਦ ਜੀ, ਕੱਲ ਨੂੰ ਠੀਕ 4 ਵਜੇ ਬਰੈਂਪਟਨ ਦੇ ਵਿੱਚ 340 ਵੁਡਨ ਸਟਰੀਟ ਈਸਟ ਸੈਂਚੁਰੀ ਗਾਰਡਨ ਰਿਕ੍ਰੀਏਸ਼ਨ ਸੈਂਟਰ, ਜਿਹੜਾ ਕਿ ਕੈਨੇਡੀ ਤੇ ਕੁਈਨ ਦੇ ਥੋੜਾ ਜਿਹਾ ਨਾਰਥ 'ਚ ਵੁਡਨ ਸਟਰੀਟ। ਜੇ ਆਪਾਂ ਕੈਨੇਡੀ ਸਾਊਥ ਆਈਏ ਤਾਂ ਲੈਫਟ ਟਰਨ, ਜੇ ਕੈਨੇਡੀ ਨਾਰਥ ਜਾਈਏ ਕੁਈਨ ਪਾਸ ਕਰਕੇ ਰਾਈਟ ਟਰਨ, ਉੱਥੇ ਬਹੁਤ ਵੱਡਾ ਬਰੈਂਪਟਨ ਸਿਟੀ ਦਾ ਕੰਪਲੈਕਸ ਆ। ਉੱਥੇ ਆਪਾਂ ਸਾਰਿਆਂ ਨੇ 4 ਵਜੇ ਆਈਏ ਤਾਂ ਕਿ ਕੱਲ ਜਿਹੜੀ ਓਪਨਿੰਗ ਸੈਰਾਮਨੀ ਦੇਖ ਸਕੀਏ। ਫ੍ਰੀ ਐਡਮਿਸ਼ਨ ਆ ਜੀ, ਫ੍ਰੀ ਫੂਡ ਆ, ਸਵੇਰੇ ਸਨੈਕਸ ਹੋਣਗੇ, ਲੰਚ ਹੋਊਗਾ, ਸਨੈਕਸ ਆਫਟਰਨੂਨ ਹੋਣਗੇ, ਸ਼ਾਮ ਨੂੰ ਡਿਨਰ ਵੀ ਹੋਊਗਾ। ਤੇ ਅਸੀਂ ਬੇਨਤੀ ਕਰਦੇ ਹਾਂ ਕਿ ਤਿੰਨੇ ਦਿਨ ਹੀ ਹੋਮ ਆ ਕੇ ਪੁੱਜੀਏ। ਜਿਹੜਾ ਬਹੁਤ ਵੱਡਾ ਇਸ਼ੂ ਆਇਆ ਇਹ ਤੇ ਆਪਾਂ ਸਾਰਿਆਂ ਦੇ ਵਿਚਾਰ ਵੀ ਲੈਂਦੇ ਹਾਂ ਤੇ ਆਪਾਂ ਇਹਨੂੰ ਕੋਸ਼ਿਸ਼ ਕਰਾਂਗੇ ਕੱਲ ਨੂੰ ਇਹ ਫਲੋਰ ਤੇ ਲੈ ਸਕੀਏ। ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ। ਜਰੂਰ ਹੈ ਜੀ ਜਗਤ, ਐਜ਼ ਏ ਯੰਗ ਪੇਰੈਂਟਸ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਕਿ ਪੰਜਾਬੀ ਲੈਂਗੁਏਜ ਬਹੁਤ ਜ਼ਰੂਰੀ ਹੈ। ਸਾਡੇ ਇੰਡੀਜੀਨੀਅਸ, ਸਾਡੀ ਆਪਣੀ ਮਦਰ ਟੰਗ ਬਹੁਤ ਜ਼ਰੂਰੀ ਹੈਗੀ ਹੈ ਬੋਲਣ ਵਾਸਤੇ। ਸਾਡੇ ਬੱਚੇ ਖਾਸ ਕੀ ਨੋਟਿਸ ਕਰਦਾ ਹੈਗਾ ਗਾਣੇ ਦੇ ਥਰੂ, ਅੱਜ ਦੇ ਜਿਹੜੇ ਮਾਡਰਨ ਜਿਹੜੇ ਗਾਣੇ ਹੈਗੇ ਆ ਉਹਨਾਂ ਦੇ ਥਰੂ ਥੋੜੇ ਬਹੁਤੇ ਪੰਜਾਬੀ ਲਫ਼ਜ਼ ਬੋਲ ਲੈਂਦੇ ਹੈਗੇ ਆ, ਲੇਕਿਨ ਜੋ ਅਸੀਂ ਆਪਣੇ ਮਾਪਿਆਂ ਤੋਂ ਸਿੱਖੀ ਹੈ ਪੰਜਾਬੀ, ਉਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਪੰਜਾਬੀ ਦੀ ਅੱਜ ਦੀ ਲੋੜ ਹੈਗੀ ਹੈ। ਇਹ ਤੁਹਾਡਾ ਨੈਤਿਕਤਾ, ਤੁਹਾਡੇ ਬੱਚੇ ਦਾ ਕਰੈਕਟਰ, ਬੱਚੇ ਦਾ ਲੌਂਗ ਰਨ ਦੇ ਵਿੱਚ ਸਾਡੇ ਸਮਾਜ ਦਾ ਜਿਹੜਾ ਕਰੈਕਟਰ ਹੈ ਉਹ ਕ੍ਰੀਏਟ ਹੁੰਦਾ ਹੈਗਾ। ਥੈਂਕ ਯੂ ਸੋ ਮਚ। ਕੱਲ ਮਿਲਾਂਗੇ ਜੀ 7:30 ਵਜੇ। ਥੈਂਕ ਯੂ ਸੋ ਮਚ। ਥੈਂਕ ਯੂ ਅਰਵਿੰਦ ਜੀ। ਥੈਂਕ ਯੂ ਭਾਜੀ। Hi, this is Priyanka Chopra and you're watching Channel Y. The biggest South Asian media group, Y Media. Y Media has newspaper, midweek, radio, South Asian Pulse. Hi, I'm Amitabh Bachchan and you're listening to South Asian Pulse. Hi, this is Amir Khan and you're listening to South Asian Pulse. अब हर दिन सुने GTA का #1 रेडियो स्टेशन FM 91.9. You are watching Channel Y. Channel Y. Prime Minister, welcome. It's a pleasure to be here. It's a pleasure to be back. Online, SouthAsianDaily.com. The biggest South Asian media group, Y Media. Have you always wanted to be a real estate investor but don't want to deal with tenants? Hi, I'm Todd C. Slater, the Simple Investor. For the last 13 years, our Simple